ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਬਾਬਾ ਫਰੀਦ ਜੀ ਦੇ ਇੱਕ ਸ਼ਬਦ ਤੋਂ ਕਰਾਂਗੇ, ਕਿਉਂਕਿ ਇਹ ਸ਼ਬਦ ਇਸ਼ਾਰਾ ਕਰਦਾ ਹੈ ਕਿ ਅਗਰ ਅਸੀਂ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਤਾਂ ਅਸੀਂ ਆਪਣੇ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਕਿਸ ਚੀਜ਼ ਨਾਲ ਜੁੜ ਕੇ, ਕਿਸ ਚੀਜ਼ ਨੂੰ ਪ੍ਰਾਪਤ ਕਰਕੇ ਸਫਲ ਬਣਾ ਸਕਦੇ ਹਾਂ। ਸਾਡੇ ਜੀਵਨ ਦੀ ਸੰਪੂਰਨਤਾ ਕਿਸ ਚੀਜ਼ ਵਿੱਚ ਹੈ, ਜਾਂ ਸਾਨੂੰ ਅਗਰ ਉਸ ਪ੍ਰਮਾਤਮਾ ਨੇ, ਉਸ ਮਾਲਿਕ ਨੇ, ਉਸ ਪ੍ਰਭੂ ਨੇ ਜ਼ਿੰਦਗੀ ਦਿੱਤੀ ਹੈ, ਜੀਵਨ ਦਿੱਤਾ ਹੈ, ਤਾਂ ਜੀਵਨ 'ਚ ਇਨਸਾਨ ਦਾ ਮਕਸਦ ਕੀ ਹੈ? ਕਿਉਂਕਿ ਕਈ ਵਾਰ ਇਨਸਾਨ ਕਹਿੰਦਾ ਜੀਵਨ ਦਾ ਮਕਸਦ ਕੀ ਹੈ, ਕਿਸ ਵਾਸਤੇ ਜੀਵਨ ਮਿਲਿਆ ਹੈ। ਹੁਣ ਇੱਕ ਸ਼ਬਦ ਦੇ ਅੰਦਰ, ਇੱਕ ਸ਼ਲੋਕ ਦੇ ਅੰਦਰ ਹੀ ਬਾਬਾ ਫਰੀਦ ਇਹ ਹਰ ਚੀਜ਼ ਦਾ ਜਵਾਬ ਦੇ ਰਹੇ ਹੈ ਕਿ ਇਨਸਾਨ ਨੂੰ ਅਗਰ ਜ਼ਿੰਦਗੀ ਮਿਲੀ ਹੈ ਤਾਂ ਕਿਸ ਵਾਸਤੇ ਮਿਲੀ ਹੈ, ਔਰ ਇਨਸਾਨ ਅਗਰ ਜੀਵਨ ਨੂੰ ਖੁਸ਼ੀਆਂ, ਆਨੰਦ ਨਾਲ ਭਰਪੂਰ ਕਰਨਾ ਚਾਹੁੰਦਾ ਹੈ ਤਾਂ ਕਿਹੜੀ ਚੀਜ਼ ਨੂੰ ਹਾਸਿਲ ਕਰਕੇ, ਪ੍ਰਾਪਤ ਕਰਕੇ ਇਨਸਾਨ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ, ਆਨੰਦ ਨਾਲ ਭਰਪੂਰ ਕਰ ਸਕਦਾ ਹੈ, ਆਨੰਦ ਨੂੰ ਹਾਸਿਲ ਕਰ ਸਕਦਾ ਹੈ। ਉਹ ਕਿਹੜੀ ਚੀਜ਼ ਹੈ? ਸੋ ਅਸੀਂ ਬਾਬਾ ਫਰੀਦ ਦਾ ਉਹ ਸ਼ਬਦ ਦਸੀਏ ਜਾਂ ਬਾਬਾ ਫਰੀਦ ਦੀ ਬਾਣੀ ਦੀ ਤਰਫ ਚਲੀਏ। ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹਾਂਗੇ। ਹੁਣ ਉਸ ਸਵਾਲ ਦਾ ਜਵਾਬ ਤੁਸੀਂ ਦੇਣਾ ਸਾਨੂੰ। ਤਿਆਰ ਹੋ? ਕਿ ਸਵਾਲ ਇਹ ਹੈ ਕਿ ਅਗਰ ਕੋਈ ਤੁਹਾਨੂੰ ਪੁੱਛੇ ਪ੍ਰਮਾਤਮਾ ਕਿੱਥੇ ਹੈ, ਪ੍ਰਭੂ ਕਿੱਥੇ ਹੈ, ਤਾਂ ਤੁਹਾਡਾ ਕੀ ਜਵਾਬ ਹੋਏਗਾ? ਕਿ ਪ੍ਰਮਾਤਮਾ ਕਿੱਥੇ ਹੈ, ਪ੍ਰਭੂ ਕਿੱਥੇ ਹੈ? ਕੀ ਜਵਾਬ ਹੋਏਗਾ ਤੁਹਾਡਾ? ਕਿ ਅਗਰ ਉਸ ਪ੍ਰਮਾਤਮਾ ਨੂੰ ਪਾਣਾ ਹੋਵੇ, ਉਸ ਪ੍ਰਮਾਤਮਾ ਨਾਲ ਮੁਲਾਕਾਤ ਕਰਨੀ ਹੋਵੇ ਤਾਂ ਕਿੱਥੇ ਹੋਏਗੀ? ਯਾਨੀ ਪ੍ਰਮਾਤਮਾ ਕਿੱਥੇ ਹੈ, ਔਰ ਅਗਰ ਉਹਨੂੰ ਮਿਲਣਾ ਹੋਵੇ, ਉਹਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹਦੇ ਨਾਲ ਮੁਲਾਕਾਤ ਕਿੱਥੇ ਹੋਏਗੀ? ਹੁਣ ਜਵਾਬ ਦਿਓ ਸਾਨੂੰ, ਦੱਸੋ ਪ੍ਰਮਾਤਮਾ ਕਿੱਥੇ ਹੈ? ਜਵਾਬ ਨਹੀਂ ਆਇਆ। ਚਲੋ, ਇਧਰੋਂ ਜਵਾਬ ਆਇਆ, ਪ੍ਰਮਾਤਮਾ ਸਾਡੇ ਅੰਦਰ ਹੈ। ਹੁਣ ਇਹ ਵੀ ਦੱਸੋ ਕਿ ਜੇ ਪ੍ਰਮਾਤਮਾ ਨਾਲ ਮੁਲਾਕਾਤ ਹੋਣੀ ਹੈ ਤਾਂ ਉਹ ਕਿੱਥੇ ਹੋਏਗੀ? ਕਿੱਥੇ ਹੋਏਗੀ? ਸਾਡੇ ਪਰਮਾਤਮਾ ਨਾਲ ਜਦ ਵੀ ਮੁਲਾਕਾਤ ਹੋਣੀ ਹੈ ਤਾਂ ਦੱਸਿਆ ਸਾਡੇ ਅੰਦਰੋਂ ਹੋਣੀ ਹੈ, ਔਰ ਇਧਰੋਂ ਜਵਾਬ ਆਇਆ ਕਿ ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਹੋਣੀ ਹੈ। ਸੋ ਇਹ ਦੋ ਤਿੰਨ ਚੀਜ਼ਾਂ, ਦੋ ਸਵਾਲ ਜਿਹੜੇ ਹੈ ਇਹ ਬੜੇ ਸਮਝਣ ਵਾਲੇ ਹੈ। ਹੁਣ ਇੱਕ ਇਨਸਾਨ ਕਹਿੰਦਾ ਪ੍ਰਮਾਤਮਾ ਸਾਡੇ ਅੰਦਰ ਹੈ, ਕੀ ਉਹ ਠੀਕ ਹੈ? ਔਰ ਇੱਕ ਇਨਸਾਨ ਕਹਿੰਦਾ ਪ੍ਰਮਾਤਮਾ ਕਿਤੇ ਬਾਹਰ ਹੈ, ਕੀ ਉਹ ਠੀਕ ਹੈ? ਜਦੋਂ ਕੋਈ ਇਨਸਾਨ ਕਵੇ ਪ੍ਰਮਾਤਮਾ ਸਾਡੇ ਅੰਦਰ ਹੈ, ਅਸੀਂ ਕਹਾਂਗੇ ਉਹ ਵੀ ਗਲਤ ਹੈ। ਤਾਂ ਜਦੋਂ ਕੋਈ ਇਨਸਾਨ ਕਵੇ ਪ੍ਰਮਾਤਮਾ ਬਾਹਰ ਹੈ, ਕਿਤੇ ਮੰਦਿਰ 'ਚ ਹੈ, ਮਸਜਿਦ 'ਚ ਹੈ, ਕਿਤੇ ਮੱਕੇ ਹੈ, ਤੀਰਥਾਂ ਤੇ ਹੈ, ਜੰਗਲਾਂ 'ਚ ਹੈ, ਤਾਂ ਉਹ ਵੀ ਗਲਤ ਹੈ। ਫਿਰ ਸਹੀ ਕੌਣ ਹੈ? ਸਹੀ ਤਾਂ ਉਹੀ ਹੋਏਗਾ ਜਿਹੜਾ ਕਹੇਗਾ ਪ੍ਰਮਾਤਮਾ ਮੇਰੇ ਅੰਦਰ ਵੀ ਹੈ ਤਾਂ ਪ੍ਰਮਾਤਮਾ ਬਾਹਰ ਵੀ ਹੈ, ਹਰ ਜਗ੍ਹਾ ਉਹੀ ਤਾਂ ਹੈ। ਔਰ ਇਸ ਤੋਂ ਵੀ ਗਹਿਰੀ ਗੱਲ, ਸਹੀ ਉਹ ਹੋਏਗਾ ਜਿਹੜਾ ਇੱਕ ਗੱਲ ਕਹੇਗਾ ਕਿ ਪ੍ਰਮਾਤਮਾ ਮੇਰੇ ਅੰਦਰ ਨਹੀਂ ਹੈ, ਮੈਂ ਪ੍ਰਮਾਤਮਾ ਦੇ ਅੰਦਰ ਹਾਂ। ਸਮਝਣਾ ਜ਼ਰਾ ਸਾਰਿਆਂ ਨੇ, ਇਹ ਪੁਆਇੰਟ ਹੈ ਇੱਕ, ਕਿ ਤੁਸੀਂ ਐਡੇ ਵੱਡੇ ਹੋ ਕਿ ਤੁਹਾਡੇ ਅੰਦਰ ਪ੍ਰਮਾਤਮਾ ਹੋਵੇ, ਜਾਂ ਉਹ ਪ੍ਰਮਾਤਮਾ ਐਡਾ ਵੱਡਾ ਹੈ ਕਿ ਪੂਰਾ ਵਿਸ਼ਵ, ਪੂਰੀ ਕਾਇਨਾਤ, ਇਹ ਚੰਦ ਸੂਰਜ ਸਿਤਾਰੇ, ਇਹ ਲੱਖਾਂ ਹੀ ਬ੍ਰਹਿਮੰਡ, ਇਹ ਉਹਦੇ ਅੰਦਰ ਹੈ। ਜਿੱਦਾਂ ਹੁਣ ਕੋਈ ਪੁੱਛੇ ਕਿ ਮਛਲੀ ਪਾਣੀ ਦੇ ਅੰਦਰ ਹੈ ਜਾਂ ਪਾਣੀ ਮਛਲੀ ਦੇ ਅੰਦਰ ਹੈ, ਤਾਂ ਹੁਣ ਦੇਖਣ ਵਾਲੇ ਨੇ ਕਹਿਣਾ ਕਿ ਮਛਲੀ ਪਾਣੀ ਦੇ ਅੰਦਰ ਹੈ, ਪਰ ਮਛਲੀ ਨੂੰ ਲੱਗਦਾ ਹੈ ਕਿ ਪਾਣੀ ਮੇਰੇ ਅੰਦਰ ਹੈ। ਪਰ ਜਦੋਂ ਉਹਨੂੰ ਬਾਹਰ ਕੱਢ ਕੇ ਰੱਖਿਆ ਜਾਂਦਾ ਤਾਂ ਫਿਰ ਪਤਾ ਲੱਗਦਾ ਹੈ, ਜਦੋਂ ਤੜਫਦੀ ਹੈ, ਕਿ ਮੈਂ ਪਾਣੀ ਦੇ ਅੰਦਰ ਸੀ, ਹੁਣ ਉਹ ਮੇਰੇ ਤੋਂ ਜੁਦਾ ਹੋਇਆ ਤਾਂ ਹੁਣ ਮੈਨੂੰ ਪਤਾ ਲੱਗਾ ਕਿ ਮੈਂ ਉਹਦੇ ਅੰਦਰ ਸੀ ਤਾਂ ਮੇਰਾ ਜੀਵਨ ਸੀ, ਤਾਂ ਜੇ ਹੁਣ ਮੈਨੂੰ ਬਾਹਰ ਕੱਢਿਆ ਤਾਂ ਮੈਂ ਕਿੱਦਾਂ ਤੜਫ ਰਹੀ ਹਾਂ। ਸੋ ਇਸ ਚੀਜ਼ ਨੂੰ ਥੋੜਾ ਸਮਝਣਾ ਕਿ ਜਦੋਂ ਪ੍ਰਮਾਤਮਾ ਦੀ ਗੱਲ ਆਉਂਦੀ ਹੈ, ਪ੍ਰਭੂ ਦੀ ਗੱਲ ਆਉਂਦੀ ਹੈ ਕਿ ਪ੍ਰਮਾਤਮਾ ਕਿੱਥੇ ਹੈ, ਤਾਂ ਫਿਰ ਇਨਸਾਨ ਇੱਕੋ ਹੀ ਗੱਲ ਕਹਿ ਸਕਦਾ ਹੈ ਕਿ ਪ੍ਰਮਾਤਮਾ ਕਿੱਥੇ ਹੈ। ਕੋਈ ਪੁੱਛੇ ਨਾ ਪ੍ਰਮਾਤਮਾ ਅੰਦਰ ਹੈ, ਬਾਹਰ ਹੈ, ਕਿੱਥੇ ਹੈ? ਉਹ ਹਰ ਜਗ੍ਹਾ ਉਹੀ ਤਾਂ ਹੈ। ਅਸੀਂ ਜਿੰਨੇ ਵੀ ਹਾਂ ਉਹਦੇ ਅੰਦਰ ਹੀ ਤਾਂ ਹਾਂ, क्योंकि दिल जिससे जिंदा है वो तमन्ना तुम ही तो हो,
हम जिसमें बस रहे हैं वो दुनिया तुम ही तो हो। हर जगह ਉਹੀ ਤਾਂ ਹੈ, ਹਰ ਜਗ੍ਹਾ ਉਹੀ ਹੈ। ਹੁਣ ਸਭ ਤੋਂ ਮੇਨ ਪੁਆਇੰਟ ਜਿਸ ਨੂੰ ਅਸੀਂ ਸਮਝਣਾ ਹੈ ਕਿ ਫਰਜ਼ ਕਰੋ ਜੇ ਪ੍ਰਮਾਤਮਾ ਦੇ ਅੰਦਰ ਅਸੀਂ ਹਾਂ ਜਾਂ ਪ੍ਰਮਾਤਮਾ ਸਾਡੇ ਅੰਦਰ ਹੈ, ਕਿਉਂਕਿ ਅੰਦਰ ਵੀ ਹੈ ਉਹ ਬਾਹਰ ਵੀ ਹੈ, ਹਰ ਜਗ੍ਹਾ ਉਹੀ ਹੈ। ਜਿੱਦਾਂ ਤੁਸੀਂ ਦੇਖਦੇ ਹੋ ਨਾ ਕਿ ਰਸਮਲਾਈ ਹੁੰਦੀ ਹੈ, ਹੁਣ ਜਦੋਂ ਰਸਮਲਾਈ ਨੂੰ ਅਸੀਂ ਖਾਂਦੇ ਹਾਂ ਤਾਂ ਦੇਖਦੇ ਹਾਂ ਉਹਦੇ 'ਚ ਰਸਗੁੱਲੇ ਟਾਈਪ ਹੁੰਦਾ ਹੈ। ਹੁਣ ਜਦੋਂ ਹੁੰਦਾ ਹੈ ਤਾਂ ਰਸ ਉਹਦੇ ਬਾਹਰ ਵੀ ਹੁੰਦਾ ਤੇ ਰਸ ਉਹਦੇ ਅੰਦਰ ਵੀ ਹੁੰਦਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਰਸ ਦੇ ਅੰਦਰ ਹੈ ਜਾਂ ਬਾਹਰ, ਜਦੋਂ ਰਸ 'ਚ ਹੁੰਦੀ ਹੈ ਕਿ ਅੰਦਰ ਵੀ ਹੈ ਬਾਹਰ ਵੀ ਹੈ। ਬਸ ਇਹੀ ਹਾਲਤ ਹੈ, ਪ੍ਰਮਾਤਮਾ ਸਾਡੇ ਅੰਦਰ ਵੀ ਹੈ ਸਾਡੇ ਬਾਹਰ ਵੀ ਹੈ। ਹੁਣ ਇਹ ਤੁਸੀਂ ਮੰਨਦੇ ਹੋ ਕਿ ਪ੍ਰਮਾਤਮਾ ਸਾਡੇ ਅੰਦਰ ਹੈ, ਸਮਝਦੇ ਹੋ ਕਿ ਨਹੀਂ, ਜਾਂ ਪ੍ਰਮਾਤਮਾ ਹਰ ਜਗ੍ਹਾ ਹੈ ਜਾਂ ਅਸੀਂ ਪ੍ਰਮਾਤਮਾ ਦੇ ਅੰਦਰ ਹੈ। ਪਰ ਹੁਣ ਗੱਲ ਜਦੋਂ ਆਉਂਦੀ ਹੈ ਪ੍ਰਮਾਤਮਾ ਦੇ ਨਾਲ ਮੁਲਾਕਾਤ ਦੀ, ਕਿ ਅਸੀਂ ਉਸ ਨਾਲ ਮੁਲਾਕਾਤ ਕਰਨੀ ਹੈ ਜਾਂ ਉਸ ਆਨੰਦ ਨੂੰ ਪਾਣਾ ਹੈ, ਤਾਂ ਫਿਰ ਉਹ ਕਿੱਥੇ ਹੋਏਗਾ? ਉਹ ਮੁਲਾਕਾਤ ਕਿੱਥੇ ਹੋਏਗੀ? ਉਹ ਆਨੰਦ ਕਿੱਥੋਂ ਹਾਸਲ ਹੋਏਗਾ? ਤਾਂ ਇਹ ਗੱਲ ਯਾਦ ਰੱਖਣੀ ਕਿ ਅਸੀਂ ਪ੍ਰਮਾਤਮਾ ਅੰਦਰ ਹਾਂ, ਪਰ ਜੇ ਅਸੀਂ ਉਸ ਪ੍ਰਮਾਤਮਾ ਦੇ ਆਨੰਦ ਨੂੰ ਪਾਣਾ ਹੈ, ਉਸ ਪ੍ਰਭੂ ਨੂੰ ਪਾਣਾ ਹੈ, ਤਾਂ ਉਸ ਪ੍ਰਭੂ ਨੂੰ ਪਾਣ ਵਾਸਤੇ ਜਾਂ ਉਸ ਪ੍ਰਭੂ ਦੇ ਆਨੰਦ ਨੂੰ ਹਾਸਲ ਕਰਨ ਵਾਸਤੇ ਸਾਨੂੰ ਆਪਣੇ ਅੰਦਰ ਉਤਰਨਾ ਪਏਗਾ। ਕਿਉਂਕਿ ਜਦੋਂ ਉਹਦੇ ਨਾਲ ਮੁਲਾਕਾਤ ਕਰਨੀ ਹੈ ਨਾ, ਉਹ ਤੁਹਾਡੇ ਅੰਦਰ ਵਸਦਾ ਹੈ। ਜਦ ਵੀ ਮੁਲਾਕਾਤ ਹੋਣੀ ਹੈ ਤੁਹਾਨੂੰ ਆਪਣੇ ਅੰਦਰੋਂ ਹੋਣੀ ਹੈ। ਇਸੇ ਲਈ ਇਹ ਗੱਲ ਫਿਰ ਸਮਝ ਲੈਣਾ ਅੱਛੀ ਤਰ੍ਹਾਂ ਕਿ ਅੰਦਰ ਬਾਹਰ ਹਰ ਜਗ੍ਹਾ ਉਹੀ ਹੈ, ਪਰ ਜਦੋਂ ਗੱਲ ਆਣੀ ਹੈ ਉਹਨੂੰ ਪਾਣ ਦੀ, ਉਹਨੂੰ ਹਾਸਲ ਕਰਨ ਦੀ, ਤਾਂ ਫਿਰ ਬੇਸ਼ੱਕ ਹਰ ਜਗ੍ਹਾ ਉਹ ਹੋਵੇ, ਪਰ ਅਸੀਂ ਉਹਨੂੰ ਬਾਹਰੋਂ ਨਹੀਂ ਪਾ ਸਕਦੇ। ਜਦ ਵੀ ਉਹਦੀ ਝਲਕ ਮਿਲਣੀ ਹੈ, ਜਦ ਵੀ ਉਸ ਆਨੰਦ ਨੂੰ ਅਸੀਂ ਪਾਣਾ ਹੈ, ਤਾਂ ਸਾਡੇ ਅੰਦਰ ਹੀ ਹੈ। ਮੁਲਾਕਾਤ ਜਦ ਵੀ ਹੋਏਗੀ ਕਿੱਥੋਂ ਹੋਏਗੀ? ਅੰਦਰੋਂ ਹੋਏਗੀ। ਹੁਣ ਇੱਥੇ ਇੱਕ ਚੀਜ਼ ਗੌਰ ਕਰਨ ਵਾਲੀ ਹੈ ਕਿ ਜੇ ਪ੍ਰਮਾਤਮਾ ਸਾਡੇ ਅੰਦਰ ਹੈ ਔਰ ਮੁਲਾਕਾਤ ਵੀ ਅੰਦਰੋਂ ਹੀ ਉਸ ਦੇ ਨਾਲ ਹੋਣੀ ਹੈ, ਤਾਂ ਫਿਰ ਇੱਥੇ ਤੁਸੀਂ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਆਪਣੇ ਆਪ ਤੋਂ ਸਵਾਲ ਕਿ ਜੇ ਪ੍ਰਮਾਤਮਾ ਮੇਰੇ ਅੰਦਰ ਹੈ ਔਰ ਮੁਲਾਕਾਤ ਵੀ ਅੰਦਰੋਂ ਹੀ ਉਸ ਦੇ ਨਾਲ ਹੋਣੀ ਹੈ, ਤਾਂ ਫਿਰ ਐਸੀ ਮੇਰੇ ਅੰਦਰ ਕਿਹੜੀ ਕਮੀ ਹੈ ਜਿਹੜੀ ਹਾਲੇ ਤੱਕ ਉਹਦੇ ਨਾਲ ਮੁਲਾਕਾਤ ਨਹੀਂ ਹੋਈ? ਇਹ ਮੇਨ ਪੁਆਇੰਟ ਹੈ, ਸਮਝਦੇ ਹੋ ਕਿ ਨਹੀਂ? ਕਿਉਂਕਿ ਜਦੋਂ ਅਸੀਂ ਆਪਣੀਆਂ ਕਮੀਆਂ ਨੂੰ ਦੇਖਾਂਗੇ, ਉਹਨਾਂ ਚੀਜ਼ਾਂ ਤੇ ਗੌਰ ਕਰਾਂਗੇ ਕਿ ਜੇ ਮੇਰਾ ਰੱਬ ਮੇਰੇ ਅੰਦਰ ਵਸਦਾ ਹੈ ਤਾਂ ਮੇਰੇ ਅੰਦਰੋਂ ਕਿਹੜੀ ਕਮੀ ਹੈ ਜਿਹੜੀ ਮੈਨੂੰ ਮੇਰੇ ਰੱਬ ਨਾਲ ਮਿਲਣ ਨਹੀਂ ਦਿੰਦੀ, ਉਹਨੂੰ ਮੇਰੇ ਤੱਕ ਔਰ ਮੈਨੂੰ ਉਸ ਤੱਕ ਨਹੀਂ ਜਾਣ ਦਿੰਦੀ? ਉਹ ਕਿਹੜੀ ਮੇਰੀ ਕਮੀ ਹੈ ਜੋ ਮੈਨੂੰ ਰੱਬ ਤੋਂ ਔਰ ਰੱਬ ਨੂੰ ਮੇਰੇ ਤੋਂ ਜੁਦਾ ਕਰਕੇ ਬੈਠੀ ਹੈ? ਕਿਉਂਕਿ ਹਾਲੇ ਤੱਕ ਜੁਦਾ ਹੀ ਹੈ ਨਾ, ਠੀਕ ਹੈ, ਉਹ ਜੁਦਾ ਨਹੀਂ ਹੈ, ਪਰ ਬੰਦਾ ਤਾਂ ਇਹੀ ਹੈ ਨਾ ਕਿ ਹਾਲੇ ਤੱਕ ਉਹਦੀ ਝਲਕ ਨਹੀਂ ਮਿਲੀ, ਤਾਂ ਕਿਸੇ ਨਾ ਕਿਤੇ ਬੰਦਾ ਆਪਣੇ ਆਪ ਨੂੰ ਉਤੋਂ ਜੁਦਾ ਹੀ ਸਮਝਦਾ ਹੈ। ਜਰਾ ਸਮਝੋ। ਹੁਣ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ, ਜਿਨ੍ਹਾਂ ਨੇ ਉਸ ਨੂੰ ਸਮਝ ਲਿਆ, ਉਹ ਤਾਂ ਕਹਿੰਦੇ ਕਿ ਰੱਬ ਮੇਰੇ ਤੋਂ ਜੁਦਾ ਨਹੀਂ, ਤਾਂ ਮੈਂ ਰੱਬ ਤੋਂ ਜੁਦਾ ਨਹੀਂ। ਕਹਿੰਦੇ ਨਾ, ਹੈ ਆਪਣੀ ਨਾਦਾਨੀ ਸੇ ਖੁਦ ਕੋ ਸਮਝਾ ਤू जुदा, है अपनी नादानी से खुद को समझा तू जुदा, नुक्ता ऊपर को लगा हो जा जुदा से तू खुदा। ਹੁਣ ਜੇ ਤੁਹਾਨੂੰ ਅਸੀਂ ਪੁੱਛੀਏ ਕਿ ਤੁਹਾਨੂੰ ਅੰਦਰੋਂ ਪ੍ਰਮਾਤਮਾ ਦੀ ਝਲਕ ਮਿਲੀ, ਉਸ ਆਨੰਦ ਦੀ ਝਲਕ ਮਿਲੀ, ਤਾਂ ਬਹੁਤ ਜੀਵਾਂ ਦਾ ਜਵਾਬ ਹੋਏਗਾ ਨਹੀਂ। ਹੁਣ ਅਗਰ ਉਹ ਅੰਦਰ ਹੀ ਹੈ, ਮਿਲਣਾ ਵੀ ਅੰਦਰ ਹੀ ਹੈ, ਜਾਂ ਤਾਂ ਹੋਵੇ ਕਿ ਉਹਨਾਂ ਬਾਹਰੋਂ ਮਿਲਣਾ, ਫਿਰ ਤਾਂ ਅਸੀਂ ਕਹਿ ਸਕਦੇ ਹਾਲੇ ਮੁਲਾਕਾਤ ਨਹੀਂ ਹੋਈ, ਕਿਉਂਕਿ ਬਾਹਰ ਮੈਂ ਉੱਥੇ ਪਹੁੰਚਿਆ ਹੀ ਨਹੀਂ ਜਿੱਥੇ ਉਹ ਬੈਠਾ ਹੈ। ਸਮਝਦੇ ਹੋ ਕਿ ਨਹੀਂ? ਕਿ ਹਾਲੇ ਤੱਕ ਮੈਂ ਉੱਥੇ ਪਹੁੰਚਿਆ ਨਹੀਂ। ਜਿੱਦਾਂ ਕੋਈ ਪੁੱਛੇ, ਹਾਂ ਵੀ ਫਲਾਣੇ ਰਿਸ਼ਤੇਦਾਰ ਨੂੰ ਮਿਲਿਆ, ਨਹੀਂ, ਕਦੀ ਉਹਦੇ ਕੋਲ ਜਾਣ ਦਾ ਟਾਈਮ ਨਹੀਂ ਲੱਗਾ। ਜਦੋਂ ਟਾਈਮ ਲੱਗੇਗਾ ਜਾਵਾਂਗੇ, ਉਹਨੂੰ ਮਿਲ ਕੇ ਆਵਾਂਗੇ। ਇਹਦਾ ਮਤਲਬ ਰਿਸ਼ਤੇਦਾਰ ਕਿਤੇ ਕਿਸੇ ਪਿੰਡ ਕਿਸੇ ਸ਼ਹਿਰ 'ਚ ਰਹਿੰਦਾ ਹੈ, ਹੁਣ ਸਾਨੂੰ ਟਾਈਮ ਲੱਗੇਗਾ, ਉਹਦੇ ਕੋਲ ਜਾਵਾਂਗੇ, ਮਿਲ ਕੇ ਆਵਾਂਗੇ। ਪਰ ਜੇ ਹੋਵੇ ਕਿ ਉਹ ਹੈ ਹੀ ਅੰਦਰ, ਤਾਂ ਫਿਰ ਤਾਂ ਭਾਈ ਜਦੋਂ ਮਰਜ਼ੀ ਮਿਲ ਲਈਏ, ਫਿਰ ਤਾਂ ਕੋਈ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਜਦੋਂ ਟਾਈਮ ਲੱਗਾ ਮਿਲਾਂਗੇ। ਜਿਹੜੀ ਚੀਜ਼ ਅੰਦਰ ਹੈ, ਫਿਰ ਉਹਦੇ ਨਾਲ ਤਾਂ ਹਰ ਪਲ ਮੁਲਾਕਾਤ ਹੋਣੀ ਚਾਹੀਦੀ ਹੈ, ਉਹਦੇ ਨਾਲ ਤਾਂ ਹਰ ਪਲ ਗੁਫ਼ਤਗੂ ਹੋਣੀ ਚਾਹੀਦੀ। ਗੁਫ਼ਤਗੂ ਮਤਲਬ ਗੱਲ ਹੋਣੀ ਚਾਹੀਦੀ ਹੈ, ਉਹਦੇ ਨਾਲ ਤਾਂ ਹਰ ਪਲ ਆਮਣੇ ਸਾਹਮਣੇ। ਜਿੱਦਾਂ ਬੰਦਾ ਕਹਿੰਦਾ ਨਾ 24 ਘੰਟੇ ਨਾਲ ਰਹਿੰਦੇ, ਜਿੱਦਾਂ ਪਤੀ ਪਤਨੀ ਇੱਕੋ ਹੀ ਘਰ 'ਚ ਰਹਿੰਦੇ ਹੈ, ਤਾਂ ਉਹਨਾਂ ਦੀ ਮੁਲਾਕਾਤ ਇਹ ਨਹੀਂ ਹੁੰਦੀ ਕਿ ਮਹੀਨੇ ਬਾਅਦ ਹੁੰਦੀ ਹੈ। ਬੇਸ਼ੱਕ ਪਤੀ ਸਵੇਰੇ ਕੰਮ ਤੇ ਜਾਂਦਾ, ਸ਼ਾਮ ਨੂੰ ਤਾਂ ਹੁੰਦੀ ਹੈ ਨਾ, ਹੁੰਦੀ ਹੈ ਕਿ ਨਹੀਂ? ਸਵੇਰੇ ਜਾਣ ਲੱਗੇ ਹੁੰਦੀ ਹੈ, ਪਤਨੀ ਖਾਣਾ ਦਿੰਦੀ, ਪਤੀ ਖਾਂਦਾ ਹੈ, ਫਿਰ ਕੰਮ ਤੇ ਜਾਂਦਾ ਹੈ, ਫਿਰ ਗੱਲਬਾਤ ਵੀ ਫੋਨ ਤੇ ਹੁੰਦੀ ਰਹਿੰਦੀ ਹੈ।
ਹੁਣ ਜੇ ਪਤਨੀ ਨਾਲ ਜਾਂ ਬੱਚਿਆਂ ਨਾਲ ਘਰ 'ਚ ਰਹਿੰਦੇ ਆ, ਇੱਕੋ ਹੀ ਘਰ 'ਚ ਰਹਿੰਦੇ ਆ, ਹੁਣ ਪੁੱਛੋ ਉਹਨੂੰ ਕਿ ਭਾਈ ਤੂੰ ਪਤਨੀ ਨਾਲ ਸਵੇਰੇ ਵੀ ਮਿਲਦਾ, ਸ਼ਾਮ ਨੂੰ ਵੀ ਮਿਲਦਾ ਹੈ, ਬੱਚਿਆਂ ਨਾਲ ਸਵੇਰੇ ਮਿਲਦਾ, ਸ਼ਾਮ ਨੂੰ ਮਿਲਦਾ, ਇਹ ਕਿੱਦਾਂ ਪੋਸੀਬਲ ਹੈ? ਇਹ ਕਿੱਦਾਂ? ਲੈ, ਇੱਕੋ ਹੀ ਘਰ 'ਚ ਰਹਿੰਦੇ ਆ ਤਾਂ ਇਹ ਤਾਂ ਹੋਣਾ ਹੀ ਹੈ, ਇਹ ਕੋਈ ਨਾਮੁਮਕਿਨ ਥੋੜੀ ਹੈ। ਜੇ ਇੱਕ ਘਰ 'ਚ ਰਹਿੰਦੇ ਆ ਤਾਂ ਸਵੇਰੇ ਸ਼ਾਮ ਮਿਲ ਲਿਆ, ਕੋਈ ਬੜੀ ਗੱਲ ਨਹੀਂ ਹੈ। ਹੁਣ ਇੱਕ ਮਿੱਟੀ ਦੇ ਯਾਨੀ ਇੱਟਾਂ ਪੱਥਰਾਂ ਦੇ ਬਣਾਏ ਘਰ 'ਚ 4 ਮੈਂਬਰ ਰਹਿੰਦੇ ਐ, ਉਹ ਸਵੇਰੇ ਸ਼ਾਮ ਮਿਲ ਲੈਂਦੇ ਐ, ਤੇ ਅਸੀਂ ਉਹਨੂੰ ਇਹ ਕਹਿੰਦੇ ਕਿ ਕੋਈ ਹੈਰਾਨੀ ਦੀ ਗੱਲ ਨਹੀਂ ਹੈ, ਕਿਉਂਕਿ ਇੱਕੋ ਹੀ ਘਰ 'ਚ ਰਹਿੰਦੇ, ਮੁਲਾਕਾਤ ਤਾਂ ਹੋ ਹੀ ਜਾਂਦੀ ਹੈ। ਤਾਂ ਜਿਹੜਾ ਤੁਹਾਡਾ ਇਹ ਸਰੀਰ ਹੈ, ਇਹਦੇ ਅੰਦਰ 24 ਘੰਟੇ ਪਰਮਾਤਮਾ ਰਹਿੰਦਾ ਹੈ, ਔਰ ਇੰਨੇ ਸਾਲਾਂ 'ਚੋਂ ਇੱਕ ਵਾਰ ਵੀ ਉਹਦੇ ਨਾਲ ਮੁਲਾਕਾਤ ਨਹੀਂ ਹੋਈ, ਕਿੱਡੀ ਹੈਰਾਨੀ ਦੀ ਗੱਲ ਹੈ। ਸੋਚ ਕੇ ਦੇਖੋ। ਅਸੀਂ ਕਹਾਂਗੇ ਜੇ ਇੱਕ ਘਰ 'ਚ ਰਹਿਣ ਵਾਲੇ ਵੀ ਕਹਿਣ ਨਾ ਆਪਾਂ ਹਫ਼ਤੇ ਬਾਅਦ ਮਿਲੇ ਆ, ਠੀਕ ਹੈ ਭਾਈ, ਇੱਕ ਘਰ 'ਚ ਰਹਿੰਦੇ ਹੋ, ਘਰ 'ਚ 4 ਕਮਰੇ ਹੈ, ਹੋ ਸਕਦਾ ਹੈ ਕਿ ਉਹ ਇੱਕ ਕਮਰੇ 'ਚ ਵੜਿਆ ਹੋਵੇ, ਦੂਜਾ ਦੂਜੇ ਕਮਰੇ 'ਚ ਵੜਿਆ ਹੋਵੇ, ਨਾ ਨਿਕਲੇ, ਪਰ ਜਿੱਥੇ ਤੂੰ ਰਹਿੰਦਾ ਹੈ ਉੱਥੇ ਖੁਦਾ ਰਹਿੰਦਾ ਹੈ, ਉਹ ਪ੍ਰਮਾਤਮਾ ਰਹਿੰਦਾ, ਫਿਰ ਵੀ ਤੇਰੀ ਮੁਲਾਕਾਤ ਨਹੀਂ ਹੋਈ, ਕਿੱਡੀ ਹੈਰਾਨੀ ਦੀ ਗੱਲ ਹੈ। ਤੁਸੀਂ ਹੋ ਕਿੱਥੇ? ਸਰੀਰ ਦੇ ਅੰਦਰ ਹੀ ਹੋ ਨਾ, ਤੁਸੀਂ ਕਿਤੇ ਬਾਹਰ ਥੋੜੀ ਹੋ। ਜ਼ਰਾ ਹੁਣ ਮਹਿਸੂਸ ਕਰੋ, ਬੰਦਾ ਕਹਿੰਦਾ ਮੇਰਾ ਸਰੀਰ, ਇਹ ਮੇਰਾ ਹੱਥ, ਇਹ ਮੇਰਾ ਸਿਰ, ਕਹਿੰਦੇ ਹੋ ਕਿ ਨਹੀਂ? ਹੁਣ ਪਰਮਾਤਮਾ ਕਿੱਥੇ ਹੈ? ਇਹਦੇ ਅੰਦਰ ਹੀ ਹੈ, ਕਿਤੇ ਬਾਹਰ ਹੈ? ਹੁਣ ਜੇ ਤੁਸੀਂ ਅੰਦਰ ਹੋ, ਪਰਮਾਤਮਾ ਵੀ ਅੰਦਰ ਹੈ, ਫਿਰ ਵੀ ਇੰਨੇ ਸਾਲਾਂ ਤੋਂ ਕੋਈ 30 ਸਾਲ ਦਾ ਹੋ ਗਿਆ, ਕੋਈ 35 ਸਾਲ ਦਾ ਹੋ ਗਿਆ, ਕੋਈ 70 ਸਾਲ ਦਾ ਹੋ ਗਿਆ, ਕੋਈ 18 ਦਾ ਹੋਏਗਾ, ਕੋਈ 22 ਦਾ ਹੋਏਗਾ, ਯਾਨੀ ਆਪਣੀ ਆਪਣੀ ਏਜ ਦੇ ਹਿਸਾਬ ਨਾਲ ਜਿੰਨੀ ਵੀ ਉਹਦੀ ਉਮਰ ਹੈ। ਉਹ ਕਮਾਲ ਦੀ ਗੱਲ ਹੈ, ਜਿਸ ਸਰੀਰ ਅੰਦਰ ਤੇਰੀ ਸੁਰਤੀ ਰਹਿੰਦੀ ਹੈ, ਆਤਮਾ ਰਹਿੰਦੀ ਹੈ, ਉਹਦੇ ਅੰਦਰ ਹੀ ਪਰਮਾਤਮਾ ਰਹਿੰਦਾ, ਔਰ ਹਾਲੇ ਤੱਕ ਇੱਕ ਵਾਰ ਵੀ ਉਹਨੂੰ ਮਿਲਿਆ ਨਹੀਂ। ਕਿੱਡੀ ਬੜੀ ਗੱਲ ਹੈ ਇਹ। ਇੱਡਾ ਬੜਾ ਕਿਹੜਾ ਕਰਮ ਤੂੰ ਕਰਕੇ ਬਹਿ ਗਿਆ ਕਿ ਜਿਹੜੀ ਤੇਰੀ ਉਹਨਾਂ ਮੁਲਾਕਾਤ ਹੋ ਹੀ ਨਹੀਂ ਰਹੀ। ਹੁਣ ਅਗਰ ਉਸਦੇ ਨਾਲ ਅੰਦਰ ਸਾਡੇ ਮੁਲਾਕਾਤ ਨਹੀਂ ਹੁੰਦੀ, ਜਿੱਦਾਂ ਕਹਿੰਦੇ ਨਾ ਇੱਕੋ ਹੀ ਘਰ ਵਿੱਚ ਵਸਦੇ ਆ ਨਹੀਂ ਹੁੰਦਾ ਵਿੱਚ ਪਰਦਾ, ਇੱਕ ਘਰ 'ਚ ਰਹਿੰਦੇ ਆ, ਪਰਦਾ ਨਹੀਂ ਹੋਣਾ ਚਾਹੀਦਾ, ਪਰ ਫਿਰ ਵੀ ਜੇ ਪਰਦਾ ਹੈ ਤਾਂ ਹੁਣ ਅਸੀਂ ਇਹੀ ਸਮਝਣਾ ਹੈ ਕਿ ਪਰਦਾ ਕਿਸ ਚੀਜ਼ ਦਾ ਹੈ, ਕਿਉਂਕਿ ਪ੍ਰਮਾਤਮਾ ਦੀ ਤਰਫੋਂ ਕੋਈ ਪਰਦੇ ਨਹੀਂ ਹੁੰਦੇ। ਜਦ ਵੀ ਪਰਦੇ ਖੜੇ ਕਰ ਦਿੰਦੇ ਆ ਤੇ ਇਨਸਾਨ ਦੇ ਆਪਣੇ ਹੀ ਕਰਮ ਖੜੇ ਕਰ ਦਿੰਦੇ ਪਰਦੇ। ਇਹ ਵਿਚਾਰ ਕਰਨਾ ਥੋੜਾ ਜਿਹਾ। ਇਸ ਲਈ ਤਾਂ ਹੀ ਕਿਹਾ, ਜੇ ਸਵਾਲ ਪੁੱਛਾਂਗੇ ਨਾ ਆਪਣੇ ਆਪ ਨੂੰ ਤਾਂ ਫੇਰ ਹੀ ਉਹਦਾ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕਰਾਂਗੇ। ਤਾਂ ਜੇ ਸਵਾਲ ਹੀ ਕਦੀ ਨਾ ਪੁੱਛੀਏ ਤਾਂ ਫਿਰ ਬੰਦਾ ਕਦੀ ਉਹਦਾ ਹੱਲ ਵੀ ਨਹੀਂ ਲੱਭਦਾ, ਜਵਾਬ ਵੀ ਨਹੀਂ ਲੱਭਦਾ, ਔਰ ਜੇ ਜਵਾਬ ਨਹੀਂ ਲੱਭੇਗਾ ਤਾਂ ਜਵਾਬ ਕਦੀ ਮਿਲਣਾ ਵੀ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਿਸ ਚੀਜ਼ ਦਾ ਬੰਦੇ ਨੂੰ ਸਵਾਲ ਪੁੱਛਿਆ ਜਾਂਦਾ ਹੈ, ਜੇ ਬੰਦੇ ਨੂੰ ਸਵਾਲ ਦਾ ਨਾ ਪਤਾ ਹੋਵੇ ਤਾਂ ਬੰਦਾ ਪੂਰੀ ਕੋਸ਼ਿਸ਼ ਕਰਦਾ ਹੈ ਕਿ ਇਹਦਾ ਜਵਾਬ, ਮੈਂ ਇਹ ਸਵਾਲ ਪੁੱਛ ਲਿਆ, ਹੁਣ ਇਹਦਾ ਜਵਾਬ ਮੈਂ ਤਲਾਸ਼ ਕਰਾਂ। ਔਰ ਇੱਥੇ ਇਹੀ ਸਵਾਲ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਕੀ ਕਾਰਨ ਹੈ ਕਿ ਤੁਸੀਂ ਵੀ ਅੰਦਰ ਹੋ, ਪਰਮਾਤਮਾ ਵੀ ਅੰਦਰ ਹੈ, ਪਰ ਇੱਕ ਵਾਰ ਵੀ ਤੁਹਾਡੀ ਮੁਲਾਕਾਤ ਨਹੀਂ ਹੋਈ। ਆਪਣੇ ਆਪ ਨੂੰ ਪੁੱਛੋ ਕਿ ਮੇਰੀ ਐਸੀ ਕਿਹੜੀ ਕਰਨੀ ਹੈ, ਮੇਰੇ ਐਸੇ ਕਿਹੜੇ ਕਰਮ ਹੈ ਜਿਹੜਾ ਮੈਨੂੰ ਮੇਰੇ ਰੱਬ ਨਾਲ ਮਿਲਣ ਨਹੀਂ ਦੇ ਰਹੇ, ਮੈਨੂੰ ਮੇਰੇ ਰੱਬ ਨਾਲ ਮੁਲਾਕਾਤ ਨਹੀਂ ਕਰਨ ਦੇ ਰਹੇ, ਔਰ ਮੈਂ ਕਿਹੜੇ ਉਹ ਗੁਣ ਆਪਣੇ ਅੰਦਰ ਪੈਦਾ ਕਰਾਂ, ਕਿਹੜੀਆਂ ਉਹ ਖੂਬੀਆਂ ਆਪਣੇ ਅੰਦਰ ਪੈਦਾ ਕਰਾਂ, ਕਿਹੜੀ ਉਹ ਚੀਜ਼ ਮੈਂ ਆਪਣੇ ਅੰਦਰ ਪੈਦਾ ਕਰਾਂ ਤਾਂ ਕਿ ਮੇਰੀ ਮੁਲਾਕਾਤ ਮੇਰੇ ਅੰਦਰ ਰਹਿਣ ਵਾਲੇ ਮੇਰੇ ਮਾਲਿਕ ਨਾਲ ਹੋ ਸਕੇ। ਮੈਂ ਐਸਾ ਕੀ ਕਰਾਂ? ਇਹ ਸਵਾਲ ਪੁੱਛੋ, ਕਿਉਂਕਿ ਜਦੋਂ ਇਹ ਸਵਾਲ ਪੁੱਛੋਗੇ ਤਾਂ ਫਿਰ ਕੋਸ਼ਿਸ਼ ਕਰੂੰਗੇ ਕਿ ਕੀ ਕਾਰਨ ਹੈ, ਉਹ ਕਿਹੜੀ ਚੀਜ਼ ਹੈ ਜੋ ਮੈਨੂੰ ਮੇਰੇ ਮਾਲਿਕ ਤੋਂ ਦੂਰ ਕਰਕੇ ਬੈਠੀ ਹੈ, ਔਰ ਉਹ ਕੀ ਮੈਂ ਐਸਾ ਕਰਾਂ ਜਿਹੜੀ ਮੈਨੂੰ ਮੇਰੇ ਮਾਲਿਕ ਨਾਲ ਜੋੜ ਦੇਵੇ। ਜਿੱਦਾਂ ਇੱਕ ਵਾਰ ਫਿਰ ਇਹੀ ਕਹਾਂਗੇ ਕਿ ਫਰਜ਼ ਕਰੋ ਤੁਹਾਡੇ ਔਰ ਤੁਹਾਡੇ ਪਿਆਰੇ ਦੇ ਦਰਮਿਆਨ ਇੱਕ ਪਰਦਾ ਹੈ। ਹੁਣ ਤੁਹਾਨੂੰ ਪਤਾ ਉਧਰ ਮੇਰਾ ਪਿਆਰਾ ਹੈ, ਇੱਧਰ ਮੈਂ ਆ। ਹੁਣ ਤੁਸੀਂ ਕਹਿਣਾ ਕੀ ਕਾਰਨ ਹੈ ਕਿ ਮੈਨੂੰ ਮੇਰੇ ਪਿਆਰੇ ਦਾ ਦਰਸ਼ਨ ਨਹੀਂ ਹੋ ਰਿਹਾ, ਮੈਂ ਉਹਨੂੰ ਦੇਖ ਨਹੀਂ ਪਾ ਰਿਹਾ, ਤਾਂ ਤੁਹਾਨੂੰ ਸਾਫ਼ ਹੈ ਕਿ ਗੱਬੇ ਕੋਈ ਨਾ ਕੋਈ ਇਹ ਪਰਦਾ ਹੈ। ਹੁਣ ਜੇ ਉਹਨੂੰ ਦੇਖਣਾ ਹੈ ਤਾਂ ਮੈਨੂੰ ਕੀ ਜ਼ਰੂਰਤ ਹੈ? ਇਹ ਪਰਦੇ ਨੂੰ ਦੱਸ ਦਿਓ, ਜਵਾਬ ਦੇ ਦਿਓ, ਹਟਾਉਣ ਦੀ। ਇਹ ਹਟ ਗਿਆ ਪਰਦਾ ਤਾਂ ਮੇਰਾ ਪਿਆਰਾ ਮੇਰੇ ਸਾਹਮਣੇ ਹੈ। ਬਸ ਇਹੀ ਅੰਦਰ ਪੁੱਛਣਾ ਹੈ ਕਿ ਜੇ ਹਾਲੇ ਤੱਕ ਮੇਰਾ ਪਿਆਰਾ, ਮੇਰਾ ਪ੍ਰਭੂ, ਉਹ ਮੇਰਾ ਮਾਲਿਕ ਮੈਨੂੰ ਨਹੀਂ ਅੰਦਰ ਨਜ਼ਰ ਆ ਰਿਹਾ ਤਾਂ ਉਹ ਕਿਹੜਾ ਪਰਦਾ ਹੈ, ਉਹ ਕਿਹੜੀ ਕਮੀ ਹੈ ਮੇਰੀ, ਉਹ ਕਿਹੜੀਆਂ ਮੇਰੇ ਅੰਦਰ ਬੁਰਾਈਆਂ ਹੈ ਜਿਹਦੇ ਕਰਕੇ ਹਾਲੇ ਤੱਕ ਮੁਲਾਕਾਤ ਨਹੀਂ ਹੋ ਰਹੀ। ਇਸ ਲਈ ਮੈਂ ਐਸਾ ਕੀ ਕਰਾਂ, ਐਸਾ ਕਿਹੜਾ ਕਰਮ ਕਰਾਂ, ਐਸਾ ਕਿਹੜਾ ਗੁਣ ਧਾਰਨ ਕਰਾਂ, ਐਸਾ ਕੀ ਮੈਂ ਆਪਣੇ ਜੀਵਨ 'ਚ ਅਪਣਾਵਾਂ ਤਾਂ ਕਿ ਮੇਰੀ ਮੁਲਾਕਾਤ
ਮੇਰੇ ਮਾਲਿਕ ਨਾ ਹੋ ਸਕੇ ਔਰ ਦਰਮਿਆਨ ਦੇ ਸਾਰੇ ਪਰਦੇ ਹਟ ਜਾਣ। ਇਹ ਸਮਝਣਾ ਜ਼ਰਾ ਸਾਰਿਆਂ ਨੇ, ਕਿਉਂਕਿ ਇਹੀ ਚੀਜ਼ ਸਮਝਣੀ ਹੈ। ਔਰ ਇਹੀ ਚੀਜ਼ ਇੱਥੇ ਬਾਬਾ ਫਰੀਦ ਆਪਣੀ ਬਾਣੀ 'ਚ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈ। ਬਾਬਾ ਫਰੀਦ ਇਹੀ ਗੱਲ ਕਰ ਰਹੇ ਹੈ। ਬਾਬਾ ਫਰੀਦ ਆਪਣੀ ਬਾਣੀ 'ਚ ਕਹਿੰਦੇ ਹੈ ਕਿ ਕਵਣ ਸੂ ਅੱਖਰ, ਕਵਣ ਗੁਣ, ਕਵਣ ਸੂ ਮਣੀਆਂ ਮੰਤ, ਕਵਣ ਸੂ ਭੇਸੂ ਹਉ ਕਰੀ ਜਿਤ ਬਸ ਆਵੇ ਕੰਤ। ਉਹ ਕਹਿੰਦੇ ਕੰਤ ਅੰਦਰ ਹੈ। ਕੰਤ ਯਾਨੀ ਉਹ ਮਾਲਿਕ, ਉਹ ਪ੍ਰਮਾਤਮਾ, ਉਹ ਪ੍ਰਭੂ ਮੇਰੇ ਅੰਦਰ ਹੈ। ਪਰ ਹਾਲੇ ਤੱਕ ਜੇ ਉਹਦੇ ਨਾਲ ਮੇਰੀ ਮੁਲਾਕਾਤ ਨਹੀਂ ਹੋਈ ਤਾਂ ਐ ਮੇਰੇ ਮਾਲਿਕ ਮੈਨੂੰ ਦੱਸ, ਮੈਨੂੰ ਸਮਝਾ, ਮੈਨੂੰ ਰਸਤਾ ਦਿਖਾ ਕਿ ਮੈਂ ਕਿਹੜਾ ਅੱਖਰ ਬੋਲਾਂ। ਜਰਾ ਗੌਰ ਕਰਨਾ, ਮੈਂ ਕਿਹੜਾ ਅੱਖਰ ਬੋਲਾਂ। ਕਵਣ ਸੂ ਅੱਖਰ ਔਰ ਕਵਣ ਗੁਣ, ਔਰ ਕਿਹੜੇ ਗੁਣ ਮੈਂ ਆਪਣੇ ਅੰਦਰ ਪੈਦਾ ਕਰਾਂ, ਔਰ ਕਿਹੜਾ ਭੇਸ਼ ਮੈਂ ਧਾਰਨ ਕਰਾਂ। ਇਹ ਜ਼ੁਬਾਨ ਤੋਂ ਮੈਂ ਕੀ ਐਸਾ ਬੋਲਾਂ ਤਾਂ ਕਿ ਮੇਰਾ ਕੰਤ ਯਾਨੀ ਮੇਰਾ ਪਿਆਰਾ ਮੈਨੂੰ ਮਿਲ ਜਾਵੇ, ਮੇਰੇ ਵੱਸ ਆ ਜਾਵੇ। ਵੱਸ ਦਾ ਮਤਲਬ ਹੁੰਦਾ ਉਹਦੇ ਨਾਲ ਮੁਲਾਕਾਤ ਹੋ ਜਾਵੇ। ਕੀ ਐਸਾ ਕਰਾਂ ਮੈਂ? ਇਸ ਲਈ ਸਮਝੋ, ਆਪਣੇ ਆਪ ਨੂੰ ਪੁੱਛਣਾ ਹੈ। ਕਿਉਂਕਿ ਇੱਕ ਗੱਲ ਯਾਦ ਰੱਖੋ, ਫਿਰ ਇੱਥੇ ਕਵਾਂਗੇ ਇਹ ਤੁਹਾਡੀਆਂ ਨਦਾਨੀਆਂ ਹੀ ਹੈ, ਇਹ ਤੁਹਾਡੀਆਂ ਕਮੀਆਂ ਹੀ ਹੈ ਜਿਸ ਕਰਕੇ ਤੁਸੀਂ ਆਪਣੇ ਕੰਤ ਤੋਂ ਜੁਦਾ ਹੋ ਕੇ ਬੈਠੇ ਹੋ। ਨਹੀਂ ਤਾਂ ਕੰਤ ਯਾਨੀ ਉਹ ਪ੍ਰਮਾਤਮਾ, ਉਹ ਪ੍ਰਭੂ, ਉਹਨੇ ਇਸ ਲਈ ਨਹੀਂ ਪੈਦਾ ਕੀਤਾ ਸੀ ਕਿ ਤੁਹਾਨੂੰ ਆਪਣੇ ਤੋਂ ਦੂਰ ਕਰਨਾ। ਕਿਉਂਕਿ ਜੇ ਦੂਰ ਕਰਨਾ ਹੁੰਦਾ ਤਾਂ ਫਿਰ ਉਹ ਆਪਣੇ ਪਿਆਰਿਆਂ ਨੂੰ ਨਾ ਭੇਜਦਾ, ਗੁਰੂਆਂ, ਰਹਿਬਰਾਂ, ਸੰਤਾਂ, ਫਕੀਰਾਂ ਨੂੰ ਨਾ ਭੇਜਦਾ ਕਿ ਇਹਨਾਂ ਨੂੰ ਜਾ ਕੇ ਸਿੱਧਾ ਰਸਤਾ ਦਿਖਾਓ। ਕਿਉਂਕਿ ਜਦੋਂ ਬੱਚਾ ਬਚਪਨ 'ਚ ਹੁੰਦਾ ਹੈ ਉਹ ਪ੍ਰਮਾਤਮਾ ਦਾ ਹੀ ਰੂਪ ਹੁੰਦਾ ਹੈ, ਉਸ ਆਨੰਦ ਦੇ ਨਾਲ ਹੀ ਜੁੜਿਆ ਹੁੰਦਾ ਹੈ। ਪਰ ਜਿੱਦਾਂ ਜਿੱਦਾਂ ਉੱਤੇ ਦੁਨੀਆ ਦਾ ਰੰਗ ਚੜ੍ਹਦਾ ਹੈ, ਔਰ ਖਾਸ ਕਰਕੇ ਜਿੱਦਾਂ ਜਿੱਦਾਂ ਉਹਦੇ ਅੰਦਰ ਕ੍ਰੋਧ, ਕਾਮ, ਵਿਸ਼ੇ, ਵਿਕਾਰ ਜਾਂ ਤੇਰੀ ਮੇਰੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਸਭ ਤੋਂ ਬੜੀ ਗੱਲ ਜਿਹੜੀ ਹੈ ਨਾ, ਜਿੱਦਾਂ ਜਿੱਦਾਂ ਉਹਦੇ ਅੰਦਰ ਦੂਜੇ ਨੂੰ ਦੋਸ਼ ਦੇਣ ਦੀ ਆਦਤ ਪੈਦਾ ਹੋ ਜਾਂਦੀ ਹੈ, ਉਹ ਪ੍ਰਮਾਤਮਾ ਤੋਂ ਦੂਰ ਹੁੰਦਾ ਚਲਾ ਜਾਂਦਾ ਹੈ। ਤੁਸੀਂ ਪੜ੍ਹਿਆ ਹੋਏਗਾ ਬਾਈਬਲ ਦੇ ਅੰਦਰ ਜਾਂ ਕੁਰਾਨ ਦੇ ਅੰਦਰ ਕਿ ਜਦੋਂ ਪ੍ਰਮਾਤਮਾ ਨੇ ਐਡਮ ਔਰ ਈਵ ਨੂੰ ਪੈਦਾ ਕੀਤਾ, ਯਾਨੀ ਆਦਮ ਔਰ ਹਵਾ ਨੂੰ, ਕਿਉਂਕਿ ਬਾਈਬਲ 'ਚ ਐਡਮ ਔਰ ਈਵ ਲਿਖਿਆ ਜਾਂਦਾ ਹੈ ਔਰ ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਜਾਂਦਾ ਹੈ ਆਦਮ ਔਰ ਹਵਾ। ਜਦੋਂ ਪ੍ਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਤਾਂ ਬਾਈਬਲ ਦੇ ਅੰਦਰ ਆਂਦਾ ਹੈ ਕਿ ਉਹਨਾਂ ਨੂੰ ਈਡਨ ਗਾਰਡਨ ਦੇ ਅੰਦਰ ਰੱਖਿਆ ਗਿਆ। ਈਡਨ ਗਾਰਡਨ ਯਾਨੀ ਸਵਰਗ ਦਾ ਬਾਗ, ਜਿੱਥੇ ਆਦਮ ਔਰ ਹਵਾ ਦੋਨੇ ਹੀ ਰਹਿੰਦੇ ਸੀ। ਔਰ ਫਿਰ ਪ੍ਰਮਾਤਮਾ ਨੇ ਉਹਨਾਂ ਨੂੰ ਕਿਹਾ ਇੱਥੇ ਤੁਸੀਂ ਜੋ ਮਰਜ਼ੀ ਖਾਓ ਪੀਓ, ਜਿੱਦਾਂ ਮਰਜ਼ੀ ਆਨੰਦ ਨਾਲ ਰਹੋ, ਕਿਉਂਕਿ ਇਹ ਸਭ ਕੁਝ ਮੈਂ ਤੁਹਾਡੇ ਵਾਸਤੇ ਪੈਦਾ ਕੀਤਾ ਹੈ। ਪਰ ਆਹ ਇੱਕ ਪੇੜ ਹੈ, ਇਹਦਾ ਫਲ ਨਹੀਂ ਤੁਸੀਂ ਖਾਣਾ, ਇਸ ਪੇੜ ਦੇ ਫਲ ਨੂੰ ਤੁਸੀਂ ਨਹੀਂ ਖਾਣਾ, ਉਹਨੇ ਮਨਾ ਕੀਤਾ। ਜਰਾ ਸਮਝਣਾ ਸਾਰਿਆਂ ਨੇ। ਪਰ ਫਿਰ ਕਹਿੰਦੇ ਵਕਤ ਆਇਆ। ਵਕਤ ਕੀ ਆਇਆ? ਕਿ ਜਦੋਂ ਪ੍ਰਮਾਤਮਾ ਨੇ ਇਨਸਾਨ ਨੂੰ ਬਣਾਇਆ ਸੀ, ਆਦਮ ਨੂੰ ਬਣਾਇਆ ਸੀ, ਆਪਣੀ ਰੂਹ ਉਹਦੇ ਅੰਦਰ ਫੂਕੀ ਸੀ, ਆਪਣੀ ਆਤਮਾ ਉਹਦੇ ਅੰਦਰ ਪ੍ਰਵੇਸ਼ ਕੀਤੀ, ਸ਼ਕਤੀ ਉਹਦੇ ਅੰਦਰ ਭਰੀ, ਤਾਂ ਆਦਮ ਦੇ ਅੰਦਰ ਜਦੋਂ ਜਾਨ ਆਈ ਤਾਂ ਪ੍ਰਮਾਤਮਾ ਨੇ ਫਰਿਸ਼ਤਿਆਂ ਨੂੰ ਕਿਹਾ ਇਹਨੂੰ ਮੱਥਾ ਟੇਕੋ, ਸਜਦਾ ਕਰੋ। ਤਾਂ ਸਾਰੇ ਫਰਿਸ਼ਤਿਆਂ ਨੇ ਸਜਦਾ ਕੀਤਾ, ਪਰ ਇਬਲੀਸ ਨੇ ਨਹੀਂ ਕੀਤਾ। ਇਬਲੀਸ ਜੋ ਸ਼ੈਤਾਨ ਸੀ, ਔਰ ਕਹਿੰਦੇ ਹੈ ਉਹ ਵੀ ਇੱਕ ਫਰਿਸ਼ਤਾ ਹੀ ਸੀ ਜੋ ਅੱਗ ਤੋਂ ਬਣਿਆ ਸੀ। ਪਰ ਜਿਸ ਵੇਲੇ ਉਹਨਾਂ ਆਪਣੇ ਰੱਬ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਰੱਬ ਨੇ ਉਹਨੂੰ ਮਲਊਨ ਕਹਿ ਦਿੱਤਾ ਕਿ ਤੂੰ ਸ਼ੈਤਾਨ ਹੈ, ਕਿਉਂਕਿ ਤੂੰ ਮੇਰੇ ਹੁਕਮ ਤੋਂ ਬਾਹਰ ਹੋ ਗਿਆ, ਇਸ ਲਈ ਹੁਣ ਮੈਂ ਤੈਨੂੰ ਸਜ਼ਾ ਦਊਂਗਾ। ਤਾਂ ਉਸ ਵੇਲੇ ਕਹਿੰਦੇ ਹੈ ਕਿ ਉਸ ਇਬਲੀਸ ਨੇ, ਉਸਨੇ ਕਈ ਹਜ਼ਾਰ ਸਾਲ, ਕਈ ਲੱਖ ਸਾਲ ਤਪੱਸਿਆ ਕੀਤੀ ਸੀ। ਉਹਨਾਂ ਕਿਹਾ ਪ੍ਰਮਾਤਮਾ ਮੈਨੂੰ ਇੰਨਾ ਕੁ ਮੌਕਾ ਦੇ ਕਿ ਜਦ ਤੱਕ ਕਿਆਮਤ ਨਹੀਂ ਆਂਦੀ, ਯਾਨੀ ਜੋ ਉੱਥੇ ਲਿਖਿਆ ਉਹ ਦੱਸ ਰਹੇ ਤੁਹਾਨੂੰ, ਅਸੀਂ ਥੋੜਾ ਕਲੀਅਰ ਕਰਨਾ ਚਾਹੁੰਦੇ ਹਾਂ ਅਸੀਂ ਕਿ ਜਦ ਤੱਕ ਕਿਆਮਤ ਨਹੀਂ ਆਂਦੀ ਮੈਨੂੰ ਮੌਕਾ ਦੇ। ਤਾਂ ਉਸ ਲਈ ਪ੍ਰਮਾਤਮਾ ਨੇ ਕਿਹਾ ਜਾ ਮੌਕਾ ਦਿੱਤਾ ਤੈਨੂੰ, ਕਰੇਗਾ ਕੀ ਤੂੰ? ਉਹ ਕਹਿੰਦਾ ਮੈਂ ਜਿੱਦਾਂ ਤੂੰ ਮੈਨੂੰ ਇਸ ਆਦਮ ਦੇ ਪਿੱਛੇ ਮਲੂਨ ਕਹਿ ਦਿੱਤਾ, ਪਾਪੀ ਕਹਿ ਦਿੱਤਾ, ਬੁਰਾ ਕਹਿ ਦਿੱਤਾ, ਮੈਂ ਆਪਣੀ ਸ਼ਕਤੀ ਨਾਲ ਇਹ ਆਦਮ ਨੂੰ ਇੰਨਾ ਬੁਰਾ ਬਣਾਣਾ ਕਿ ਆਦਮ ਕਦੀ ਤੇਰੇ ਤੱਕ ਪਹੁੰਚੇ ਹੀ ਨਾ। ਇਸ ਲਈ ਕਿਹਾ ਜਾਂਦਾ ਹੈ, ਕਹਾਣੀ ਕੀ ਆਈ ਕਿ ਜਿਸ ਵੇਲੇ ਇਹ ਗੱਲ ਸ਼ੈਤਾਨ ਨੇ ਕਹੀ ਤਾਂ ਪ੍ਰਮਾਤਮਾ ਨੇ ਕਿਹਾ ਫਿਕਰ ਨਾ ਕਰ, ਜਿਹੜਾ ਮੇਰਾ ਨਾਮ ਲੈਣ ਵਾਲਾ ਹੋਏਗਾ ਉੱਤੇ ਤੇਰਾ ਕੋਈ ਵਸ ਨਹੀਂ ਚਲੇਗਾ, ਜ਼ੋਰ ਨਹੀਂ ਚਲੇਗਾ। ਹੁਣ ਜਰਾ ਸਮਝਣਾ, ਐਸੀ ਵਿੱਚੋਂ ਮੇਨ ਪੁਆਇੰਟ ਤੇ ਆਣਾ ਹੈ
ਕਿ ਅਸੀਂ ਇੱਥੇ ਸਮਝਾਉਣਾ ਕੀ ਚਾਹੁੰਦੇ ਹਾਂ ਤੁਹਾਨੂੰ, ਕਿਉਂਕਿ ਸਾਡਾ ਕੁਰਾਨ ਸ਼ਰੀਫ ਨੂੰ ਜਾਂ ਪਵਿੱਤਰ ਬਾਈਬਲ ਨੂੰ ਦੇਖਣ ਦਾ ਆਪਣਾ ਹੀ ਨਜ਼ਰੀਆ ਹੁੰਦਾ ਹੈ। ਅਸੀਂ ਆਪਣੇ ਵਿੱਚੋਂ ਅਰਥ ਕੱਢੀਦੇ ਹੈ ਕਿ ਸਹੀ ਮਾਇਨਿਆਂ 'ਚ ਲਿਖਿਆ ਕੀ ਗਿਆ ਔਰ ਉਹਦੇ ਪਿੱਛੇ ਸਹੀ ਮਕਸਦ ਕੀ ਸੀ ਬੰਦੇ ਨੂੰ ਸਮਝਾਉਣ ਦਾ, ਪਰ ਉਹ ਸਹੀ ਮਕਸਦ ਨੂੰ ਕੋਈ ਵਿਰਲਾ ਹੀ ਸਮਝ ਪਾਉਂਦਾ ਹੈ। ਹੁਣ ਉਹ ਸਮਾਂ ਆ ਗਿਆ ਜਦੋਂ ਪਰਮਾਤਮਾ ਨੇ ਆਦਮ ਔਰ ਹਵਾ ਨੂੰ ਕਿਹਾ ਕਿ ਤੁਸੀਂ ਇਸ ਪੇੜ ਦੇ ਫਲ ਨੂੰ ਨਹੀਂ ਖਾਣਾ, ਪਰ ਕਹਿੰਦੇ ਉਹ ਸ਼ੈਤਾਨ ਸੱਪ ਦੇ ਮੂੰਹ 'ਚ ਬਹਿ ਕੇ ਉੱਥੇ ਪਹੁੰਚ ਗਿਆ ਜਿੱਥੇ ਹਵਾ ਸੀ, ਯਾਨੀ ਈਵ ਸੀ। ਈਵ ਨੂੰ ਉਹਨਾਂ ਜਾ ਕੇ ਕਿਹਾ ਕਿ ਉਹ ਪੇੜ ਦਾ ਫਲ ਖਾਓ ਕਿਉਂਕਿ ਗਿਆਨ ਦਾ ਬ੍ਰਿਕਸ਼ ਹੈ, ਉਹਦਾ ਫਲ ਖਾਣ ਦੇ ਨਾਲ ਤੁਸੀਂ ਅਮਰ ਹੋ ਜਾਓਗੇ, ਫਿਰ ਸਦਾ ਹੀ ਇੱਥੇ ਰਹੋਗੇ। ਹੁਣ ਈਵ ਨੇ ਜਾ ਕੇ, ਹਵਾ ਨੇ ਜਾ ਕੇ ਆਦਮ ਨੂੰ ਕਿਹਾ, ਆਦਮ ਤੇ ਪ੍ਰੈਸ਼ਰ ਪਾਇਆ ਕਿ ਉਹ ਫਲ ਖਾਈਏ। ਤਾਂ ਹੁਣ ਜਦੋਂ ਆਦਮ ਨੇ ਆਪਣੀ ਪਤਨੀ ਹਵਾ ਦੀ ਗੱਲ ਮੰਨ ਕੇ ਉਹ ਫਲ ਖਾਦਾ ਤਾਂ ਕਹਿੰਦੇ ਪ੍ਰਮਾਤਮਾ ਕ੍ਰੋਧਿਤ ਹੋ ਗਿਆ, ਕ੍ਰੋਧਿਤ ਹੋ ਗਿਆ ਕਿ ਤੁਸੀਂ ਇਹ ਫਲ ਕਿਉਂ ਖਾਦਾ, ਔਰ ਫਿਰ ਉਹਨਾਂ ਨੂੰ ਸਵਰਗ ਚੋਂ ਕੱਢ ਦਿੱਤਾ ਗਿਆ। ਕਿ ਇੱਕ ਫਲ ਖਾਣ ਨਾਲ ਪਰਮਾਤਮਾ ਇੰਨਾ ਨਾਰਾਜ਼ ਹੋ ਗਿਆ ਕਿ ਉਸ ਆਦਮ ਔਰ ਹਵਾ ਨੂੰ ਜਿਨ੍ਹਾਂ ਅੱਗੇ ਫਰਿਸ਼ਤਿਆਂ ਨੇ ਜਾਂ ਦੇਵਤਿਆਂ ਨੇ ਸਿਰ ਝੁਕਾਏ ਕੱਢ ਦਿੱਤਾ ਉੱਥੋਂ, ਜਾਂ ਕਾਰਨ ਕੋਈ ਹੋਰ ਸੀ। ਹੁਣ ਹਰ ਕੋਈ ਕਹੇਗਾ ਕਿ ਪਰਮਾਤਮਾ ਨੇ ਇਸ ਲਈ ਕੱਢਿਆ ਕਿਉਂਕਿ ਉਹਨਾਂ ਨੇ ਫਲ ਖਾਦਾ ਸੀ, ਗਿਆਨ ਦਾ ਫਲ ਉਹਨਾਂ ਨੇ ਖਾ ਲਿਆ। ਤਾਂ ਅਸੀਂ ਕਹਾਂਗੇ ਨਹੀਂ, ਉਹ ਪਰਮਾਤਮਾ ਸਿਰਫ ਗਿਆਨ ਦਾ ਫਲ ਖਾਣ ਤੇ ਨਹੀਂ ਆਦਮ ਔਰ ਹਵਾ ਨੂੰ ਉੱਥੋਂ ਕੱਢ ਸਕਦਾ, ਉਹਦੇ ਪਿੱਛੇ ਕਾਰਨ ਕੋਈ ਦੂਸਰਾ ਸੀ। ਬਸ ਉਹ ਦੂਸਰੇ ਕਾਰਨ ਨੂੰ ਕੋਈ ਨਹੀਂ ਸਮਝਿਆ, ਕਿਉਂਕਿ ਜਦੋਂ ਇਨਸਾਨ ਉਹ ਕਰਮ ਕਰਦਾ ਹੈ ਜੋ ਦੂਸਰਾ ਕਾਰਨ ਸੀ ਉਹਨੂੰ ਸਮਝ ਲੈਂਦਾ ਹੈ ਔਰ ਆਪਣੇ ਜੀਵਨ 'ਚ ਉਹ ਚੀਜ਼ ਨੂੰ ਦੂਰ ਕਰ ਦਿੰਦਾ ਹੈ, ਤਾਂ ਇਨਸਾਨ ਇਸ ਸੰਸਾਰ ਨੂੰ ਹੀ ਈਡਨ ਗਾਰਡਨ ਸਵਰਗ ਬਣਾ ਸਕਦਾ ਹੈ, ਅਗਰ ਉਹ ਕਾਰਨ ਨੂੰ ਅਸੀਂ ਸਮਝੀਏ। ਕਾਰਨ ਕੀ ਸੀ? ਹੁਣ ਕਾਰਨ ਦੱਸ ਦਈਏ ਤੁਹਾਨੂੰ, ਕਿਉਂਕਿ ਕੁਰਾਨ ਸ਼ਰੀਫ ਜਾਂ ਬਾਈਬਲ ਦੇ ਵਿੱਚ ਤਾਂ ਲਿਖਿਆ ਕਿ ਜਦੋਂ ਫਲ ਖਾ ਲਿਆ ਤਾਂ ਉਸ ਵੇਲੇ ਪਰਮਾਤਮਾ ਨਾਰਾਜ਼ ਹੋ ਗਿਆ ਕਿ ਤੁਸੀਂ ਇਹ ਗਿਆਨ ਦਾ ਫਲ ਕਿਉਂ ਖਾਦਾ, ਇਹ ਫਲ ਕਿਉਂ ਖਾਦਾ, ਨਿਕਲ ਜਾਓ ਇੱਥੋਂ, ਚਲੇ ਜਾਓ। ਤਾਂ ਅਸੀਂ ਕਹਾਂਗੇ ਕਿ ਸਧਾਰਨ ਪਿਤਾ ਵੀ ਕਦੀ ਇਹ ਨਹੀਂ ਕਹਿੰਦਾ ਕਿ ਮੇਰਾ ਬੱਚਾ ਮੂਰਖ ਰਵੇ, ਉਹ ਵੀ ਚਾਹੁੰਦਾ ਮੇਰਾ ਬੱਚਾ ਗਿਆਨਵਾਨ ਹੋਵੇ, ਸਮਝਦਾਰ ਹੋਵੇ। ਤਾਂ ਦੂਸਰੀ ਗੱਲ, ਇਹ ਪਰਮਾਤਮਾ ਨੇ ਉਹ ਫਲ ਕਰਕੇ ਹੀ ਕੱਢਣਾ ਸੀ, ਤਾਂ ਫਿਰ ਫਲ ਬਣਾਉਣਾ ਹੀ ਕਿਉਂ ਸੀ ਉੱਥੇ? ਕਿਉਂਕਿ ਫਲ ਪੈਦਾ ਕਿਹਨਾਂ ਕੀਤਾ? ਸੋਚਣ ਵਾਲੀ ਗੱਲ ਹੈ ਕਿ ਨਹੀਂ? ਹੁਣ ਫਰਜ਼ ਕਰੋ ਰੱਬ ਨੇ ਸਭ ਕੁਝ ਬਣਾਇਆ, ਇੱਕ ਬਾਗ ਤੁਸੀਂ ਬਣਾ ਲਿਆ, ਹੁਣ ਉਸ ਬਾਗ ਵਿੱਚ ਤੁਸੀਂ ਆਪਣੇ ਬੱਚੇ ਨੂੰ ਖੇਲਣ ਦਿੰਦੇ ਹੋ, ਔਰ ਤੁਹਾਨੂੰ ਇਹ ਵੀ ਪਤਾ ਕਿ ਜੇ ਬੱਚੇ ਨੇ ਆਹ ਫਲ ਖਾ ਲਿਆ ਤਾਂ ਇਹ ਬੱਚੇ ਦਾ ਨੁਕਸਾਨ ਹੋਏਗਾ। ਤਾਂ ਹੁਣ ਜੇ ਤੁਸੀਂ ਸਮਝਦੇ ਹੋ, ਤੁਸੀਂ ਕੀ ਕਰਨਾ? ਜਾਂ ਤਾਂ ਉਹ ਪੇੜ ਨੂੰ ਹੀ ਪੁੱਟ ਦੇਣਾ ਹੈ ਜਾਂ ਉਹ ਪੇੜ ਨੂੰ ਹੀ ਖਤਮ ਕਰ ਦੇਣਾ, ਕਿ ਜਿਹੜੀ ਚੀਜ਼ ਮੇਰੇ ਬੱਚੇ ਨੂੰ ਤਕਲੀਫ ਦੇਵੇ ਉਹ ਬਣਾਵੇਂ ਹੀ ਕਿਉਂ ਮੈਂ, ਇਹਨੂੰ ਪਹਿਲਾਂ ਚੱਕ ਕੇ ਪਾਸੇ ਕਰ ਦੇਵਾਂ। ਇਦਾਂ ਹੋਣੀ ਹੈ ਕਿ ਨਹੀਂ? ਤੁਸੀਂ ਆਪਣੇ ਬਾਗ 'ਚ ਕਦੀ ਉਹ ਚੀਜ਼ ਨਹੀਂ ਬਣਾਓਗੇ ਜਿਹਦੇ ਨਾਲ ਤੁਹਾਡੇ ਬੱਚਿਆਂ ਨੂੰ ਕੋਈ ਤਕਲੀਫ ਹੋਵੇ। ਇਹ ਬੜਾ ਗਹਿਰਾ ਪੁਆਇੰਟ ਹੈ। ਪਰ ਪਰਮਾਤਮਾ ਨੇ ਜੇ ਉਹ ਬਣਾਇਆ ਤੇ ਇਹਦਾ ਮਤਲਬ ਇਹ ਨਹੀਂ ਸੀ ਕਿ ਪਰਮਾਤਮਾ ਇਹ ਨਹੀਂ ਚਾਹੁੰਦਾ ਸੀ ਉਹ ਨਾ ਖਾਣ, ਉਹ ਚਾਹੁੰਦਾ ਸੀ ਖਾਣ, ਕੋਈ ਗੱਲ ਨਹੀਂ। ਪਰ ਫਿਰ ਖਾਣ ਦੇ ਬਾਵਜੂਦ ਉਹਨਾਂ ਨੂੰ ਸਵਰਗ ਚੋਂ ਕੱਢਿਆ ਕਿਉਂ ਗਿਆ? ਉਹ ਫਲ ਖਾਣ ਕਰਕੇ ਨਹੀਂ ਕੱਢਿਆ। ਸਮਝਦੇ ਹੋ ਕਿ ਨਹੀਂ? ਕਿਉਂਕਿ ਕੋਈ ਵੀ ਬਾਪ ਇਹ ਨਹੀਂ ਕਹੇਗਾ ਕਿ ਮੇਰਾ ਬੱਚਾ ਗਿਆਨ ਦਾ ਫਲ ਨਾ ਖਾਵੇ ਜਾਂ ਮੇਰਾ ਬੱਚਾ ਇਹ ਫਲ ਨਾ ਖਾਵੇ, ਅਮਰ ਹੋਵੇ। ਇੱਥੇ ਹੁਣ ਤੁਸੀਂ ਨਾਰਮਲ ਮਾਤਾ ਪਿਤਾ ਹੋ, ਜੇ ਤੁਹਾਡੇ ਬੱਚੇ ਨੂੰ ਬੁਖਾਰ ਹੋ ਜਾਵੇ ਤੁਸੀਂ ਰੱਬ ਨੂੰ ਕੀ ਕਹਿੰਦੇ ਹੋ? ਰੱਬਾ ਮੇਰੇ ਬੱਚੇ ਦੀ ਲੰਬੀ ਉਮਰ ਕਰ, ਕਹਿੰਦੇ ਹੋ ਕਿ ਨਹੀਂ? ਤਾਂ ਜੇ ਫਰਜ਼ ਕਰੋ ਇਦਾਂ ਦਾ ਫਲ ਸੀ ਕਿ ਬੰਦਾ ਖਾ ਕੇ ਅਮਰ ਹੋ ਜਾਂਦਾ, ਤਾਂ ਰੱਬ ਨੇ ਤਾਂ ਪਹਿਲਾਂ ਖਿਲਾਣਾ ਸੀ, ਭਾਈ ਆਹ ਖਾਓ, ਇਹਨੂੰ ਖਾ ਕੇ ਅਮਰ ਹੋਣਾ ਤੁਸੀਂ। ਇਹ ਥੋੜੀ ਕਹਿਣਾ ਸੀ ਇਹਨੂੰ ਨਾ ਖਾਓ, ਕਿਉਂਕਿ ਪਿਤਾ ਹੈ ਸਾਡਾ। ਜੇ ਉਹਨਾਂ ਸਾਨੂੰ ਬਣਾਇਆ ਹੈ ਤਾਂ ਉਹਨਾਂ ਉਹੀ ਚੀਜ਼ ਕਹਿਣੀ ਸੀ ਜਿਸ 'ਚ ਸਾਡਾ ਭਲਾ ਸੀ, ਫਾਇਦਾ ਸੀ। ਪਰ ਹੁਣ ਈਡਨ ਗਾਰਡਨ, ਸਵਰਗ ਦੇ ਬਾਗ ਚੋਂ ਆਦਮ ਹਵਾ ਨੂੰ ਕੱਢਿਆ ਕਿਉਂ ਗਿਆ? ਕਹਿੰਦੇ ਜਦੋਂ ਉਹਨਾਂ ਨੇ ਉਹ ਫਲ ਖਾਦਾ, ਜਦੋਂ ਉਹ ਫਲ ਖਾਦਾ ਤਾਂ ਉਸ ਵੇਲੇ ਪਰਮਾਤਮਾ ਨੂੰ ਪਤਾ ਲੱਗ ਗਿਆ ਕਿ ਮੇਰੇ ਬੱਚਿਆਂ ਨੇ ਫਲ ਖਾ ਲਿਆ। ਤਾਂ ਉਹਨਾਂ ਨੇ ਆਦਮ ਨੂੰ ਕਿਹਾ, ਆਦਮ ਤੈਨੂੰ ਤਾਂ ਮਨਾ ਕੀਤਾ ਸੀ, ਇਹ ਫਲ ਕਿਉਂ ਖਾਦਾ? ਹੁਣ ਜ਼ਰਾ ਸਮਝਣਾ, ਤੂੰ ਇਹ ਫਲ ਕਿਉਂ ਖਾਦਾ? ਤਾਂ ਹੁਣ ਕਾਰਨ ਕੀ ਸੀ? ਆਦਮ ਨੇ ਪਤਾ ਕੀ ਕਿਹਾ ਉੱਥੇ? ਐ ਪਰਮਾਤਮਾ, ਇਹ ਮੈਂ ਨਹੀਂ ਖਾਦਾ, ਇਹ ਮੇਰੀ ਪਤਨੀ ਨੇ ਜ਼ਬਰਦਸਤੀ ਖਿਲਾਇਆ ਮੈਨੂੰ, ਇਹਨਾਂ ਮੇਰੇ ਨਾਲ ਜ਼ਬਰਦਸਤੀ ਕੀਤੀ। ਤਾਂ ਪਰਮਾਤਮਾ ਨੇ ਹਵਾ ਨੂੰ ਪੁੱਛਿਆ, ਤੂੰ ਕਿਉਂ ਇਹਦੇ ਨਾਲ ਜ਼ਬਰਦਸਤੀ ਕੀਤੀ, ਤੂੰ ਕਿਉਂ ਉਹਨੂੰ ਖਿਲਾਇਆ? ਕਹਿੰਦੀ ਜੀ ਮੈਂ ਆਪ ਨਹੀਂ ਖਾਦਾ, ਮੈਨੂੰ ਤਾਂ ਸੱਪ ਨੇ ਕਿਹਾ ਸੀ, ਮੈਂ ਸੱਪ ਦੇ ਕਹਿਣ ਤੇ ਖਾਦਾ। ਸੱਪ ਨੂੰ ਪੁੱਛਿਆ ਤੂੰ ਕਿਉਂ ਕਿਹਾ? ਉਹ ਕਹਿੰਦਾ ਮਹਾਰਾਜ ਮੈਨੂੰ ਤਾਂ ਸ਼ੈਤਾਨ ਨੇ ਕਿਹਾ ਸੀ। ਬਸ ਉਸ ਵੇਲੇ ਹੁੰਦਾ ਕੀ ਹੈ, ਉਸ ਵੇਲੇ ਪਰਮਾਤਮਾ ਨੇ ਇੱਕ ਚੀਜ਼ ਪਕੜ ਲਈ ਕਿ ਹਾਲੇ ਸਵਰਗ 'ਚ ਰਹਿਣ ਦੇ ਲਾਇਕ ਨਹੀਂ ਹੈ, ਕੱਢੋ ਇਹਨਾਂ ਨੂੰ ਇੱਥੋਂ। ਕਾਰਨ ਸਮਝ ਆਇਆ ਕੀ ਸੀ? ਕਾਰਨ ਇਹ ਸੀ
ਕਿ ਜੇ ਆਦਮ ਉਸ ਵੇਲੇ ਕਹਿ ਦਿੰਦਾ ਕਿ ਠੀਕ ਹੈ ਮੇਰੇ ਮਾਲਿਕ, ਮੇਰੇ ਤੋਂ ਖਾ ਹੋ ਗਿਆ, ਮੈਨੂੰ ਮਾਫ ਕਰ ਦੇ, ਤਾਂ ਪਰਮਾਤਮਾ ਨੂੰ ਰਹਿਮਾਨ ਕਿਹਾ ਗਿਆ ਹੈ, ਕਿਰਪਾਲੂ ਕਿਹਾ ਗਿਆ ਹੈ, ਦਿਆਲ ਕਿਹਾ ਗਿਆ ਹੈ, ਰਹਿਮਤ ਦਾ ਸਾਗਰ ਕਿਹਾ ਗਿਆ ਹੈ। ਉਹਨਾਂ ਕਿਹਾ ਕੋਈ ਨਹੀਂ ਆਦਮ ਗਲਤੀ ਹੋ ਗਈ ਜਾਂ ਮਾਫ ਕੀਤਾ, ਪਰ ਉਹਨਾਂ ਕੀ ਕਿਹਾ, ਐ ਪ੍ਰਭੂ ਮੈਂ ਆਪਣੀ ਮਰਜ਼ੀ ਨਾਲ ਨਹੀਂ ਖਾਦਾ, ਇਹ ਤਾਂ ਉਹਨਾਂ ਖਿਲਾਇਆ। ਦੋਸ਼ ਕਿਹਨੂੰ ਦਿੱਤਾ? ਦੂਜੇ ਨੂੰ। ਹੁਣ ਇੱਥੇ ਵੀ ਕਈ ਵਾਰ ਤੁਸੀਂ ਦੇਖਦੇ ਹੋ ਨਾ, ਗਲਤੀ ਬੰਦਾ ਆਪ ਕਰ ਜਾਂਦਾ ਹੈ। ਕੋਈ ਸੱਜਣ ਮਿੱਤਰ ਐਸੇ ਹੁੰਦੇ ਆ ਕਿ ਜਿਹੜੇ ਘਰ ਜਾ ਕੇ ਕਹਿੰਦੇ, ਜਦੋਂ ਮਾਂ ਬਾਪ ਉਹ ਸ਼ਰਾਬ ਪੀਤੀ, ਨਹੀਂ ਮੈਂ ਨਹੀਂ ਪੀਤੀ, ਉਹ ਤਾਂ ਦੋਸਤ ਨਾਲ ਜ਼ਬਰਦਸਤੀ ਪਿਲਾ ਦਿੱਤੀ, ਕਹਿ ਦਿੰਦੇ ਆ ਕਿ ਨਹੀਂ। ਇਹਦਾ ਮਤਲਬ ਗਲਤੀ ਆਪਣੀ, ਤਾਂ ਦੋਸ਼। ਹੁਣ ਦੋਸਤ ਤੈਨੂੰ ਜ਼ਬਰਦਸਤੀ ਜ਼ਹਿਰ ਪਿਲਾਣਗੇ ਤਾਂ ਤੂੰ ਪੀ ਕੇ ਆ ਜਾਏਗਾ। ਜੇ ਕੋਈ ਦੋਸਤ ਕਹੇ ਲੈ ਭਾਈ ਆ ਜ਼ਹਿਰ ਦੀ ਸ਼ੀਸ਼ੀ ਆ, ਪੀ, ਆ ਚੂਹੇ ਮਾਰਨ ਵਾਲੀ ਦਵਾ ਪੀ ਲੈ, ਤਾਂ ਅਸੀਂ ਕਹਾਂਗੇ 10 ਦੋਸਤ ਫੜ ਕੇ ਵੀ ਤੁਹਾਡੀਆਂ ਲੱਤਾਂ ਵਾਹਾਂ ਮੂੰਹ 'ਚ ਪਾਣਗੇ ਨਾ, ਤਾਂ ਤੁਸੀਂ ਐਦਾਂ ਛੁਡਾ ਕੇ ਆਉਂਗੇ, ਔਰ ਅਗਲੀ ਵਾਰ ਨੂੰ ਕਹੋਗੇ ਤੁਹਾਡੀ ਮੇਰੀ ਯਾਰੀ ਖਤਮ ਹੋ, ਤੁਸੀਂ ਮੇਰੇ ਦੁਸ਼ਮਣ ਹੋ, ਜ਼ਹਿਰ ਪਾ ਰਹੇ ਹੋ ਮੇਰੇ ਮੂੰਹ 'ਚ। ਤਾਂ ਸ਼ਰਾਬ ਬਾਰੇ ਕਹਿ ਦਿੰਦੇ ਆ, ਜਾਂ ਨਸ਼ੇ ਬਾਰੇ ਕਹਿੰਦੇ ਉਹ ਤਾਂ ਦੋਸਤਾਂ ਨੇ ਜ਼ਬਰਦਸਤੀ ਕੀਤੀ, ਮੈਂ ਤਾਂ ਚਾਹੁੰਦਾ ਹੀ ਨਹੀਂ ਸੀ, ਬਿਨਾਂ ਚਾਹਤ ਤੋਂ ਕਿੱਦਾਂ ਤੁਹਾਨੂੰ ਖਿਲਾ ਦੇਣਗੇ। ਹੁਣ ਆਦਮ ਨੇ ਜਦੋਂ ਕਿਹਾ, ਆਪਣੀ ਗਲਤੀ ਨਹੀਂ ਮੰਨੀ। ਇਸ ਲਈ ਕਈ ਬੰਦਿਆਂ ਦੀ ਆਦਤ ਹੁੰਦੀ ਹੈ, ਇਹ ਕੰਨ ਖੋਲ ਕੇ ਸੁਣ ਲਓ, ਬੜੀ ਜ਼ਰੂਰੀ ਪੁਆਇੰਟ ਹੈ, ਬੜੇ ਜ਼ਰੂਰੀ ਪੁਆਇੰਟ ਹੈ, ਕਿ ਕਈ ਬੰਦਿਆਂ ਦੀ ਆਦਤ ਹੁੰਦੀ ਹੈ, ਉਹ ਗਲਤੀ ਆਪ ਕਰਦੇ ਹੈ ਤਾਂ ਦੋਸ਼ ਹਮੇਸ਼ਾ ਦੂਜਿਆਂ ਨੂੰ ਦਿੰਦੇ ਹੈ। ਜਿਹੜੇ ਦੂਜਿਆਂ ਨੂੰ ਦੋਸ਼ ਦਿੰਦੇ ਹੈ, ਉਹ ਪਰਮਾਤਮਾ ਦੇ ਬਾਗ 'ਚ, ਪਰਮਾਤਮਾ ਦੇ ਘਰ 'ਚ ਰਹਿਣ ਦੇ ਲਾਇਕ ਕਦੀ ਬਣਦੇ ਹੀ ਨਹੀਂ ਹੈ। ਇਸ ਲਈ ਹੁਣ ਜਦੋਂ ਆਦਮ ਨੇ ਦੋਸ਼ ਹਵਾ ਨੂੰ ਕਿਹਾ, ਈਵ ਨੂੰ ਦਿੱਤਾ, ਈਵ ਨੂੰ ਪੁੱਛਿਆ, ਹਵਾ ਨੂੰ ਪੁੱਛਿਆ ਤੂੰ, ਉਹਨਾਂ ਵੀ ਆਪਣੀ ਗਲਤੀ ਨਹੀਂ ਮੰਨੀ, ਉਹਨਾਂ ਕਿਤੇ ਦੋਸ਼ ਪਾ ਦਿੱਤਾ, ਇਹ ਤਾਂ ਸੱਪ ਨੇ ਕਿਹਾ ਸੀ ਮੈਨੂੰ। ਸੱਪ ਨੂੰ ਪੁੱਛਿਆ, ਸੱਪ ਨੇ ਕਿਹਾ ਸ਼ੈਤਾਨ ਨੇ ਕਿਹਾ ਸੀ। ਯਾਨੀ ਇੱਕ ਦੂਜੇ ਨੂੰ ਦੋਸ਼ ਦਿੰਦੇ ਚਲੇ ਗਏ। ਔਰ ਫਿਰ ਪਰਮਾਤਮਾ ਨੂੰ ਆਇਆ ਕਿ ਇੱਕ ਇਨਸਾਨ ਸਮਝਦਾਰ ਉਹ ਹੁੰਦਾ ਜਿਹੜਾ ਗਲਤੀ ਕਰਕੇ ਗਲਤੀ ਦਾ ਅਹਿਸਾਸ ਕਰਦਾ ਹੈ, ਮੰਨਦਾ ਹੈ ਔਰ ਮਾਫੀ ਮੰਗਦਾ ਹੈ। ਪਰ ਜਦੋਂ ਇਨਸਾਨ ਖੁਦ ਗਲਤੀ ਕਰਕੇ ਦੋਸ਼ ਦੂਜੇ ਨੂੰ ਦਿੰਦਾ ਹੈ, ਤਾਂ ਇਹਦਾ ਮਤਲਬ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਹੀ ਨਹੀਂ, ਇਹ ਆਪਣੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ। ਔਰ ਜਿਹੜਾ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ, ਜਿਹਨੂੰ ਗਲਤੀ ਦਾ ਅਹਿਸਾਸ ਨਹੀਂ, ਉਹ ਦੁਬਾਰਾ ਕਦੀ ਗਲਤੀ ਕਰਨ ਤੋਂ ਰੁਕੇਗਾ ਨਹੀਂ, ਉਹ ਫਿਰ ਕਰੇਗਾ, ਕਿਉਂਕਿ ਨਾ ਫਿਰ ਕੋਈ ਨਾ ਕੋਈ ਬਹਾਨਾ, ਉਹਦੇ ਕਰਕੇ ਹੋ ਗਿਆ, ਉਹਦੇ ਕਰਕੇ ਹੋ ਗਿਆ। ਔਰ ਜਦੋਂ ਤੱਕ ਅਸੀਂ ਦੋਸ਼ ਦੂਜਿਆਂ ਨੂੰ ਦਿੰਦੇ ਰਵਾਂਗੇ, ਉਦੋਂ ਤੱਕ ਗਲਤੀਆਂ ਵੀ ਅਸੀਂ ਕਰਦੇ ਚਲੇ ਜਾਵਾਂਗੇ, ਕਿਉਂਕਿ ਦੋਸ਼ ਦੂਜੇ ਨੂੰ ਦੇ ਰਹੇ ਤੇ ਇਹਦਾ ਮਤਲਬ ਦੂਜਾ ਜ਼ਿੰਮੇਵਾਰ ਹੈ, ਗਲਤੀ ਮੈਂ ਨਹੀਂ ਕੀਤੀ, ਤਾਂ ਦੂਜੇ ਤਾਂ ਫਿਰ ਸਦਾ ਹੀ ਜ਼ਿੰਮੇਵਾਰ ਰਹਿਣਗੇ। ਤਾਂ ਜਦੋਂ ਇਹ ਸਮਝ ਲਵਾਂਗੇ ਅਸੀਂ ਕਿ ਇਹਦੇ 'ਚ ਦੋਸ਼ ਮੇਰਾ ਹੈ, ਮੇਰੇ ਤੋਂ ਗਲਤੀ ਹੋ ਗਈ, ਤਾਂ ਮੈਂ ਮਾਫੀ ਮੰਗਾ ਕਿ ਪ੍ਰਭੂ ਦੁਬਾਰਾ ਨਹੀਂ ਹੁੰਦੀ, ਦੁਬਾਰਾ ਨਹੀਂ ਹੁੰਦੀ। ਤਾਂ ਫਿਰ ਪਰਮਾਤਮਾ ਨੇ ਕੀ ਕਹਿਣਾ ਹੈ? ਉਹਨਾਂ ਨੇ ਠੀਕ ਹੈ, ਮੇਰਾ ਬੱਚਾ, ਹੁਣ ਤੁਹਾਡਾ ਬੱਚਾ ਹੋਵੇ, ਕੋਈ ਗਲਤੀ ਕਰ ਲਵੇ, ਦੋਸ਼ ਕਿਸੇ ਦੂਜੇ ਨੂੰ ਦੇਵੇ, ਤਾਂ ਫਿਰ ਤੁਹਾਨੂੰ ਵੀ ਪਤਾ ਹੁੰਦਾ, ਇੰਨੇ ਤਾਂ ਸਮਝਦਾਰ ਤੁਸੀਂ ਵੀ ਹੁੰਦੇ, ਗਲਤੀ ਇਹ ਨਾ ਕੀਤੀ, ਦੋਸ਼ ਦੂਜੇ ਨੂੰ ਦੇ ਰਿਹਾ, ਇਹਦਾ ਮਤਲਬ ਕੀ ਹੈ ਕਿ ਇਹ ਸੁਧਰਨ ਨੂੰ ਤਿਆਰ ਨਹੀਂ ਹੈ। ਕਿਉਂਕਿ ਜਿਹੜਾ ਸੁਧਰਨ ਨੂੰ ਤਿਆਰ ਹੋਵੇ, ਉਹ ਹਮੇਸ਼ਾ ਆਪਣੀ ਗਲਤੀ ਨੂੰ ਮੰਨਦਾ ਵੀ ਹੈ ਔਰ ਫਿਰ ਵਾਅਦਾ ਵੀ ਕਰਦਾ ਦੁਬਾਰਾ ਮੈਂ ਨਹੀਂ ਕਰਦਾ। ਤਾਂ ਜਿਹੜਾ ਦੋਸ਼ ਹੀ ਦੂਜੇ ਨੂੰ ਦੇ ਦੇਵੇ, ਇਹਦਾ ਮਤਲਬ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਹੈ। ਇਸ ਲਈ ਜਦੋਂ ਤੱਕ ਪਰਮਾਤਮਾ ਵੀ ਕਹਿੰਦਾ ਹੈ ਕਿ ਤੂੰ ਜਦ ਤੱਕ ਦੂਜੇ ਨੂੰ ਦੋਸ਼ ਦੇਣ ਦੀ ਆਦਤ ਬਣਾਉਂਦਾ ਹੈ, ਤੇਰੀ ਮੁਲਾਕਾਤ ਮੇਰੇ ਨਾਲ ਕਦੀ ਹੋ ਹੀ ਨਹੀਂ ਸਕਦੀ। ਇਸ ਲਈ ਇਹ ਹੁਣ ਦੱਸ ਰਹੇ ਆ ਉਹ ਗੁਣ, ਉਹ ਖੂਬੀਆਂ, ਕਿਹੜੀਆਂ ਖੂਬੀਆਂ, ਕਿਹੜੇ ਗੁਣ ਆਪਣੇ ਜੀਵਨ 'ਚ ਅਪਣਾ ਕੇ ਤੁਸੀਂ ਉਹਦੇ ਨਾਲ ਮੁਲਾਕਾਤ ਕਰ ਸਕਦੇ ਹੋ, ਤਾਂ ਕਿਹੜੀਆਂ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਅਸੀਂ ਪਰਮਾਤਮਾ ਨੂੰ ਆਪਣਾ ਬਣਾ ਸਕਦੇ ਹਾਂ। ਕਿਉਂਕਿ ਬਾਬਾ ਫਰੀਦ ਕੀ ਕਹਿ ਰਹੇ ਹੈ? ਕਵਣ ਸੂ ਅੱਖਰ, ਕਿਹੜਾ ਅੱਖਰ? ਹੁਣ ਅੱਖਰ ਦੀ ਗੱਲ ਕੀ ਆਂਦੀ ਹੈ? ਜਦੋਂ ਅੱਖਰ ਦੀ ਗੱਲ ਆਂਦੀ ਹੈ ਤਾਂ ਹੁਣ ਜ਼ਰਾ ਗੌਰ ਕਰਨਾ। ਅੱਖਰ ਹੁਣ ਅਗਰ ਦੇਖਿਆ ਜਾਵੇ ਤਾਂ ਸਾਡੇ ਜਿੰਨਿਆਂ ਦੇ ਨਾਮ ਅੱਖਰਾਂ ਤੋਂ ਹੀ ਬਣਦੇ ਹੈ। ਤੁਸੀਂ ਲਿਖ ਸਕਦੇ ਹੋ ਨਾ ਇਹਨੂੰ, ਆਪਣਾ ਨਾਮ ਤੁਸੀਂ ਕਾਗਜ਼ ਤੇ ਬੜੀ ਆਸਾਨੀ ਨਾਲ ਲਿਖ ਸਕਦੇ ਹੋ, ਜਾਂ ਜੋ ਵੀ ਤੁਸੀਂ ਧਾਰਮਿਕ ਸ਼ਾਸਤਰਾਂ 'ਚ ਪੜ੍ਹਦੇ ਹੋ, ਅੱਖਰ ਹੀ ਤਾਂ ਹੈ ਜਿਨ੍ਹਾਂ ਦੇ ਜ਼ਰੀਏ ਸਾਨੂੰ ਗਿਆਨ ਮਿਲਦਾ ਹੈ, ਸਮਝ ਮਿਲਦੀ ਹੈ। ਔਰ ਅੱਖਰ ਅੱਛੇ ਵੀ ਹੈ ਔਰ ਅੱਖਰ ਬੁਰੇ ਵੀ ਹੈ, ਕਿਉਂਕਿ ਬਹੁਤ ਚੀਜ਼ਾਂ ਤੁਸੀਂ ਐਸੀਆਂ ਵੀ ਪੜ੍ਹ ਸਕਦੇ ਹੋ ਜੋ ਤੁਹਾਡਾ, ਜਿੱਦਾਂ ਸਮਝ ਲਓ ਇਹ ਮਾਈਂਡ ਹੈ ਜਿਹੜਾ, ਇਹ ਮਨ ਹੈ ਜਿਹੜਾ, ਬਹੁਤ ਚੀਜ਼ਾਂ ਤੁਸੀਂ ਐਸੀਆਂ ਪੜ੍ਹ ਸਕਦੇ ਹੋ ਜਿਹੜਾ ਤੁਹਾਡੇ ਮਨ ਨੂੰ ਬੁਰੇ ਪਾਸੇ ਲੈ ਕੇ ਜਾ ਸਕਦੀਆਂ ਹੈ, ਤੁਹਾਡੇ ਅੰਦਰ ਚਿੰਤਾ ਪੈਦਾ ਕਰ ਸਕਦੀਆਂ, ਤੁਹਾਡੇ ਅੰਦਰ ਡਰ ਪੈਦਾ ਕਰ ਸਕਦੀਆਂ। ਬਹੁਤ ਚੀਜ਼ਾਂ ਐਸੀਆਂ ਹੈ, ਤਾਂ ਬਹੁਤ ਚੀਜ਼ਾਂ ਐਸੀਆਂ ਹੈ ਕਿ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਡੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ, ਵਿਸ਼ਵਾਸ ਪੈਦਾ ਹੁੰਦਾ ਹੈ, ਆਪਣੇ ਮਾਲਿਕ ਦੇ ਪ੍ਰਤੀ ਯਕੀਨ ਪੈਦਾ ਹੁੰਦਾ ਹੈ, ਔਰ ਤੁਸੀਂ ਬੁਰਾਈਆਂ ਤੋਂ ਦੂਰ ਹੁੰਦੇ ਚਲੇ ਜਾਂਦੇ ਹੋ। ਇਸ ਲਈ ਇੱਥੇ ਬਾਬਾ ਫਰੀਦ ਕਹਿੰਦੇ ਹੋ ਕਿਹੜਾ ਅੱਖਰ? ਹੁਣ ਇਹ ਇਸ਼ਾਰਾ ਕੀ ਬਾਬਾ ਫਰੀਦ ਆਪਣੇ ਆਪ ਨੂੰ ਕਹਿ ਰਹੇ ਹੈ?
ਉਹ ਸਾਨੂੰ ਕਹਿ ਰਹੇ ਆ, ਸਾਨੂੰ ਸਮਝਾ ਰਹੇ ਆ ਕਿ ਐ ਪਿਆਰਿਆ, ਜੇ ਕੰਤ ਨੂੰ ਮਿਲਣਾ ਹੈ, ਉਹ ਪ੍ਰਮਾਤਮਾ ਨੂੰ ਪਾਣਾ ਹੈ, ਤਾਂ ਸਭ ਤੋਂ ਪਹਿਲਾਂ ਦੇ ਕਿ ਕਵਨ ਸੂ ਅੱਖਰ, ਕਿਹੜੇ ਅੱਖਰ ਮੈਂ ਬੋਲਾਂ, ਕਿਹੜੇ ਅੱਖਰ ਮੈਂ, ਕਿਉਂਕਿ ਜੋ ਤੁਸੀਂ ਬੋਲਦੇ ਹੋ ਨਾ, ਇਹ ਸ਼ਬਦ ਲਿਖੇ ਜਾਣ ਤਾਂ ਅੱਖਰ ਹੀ ਬਣਦੇ ਆ। ਹੁਣ ਤੁਸੀਂ ਕਿਸੇ ਨੂੰ ਕਹਿ ਦਿੰਦੇ ਹੋ ਮੈਂ ਤੇਰੇ ਨਾਲ ਨਫ਼ਰਤ ਕਰਦਾ ਆ, ਇਹਨੂੰ ਕਾਗਜ਼ ਤੇ ਲਿਖਿਆ ਜਾਵੇ ਤਾਂ ਅੱਖਰ ਹੀ ਹੈ ਨਾ। ਤੁਸੀਂ ਕਿਸੇ ਨੂੰ ਕਹਿੰਦੇ ਮੈਂ ਤੈਨੂੰ ਬਹੁਤ ਪਿਆਰ ਕਰਦਾ, ਕਾਗਜ਼ ਤੇ ਲਿਖਿਆ ਜਾਵੇ ਤਾਂ ਕੀ ਹੈ, ਇਹ ਅੱਖਰ ਹੈ। ਪਰ ਇਹਨਾਂ ਅੱਖਰਾਂ 'ਚ ਫਰਕ ਦੇਖੋ, ਮੈਂ ਤੈਨੂੰ ਨਫ਼ਰਤ ਕਰਦਾ ਹਾਂ, ਉਹ ਗੱਲ ਕਿੱਥੇ ਜਾਂਦੀ, ਤਾਂ ਮੈਂ ਤੈਨੂੰ ਪਿਆਰ ਕਰਦਾ, ਉਹ ਗੱਲ ਕਿੱਥੇ ਜਾਂਦੀ ਹੈ। ਹੈਗੇ ਅੱਖਰ ਹੀ, ਪਰ ਇਹਨਾਂ ਅੱਖਰਾਂ ਦਾ ਕਿੰਨਾ ਅਲੱਗ-ਅਲੱਗ ਪ੍ਰਭਾਵ ਹੈ, ਪ੍ਰਭਾਵ ਪੈਂਦਾ ਕਿ ਨਹੀਂ। ਹੁਣ ਤੁਸੀਂ ਕਿਸੇ ਨੂੰ ਕਾਗਜ਼ ਤੇ ਲਿਖ ਕੇ ਦੇ ਦਿਓ, ਗਾਲੀਆਂ ਕੱਢਦੇ ਹੋ, ਬੁਰਾ ਬੋਲਦੇ ਹੋ, ਉਹ ਕਾਗਜ਼ ਪੜ੍ਹ ਕੇ, ਉਹ ਚਿੱਠੀ ਪੜ੍ਹ ਕੇ ਉਹਦੇ ਅੰਦਰ ਅੱਗ ਲੱਗ ਜਾਣੀ ਹੈ। ਤਾਂ ਕਿਸੇ ਨੂੰ ਕਾਗਜ਼ ਤੇ ਤੁਸੀਂ ਉਹਦੀ ਤਾਰੀਫ ਲਿਖਦੇ ਹੋ, ਉਹਦੀ ਸਿਫਤ ਲਿਖਦੇ ਹੋ, ਤਾਂ ਉਹ ਕਾਗਜ਼ ਪੜ੍ਹ ਕੇ ਉਹਨੂੰ ਖੁਸ਼ੀ ਹੋ ਜਾਣੀ ਹੈ, ਤੁਹਾਡੇ ਨਾਲ ਪ੍ਰੇਮ ਵੱਧ ਸਕਦਾ ਹੈ ਉਹਦਾ, ਕਿ ਦੇਖੋ ਇਹਨਾਂ ਕਿੰਨਾ ਚੰਗਾ ਮੇਰੇ ਬਾਰੇ ਲਿਖਿਆ। ਹੁਣ ਅਖਬਾਰਾਂ 'ਚ ਕੀ ਹੁੰਦਾ ਹੈ, ਕਿਸੇ ਬਾਰੇ ਚੰਗੀ ਖਬਰ ਆ ਜਾਵੇ ਤਾਂ ਖੁਸ਼ ਹੁੰਦਾ ਪੜ੍ਹ ਕੇ, ਕਿਸੇ ਵਾਸਤੇ ਮਾੜੀ ਖਬਰ ਆ ਜਾਵੇ ਉਹ ਕਹਿੰਦਾ ਹੁਣ ਤਾਂ ਮੈਂ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਿਹਾ ਕਿਸੇ ਨੂੰ। ਹੈਗੇ ਤਾਂ ਅੱਖਰ ਹੀ ਉਹ, ਅਖਬਾਰ 'ਚ ਕੀ ਹੈ, ਅੱਖਰ ਹੀ ਹੈ। ਹੁਣ ਅੱਖਰ ਅੱਛੇ ਵੀ ਹੈ, ਅੱਖਰ ਬੁਰੇ ਵੀ ਹੈ। ਹੁਣ ਇਹ ਤੁਸੀਂ ਦੇਖਣਾ ਹੈ ਕਿ ਮੈਂ ਕਿਹੜੇ ਅੱਖਰਾਂ ਨਾਲ ਜੁੜਨਾ ਹੈ, ਮੈਂ ਕਿਹੜੇ ਅੱਖਰ ਪੜ੍ਹਨੇ ਹੈ, ਮੇਰੇ ਅੰਦਰ ਕਿਹੜੇ ਅਕਸ਼ਰ ਜਾ ਰਹੇ ਆ ਤਾਂ ਮੇਰੇ ਬਾਹਰ ਕਿਹੜੇ ਅਕਸ਼ਰ ਆ ਰਹੇ ਹੈ। ਇਹਦਾ ਧਿਆਨ ਰੱਖਣਾ ਥੋੜਾ ਜਿਹਾ, ਕਿਉਂਕਿ ਹਮੇਸ਼ਾ ਦੇਖਣ ਚ ਆਇਆ ਹੈ ਕਿ ਬੰਦਾ ਚਾਹੁੰਦਾ ਤਾਂ ਇਹ ਹੈ ਕਿ ਦੂਜੇ ਮੇਰੇ ਨਾਲ ਅੱਛਾ ਬੋਲਣ, ਪਰ ਆਪ ਕਦੀ ਦੂਜਿਆਂ ਨਾਲ ਅੱਛਾ ਬੋਲਣ ਦੀ ਬੰਦਾ ਕੋਸ਼ਿਸ਼ ਨਹੀਂ ਕਰਦਾ। ਚਾਹੁੰਦੇ ਆ ਕਿ ਦੂਜੇ ਮੇਰੀ ਰਿਸਪੈਕਟ ਕਰਨ, ਦੂਜੇ ਮੇਰੀ ਇੱਜ਼ਤ ਕਰਨ, ਪਰ ਆਪ ਦੂਜਿਆਂ ਨੂੰ ਰਿਸਪੈਕਟ ਦੇਣ ਨੂੰ, ਇੱਜ਼ਤ ਦੇਣ ਨੂੰ ਤਿਆਰ ਨਹੀਂ ਹੈ। ਹੁਣ ਇੱਥੇ ਇਹੀ ਚੀਜ਼ ਕਹਿੰਦੇ ਬਾਬਾ ਫਰੀਦ ਕਿ ਜੇ ਤੂੰ ਆਪਣੇ ਕੰਤ ਨਾਲ ਮੁਲਾਕਾਤ ਕਰਨੀ ਹੈ ਤਾਂ ਸਭ ਤੋਂ ਪਹਿਲਾਂ, ਜਿੱਦਾਂ ਅਸੀਂ ਤੁਹਾਨੂੰ ਸਵਾਲ ਕੀਤਾ ਕਿ ਆਪਣੇ ਆਪ ਨੂੰ ਪੁੱਛੋ ਉਹ ਕਿਹੜੀ ਚੀਜ਼ ਹੈ ਮੇਰੇ ਅੰਦਰ ਜੋ ਮੇਰੀ ਮੁਲਾਕਾਤ ਮੇਰੇ ਮਾਲਿਕ ਨਾਲ, ਮੇਰੇ ਰੱਬ ਨਾਲ ਨਹੀਂ ਹੋਣ ਦੇ ਰਹੀ। ਉਹ ਕੀ ਹੈ ਇਦਾਂ ਦਾ ਮੇਰੇ ਅੰਦਰ, ਕੀ ਹੈ ਮੇਰੇ ਅੰਦਰ ਇਦਾਂ ਦਾ। ਤਾਂ ਸਮਝ ਲਓ ਜ਼ਰਾ ਇਸ ਨੂੰ ਕਿ ਇਹ ਪੁਆਇੰਟ ਇੱਕ ਸਮਝਣਾ ਹੈ। ਪੁਆਇੰਟ ਤਾਂ ਬਹੁਤ ਹੈ, ਪਰ ਇੱਥੇ ਅਸੀਂ ਚੰਦ ਪੁਆਇੰਟ ਦੱਸਣੇ ਹੈ ਕਿ ਪਹਿਲੀ ਚੀਜ਼, ਦੂਜੇ ਨੂੰ ਦੋਸ਼ ਦੇਣ ਦੀ ਆਦਤ ਜਿਹਦੇ ਅੰਦਰ ਹੈ ਨਾ, ਇਹ ਉਹ ਕਮੀ ਹੈ ਜਿਹੜੀ ਤੁਹਾਡੀ ਮੁਲਾਕਾਤ ਪਰਮਾਤਮਾ ਨਾਲ ਨਹੀਂ ਹੋਣ ਦੇ ਰਹੀ। ਔਰ ਜੇ ਤੁਹਾਡੇ ਅੰਦਰ ਕਿਸੇ ਦੇ ਪ੍ਰਤੀ ਨਫ਼ਰਤ ਹੈ ਤਾਂ ਇਹ ਨਫ਼ਰਤ ਵੀ ਉਹ ਚੀਜ਼ ਹੈ, ਉਹ ਕਮੀ ਹੈ ਤੁਹਾਡੀ ਜਿਹੜੀ ਤੁਹਾਡੀ ਮੁਲਾਕਾਤ ਪਰਮਾਤਮਾ ਨਾਲ ਨਹੀਂ ਹੋਣ ਦੇ ਰਹੀ। ਜੇ ਤੁਹਾਡੇ ਅੰਦਰ ਸ਼ੰਕਾ ਹੈ, ਯਾਨੀ ਆਪਣੇ ਰੱਬ ਤੇ ਵਿਸ਼ਵਾਸ ਨਹੀਂ ਹੈ, ਆਪਣੇ ਰੱਬ ਤੇ ਭਰੋਸਾ ਨਹੀਂ ਹੈ, ਸ਼ੰਕਾ ਨਾਲ ਭਰੇ ਹੋਏ ਹੋ, ਤਾਂ ਇਹ ਐਸੀ ਚੀਜ਼ ਹੈ ਜਿਹੜੀ ਤੁਹਾਡੀ ਮੁਲਾਕਾਤ ਪਰਮਾਤਮਾ ਨਾਲ ਨਹੀਂ ਹੋਣ ਦੇ ਰਹੀ। ਜੇ ਤੁਸੀਂ ਮਜ਼ਾਕ 'ਚ ਵੀ ਕੁਝ ਐਸਾ ਕਰਦੇ ਹੋ, ਐਸਾ ਬੋਲਦੇ ਹੋ ਜਿਹਦੇ ਨਾਲ ਕਿਸੇ ਦੂਜੇ ਨੂੰ ਤਕਲੀਫ ਹੁੰਦੀ ਹੈ, ਤਾਂ ਇਹ ਉਹ ਚੀਜ਼ ਹੈ ਜਿਹੜੀ ਤੁਹਾਡੀ ਮੁਲਾਕਾਤ ਪਰਮਾਤਮਾ ਨਾਲ ਨਹੀਂ ਹੋਣ ਦੇ ਰਹੀ। ਸਮਝਦੇ ਹੋ ਕਿ ਨਹੀਂ? ਇਸ ਲਈ ਵਿਚਾਰ ਕਰਨਾ ਨਾ ਚੀਜ਼ਾਂ ਤੇ ਕਿ ਮੇਰੇ ਅੰਦਰ ਕੋਈ ਨਫ਼ਰਤ ਤਾਂ ਨਹੀਂ। ਤਾਂ ਹੀ ਤਾਂ ਹਜ਼ੂਰ ਗੌਸ ਪੀਰਾਂ ਨੇ ਪੀਰ ਜਨਾਬ ਦਸਤਗੀਰ ਰਹਿਮਤੁल्लाह ਅਲੈਹ ਉਹ ਕਹਿੰਦੇ ਸੀ ਕਿ ਮੇਰਾ ਤਾਲਿਬ ਜਿਹੜਾ ਹੋਏਗਾ ਨਾ, ਉਹ ਜਦੋਂ ਰਾਤ ਨੂੰ ਸੋਏਗਾ ਤਾਂ ਦਿਲ ਨੂੰ ਸਾਫ਼ ਕਰਕੇ ਸੋਏਗਾ, ਯਾਨੀ ਉਹਦੇ ਦਿਲ 'ਚ ਕਿਸੇ ਵਾਸਤੇ ਕੋਈ ਨਫ਼ਰਤ, ਕੋਈ ਬੁਰਾਈ, ਕੋਈ ਜਲਨ, ਕੋਈ ਹਸਦ, ਯਾਨੀ ਕਿਸੇ ਕਿਸਮ ਦੀ ਵੀ ਕੋਈ ਬੁਰੀ ਭਾਵਨਾ ਉਹਦੇ ਅੰਦਰ ਨਹੀਂ ਹੋਏਗੀ। ਜਿਹੜਾ ਦਿਲ ਸਾਫ਼ ਕਰਕੇ ਸੋਏਗਾ ਔਰ ਸਭ ਦੇ ਵਾਸਤੇ ਪ੍ਰੇਮ ਲੈ ਕੇ ਸੋਏਗਾ ਔਰ ਇਹ ਦੁਆ ਕਰਕੇ ਸੋਏਗਾ ਕਿ ਐ ਮਾਲਿਕ, ਐ ਪਰਮਾਤਮਾ, ਐ ਖੁਦਾ, ਸਭ ਤੇ ਕਿਰਪਾ ਕਰ, ਸਭ ਤੇ ਰਹਿਮਤ ਕਰ। ਕਹਿੰਦੇ ਇਹ ਹੈ ਮੇਰੇ ਤਾਲਿਬ ਦੀ ਨਿਸ਼ਾਨੀ। ਜਿਹਦੇ ਅੰਦਰ ਇਹ ਗੁਣ ਨਹੀਂ ਹੈ, ਉਹ ਰਾਤ ਨੂੰ ਸੌਂਦਾ ਹੈ ਤਾਂ ਉਹਦੇ ਅੰਦਰ ਕਿਸੇ ਦੇ ਪ੍ਰਤੀ ਨਫ਼ਰਤ ਹੈ, ਕਿਸੇ ਦੇ ਪ੍ਰਤੀ ਬੈਰ ਹੈ, ਜਾਂ ਉਹ ਕਿਸੇ ਦੇ ਪ੍ਰਤੀ ਹਸਦ, ਜਲਨ ਲੈ ਕੇ ਬੈਠਾ ਹੈ ਮਨ ਦੇ ਵਿੱਚ, ਜਾਂ ਕਿਸੇ ਦੇ ਪ੍ਰਤੀ ਬੁਰਾਈ ਲੈ ਕੇ ਆਪਣੇ ਮਨ 'ਚ ਬੈਠਾ ਹੈ, ਬੁਰੀ ਸੋਚ ਲੈ ਕੇ ਬੈਠਾ ਹੈ। ਤਾਂ ਜਿੰਨੇ ਮਰਜ਼ੀ ਮੇਰੇ ਚਿਰਾਗ ਜਗਾਈ ਜਾਵੇ, ਜਿੰਨਾ ਮਰਜ਼ੀ ਕਹੀ ਜਾਵੇ ਕਿ ਮੈਂ ਗੌਸ ਦਾ ਮੁਰੀਦ ਹਾਂ, ਨਹੀਂ, ਉਹ ਮੇਰਾ ਮੁਰੀਦ ਨਹੀਂ ਹੋ ਸਕਦਾ। ਹੁਣ ਇੱਕ ਫੁੱਲ ਤੁਹਾਡੇ ਮੂਹਰੇ ਰੱਖ ਦਿਓ ਔਰ ਕਹੋ ਇਹ ਗੁਲਾਬ ਦਾ ਫੁੱਲ ਹੈ, ਗੁਲਾਬ ਦਾ ਫੁੱਲ ਹੈ, ਤਾਂ ਹੁਣ ਜਿਹਨੂੰ ਗੁਲਾਬ ਦੀ ਸਮਝ ਹੁੰਦੀ ਨਾ, ਉਹਨਾਂ ਦੇਖ ਕੇ ਕਹਿਣਾ ਇਹ ਗੁਲਾਬ ਦਾ ਫੁੱਲ ਨਹੀਂ ਹੈ ਭਾਈ, ਗੁਲਾਬ ਦੀ ਰੰਗਤ ਤਾਂ ਗੁਲਾਬੀ ਹੁੰਦੀ, ਉਹਦੀ ਮਹਿਕ ਤਾਂ ਇਦਾਂ ਦੀ ਹੁੰਦੀ ਹੈ, ਇਹ ਪਤਾ ਨਹੀਂ ਕਿਹੜਾ ਫੁੱਲ ਚੱਕ ਕੇ ਲਿਆਂਦਾ ਤੂੰ। ਹੁਣ ਇਸੇ ਤਰ੍ਹਾਂ ਮੁਰੀਦ ਦੀ ਨਿਸ਼ਾਨੀ ਕੀ ਹੈ? ਇੱਕ ਪੀਰ ਦਾ ਮੁਰੀਦ, ਇੱਕ ਮੁਰਸ਼ਦ ਦਾ ਸੇਵਕ ਕੌਣ ਹੈ? ਜਿੱਦਾਂ ਕਬੀਰ ਸਾਹਿਬ ਵੀ ਆਪਣੀ ਬਾਣੀ 'ਚ ਕਹਿੰਦੇ ਹੈ, ਕਿਸੇ ਨੇ ਪੁੱਛਿਆ ਸੰਤ ਕਬੀਰ ਜੀ ਨੂੰ ਕਿ ਗੁਰਮੁਖ ਦੀ ਨਿਸ਼ਾਨੀ ਕੀ ਹੁੰਦੀ ਹੈ, ਕਿ ਗੁਰੂ ਕੋਲੋਂ ਨਾਮ ਲੈਣ ਨਾਲ ਹੀ ਗੁਰਮੁਖ ਬਣ ਜਾਂਦਾ ਹੈ ਬੰਦਾ, ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਗੁਰਮੁਖ ਬਣ ਜਾਂਦਾ ਹੈ। ਇੱਕ ਗੁਰਮੁਖ ਦੀ ਨਿਸ਼ਾਨੀ ਕੀ ਹੈ? ਤਾਂ ਕਬੀਰ ਸਾਹਿਬ ਨੇ ਕਿਹਾ ਨਿਸ਼ਾਨੀਆਂ ਤਾਂ ਬਹੁਤ ਹੁੰਦੀਆਂ, ਪਰ ਇੱਥੇ ਇੱਕ ਗੱਲ ਦੱਸ ਦਿੰਦੇ ਹਾਂ ਅਸੀਂ। ਉੱਥੇ ਕੀ ਕਿਹਾ ਕਬੀਰ ਸਾਹਿਬ ਨੇ ਕਿ ਉਲਟੇ ਸੁਲਟੇ ਬਚਨ ਕਾ ਜੋ ਨਾ ਮਾਨੇ ਦੁੱਖ, ਕਹੇ ਕਬੀਰ ਸੰਸਾਰ ਮੇ ਸੋ ਕਹੀਏ ਗੁਰਮੁਖ। ਕੀ ਕਹਿੰਦੇ ਕਬੀਰ ਸਾਹਿਬ ਕਿ ਕਿਹੜਾ ਗੁਰਮੁਖ ਹੈ? ਤੁਸੀਂ ਕਹਿਣਾ ਜੀ ਇਦਾਂ ਦਾ ਭੇਸ਼ ਬਣਾ ਲਿਆ ਤਾਂ ਗੁਰਮੁਖ ਹੋ ਗਿਆ। ਸਮਝਦੇ ਹੋ ਕਿ ਨਹੀਂ? ਗਲ 'ਚ ਮਾਲਾ ਪਾ ਲਈ, ਮੱਥੇ ਤਿਲਕ ਲਾ ਲਿਆ ਜਾਂ ਵਰਦੀ ਪਾ ਲਈ, ਗੁਰਮੁਖ ਹੋ ਗਿਆ।
ਲੈ ਵੀ ਇਹ ਗੁਰੂ ਵਾਲਾ ਹੈ। ਨਹੀਂ, ਇਹ ਬਾਹਰੀ ਭੇਸ਼ ਦੀ ਗੱਲ ਨਹੀਂ ਗੁਰੂ ਰਹਿਬਰ ਕਰ ਰਹੇ, ਸੰਤ ਕਰ ਰਹੇ। ਉਹ ਕਹਿੰਦੇ ਗੁਰਮੁਖ ਦੀ ਨਿਸ਼ਾਨੀ ਕੀ ਹੈ? ਤਾਂ ਕਬੀਰ ਸਾਹਿਬ, ਨਿਸ਼ਾਨੀਆਂ ਤਾਂ ਬਹੁਤ ਹੈ, ਪਰ ਸਭ ਤੋਂ ਬੜੀ ਨਿਸ਼ਾਨੀ ਕਿ ਉਲਟੇ ਸੁਲਟੇ ਬਚਨ ਕਾ ਜੋ ਨਾ ਮਾਨੇ ਦੁੱਖ, ਕਹੇ ਕਬੀਰ ਸੰਸਾਰ में ਸੋ ਕਹੀਏ ਗੁਰਮੁਖ। ਹੁਣ ਤੁਹਾਨੂੰ ਕੋਈ ਮਾੜਾ ਜਿਹਾ ਗਲਤ ਬੋਲ ਦੇਵੇ, ਤੁਹਾਨੂੰ ਦੁੱਖ ਲੱਗਦਾ ਹੈ, ਗੁੱਸਾ ਆਉਂਦਾ ਹੈ, ਤਾਂ ਇਹਦਾ ਮਤਲਬ ਹਾਲੇ ਤੱਕ ਤੁਸੀਂ ਗੁਰਮੁਖ। ਪਰ ਬੇਸ਼ੱਕ ਨਾਮਦਾਨ ਲੈ ਨੂੰ ਤੁਹਾਨੂੰ 30 ਸਾਲ ਹੋ ਗਏ, 50 ਸਾਲ ਹੋ ਗਏ, ਤੁਸੀਂ ਕਹੋ ਜੀ ਮੇਰੀ 70 ਸਾਲ ਦੀ ਉਮਰ ਹੈ ਔਰ ਮੈਂ 10 ਸਾਲ ਦੀ ਉਮਰ 'ਚ ਨਾਮਦਾਨ ਲੈ ਲਿਆ ਸੀ, 60 ਸਾਲ ਤੋਂ ਨਾਮ ਜਪ ਰਿਹਾ ਹਾਂ ਔਰ ਨਾਮ ਜਪ ਰਿਹਾ 2.5 ਘੰਟੇ ਜਾਂ ਸਾਰੀ ਸਾਰੀ ਰਾਤ, ਉਹ ਸਾਰਾ ਵਿਅਰਥ ਚਲਾ ਗਿਆ, ਕਿਉਂਕਿ ਹਾਲੇ ਤੱਕ ਤੁਸੀਂ ਗੁਰਮੁਖ ਹੋਏ ਹੀ ਨਹੀਂ। ਜੇ ਕਿਸੇ ਦੇ ਬੋਲ ਨਾਲ ਤੁਹਾਨੂੰ ਤਕਲੀਫ ਹੁੰਦੀ ਹੈ, ਕਿਸੇ ਦੇ ਬੋਲ ਨਾਲ ਤੁਹਾਨੂੰ ਗੁੱਸਾ ਆ ਜਾਂਦਾ ਹੈ, ਤਾਂ ਇਹਦਾ ਮਤਲਬ ਹਾਲੇ ਤੱਕ ਤੁਸੀਂ ਕੋਰੇ ਕਾਗਜ਼ੀ ਹੋ, ਕਾਗਜ਼ੀ ਫੁੱਲ ਹੋ, ਹਾਲੇ ਤੱਕ ਅਸਲੀ ਗੁਲਾਬ, ਅਸਲੀ ਗੁਰਮੁਖ ਤੁਸੀਂ ਬਣੇ ਹੀ ਨਹੀਂ ਹੋ। ਕਿਉਂਕਿ ਗੁਰਮੁਖ ਪਹਿਰਾਵੇ ਨਾਲ ਨਹੀਂ ਬਣਦਾ, ਬਾਹਰੋਂ ਦਿਖਾਵੇ ਨਾਲ ਨਹੀਂ ਬਣਦਾ। ਗੁਰਮੁਖ ਬਣਦਾ ਹੈ ਅੰਦਰੋਂ ਆਪਣੀ ਕਰਨੀ ਦੇ ਨਾਲ। ਤੁਹਾਡੀ ਕਰਨੀ ਕੀ ਹੈ? ਚੈੱਕ ਕਰਿਓ ਆਪਣੇ ਆਪ ਨੂੰ। ਜੇ ਮਾੜੀ ਮਾੜੀ ਗੱਲ ਤੇ ਕਿਸੇ ਦੇ ਬੋਲਣ ਨਾਲ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ, ਤੁਹਾਨੂੰ ਕ੍ਰੋਧ ਆ ਜਾਂਦਾ, ਗੁੱਸਾ ਆ ਜਾਂਦਾ ਹੈ, ਤਾਂ ਅਸੀਂ ਕਹਾਂਗੇ ਤੁਸੀਂ 24 ਘੰਟੇ ਵੀ ਗੁਰੂ ਦੇ ਲਾਗੇ ਰਹਿੰਦੇ ਹੋ ਨਾ, ਤਾਂ ਹਾਲੇ ਤੁਸੀਂ ਕਾਗਜ਼ੀ ਫੁੱਲ ਹੀ ਹੋ। ਹਾਲੇ ਅਸਲੀ ਗੁਲਾਬ, ਅਸਲੀ ਇਸ਼ਕ, ਅਸਲੀ ਮੁਹੱਬਤ, ਅਸਲੀ ਰੰਗ ਤੁਹਾਡੇ ਅੰਦਰ ਚੜਿਆ ਹੀ ਨਹੀਂ ਹੈ। ਉੱਥੇ ਆਪਣੇ ਆਪ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਕਦੋਂ ਤੱਕ, ਜੇ ਮੈਂ ਨਾਲ ਰਹਿ ਕੇ ਵੀ, ਕੋਲ ਰਹਿ ਕੇ ਵੀ ਗੁਰੂ ਦੇ ਨਾਮ ਨਾਲ ਜੁੜ ਕੇ ਵੀ ਨਾ ਸਿੱਖਿਆ, ਤਾਂ ਫਿਰ ਕਦੋਂ ਸਿੱਖਣਾ ਹੈ ਮੈਂ? ਕਦੋਂ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਮੈਂ? ਇਸ ਕਰਕੇ ਮਹਾਤਮਾ ਬੁੱਧ ਆਪਣੇ ਸੇਵਕਾਂ ਨੂੰ ਕਹਿੰਦੇ ਸੀ, ਇੱਕ ਸਵਾਲ ਪੁੱਛਦੇ ਸੀ ਕਿ ਫਰਜ਼ ਕਰੋ ਤੁਸੀਂ ਜਾ ਰਹੇ ਹੋ ਔਰ ਕੋਈ ਤੁਹਾਨੂੰ ਗਾਲੀ ਦਿੰਦਾ ਹੈ, ਤੁਸੀਂ ਕੀ ਕਰੋਗੇ? ਕੀ ਪੁੱਛਦੇ ਸੀ ਮਹਾਤਮਾ ਬੁੱਧ? ਤੁਸੀਂ ਜਾ ਰਹੇ ਹੋ ਔਰ ਕੋਈ ਤੁਹਾਨੂੰ ਅੱਗੇ ਆ ਕੇ ਗਾਲੀ ਦਿੰਦਾ, ਤੁਸੀਂ ਕੀ ਕਰੋਗੇ? ਇੱਕ ਕਹਿੰਦਾ ਜੀ ਮਹਾਰਾਜ ਅਸੀਂ ਚੁੱਪ ਰਹਿ ਕੇ ਚਲੇ ਜਾਵਾਂਗੇ। ਮਹਾਤਮਾ ਬੁੱਧ ਨੇ ਹੋਰ ਨੂੰ ਪੁੱਛਿਆ, ਕਹਿੰਦੇ ਤੂੰ ਦੱਸ ਬਈ। ਕਹਿੰਦਾ ਜੀ ਉਹਨਾਂ ਠੀਕ ਕਿਹਾ ਹੈ ਕਿ ਮੈਂ, ਜੇ ਕੋਈ ਮੈਨੂੰ ਗਾਲੀ ਦੇਗਾ, ਬੁਰਾ ਬੋਲੇਗਾ, ਮੈਂ ਚੁੱਪਚਾਪ ਚਲਾ ਜਾਊਂਗਾ ਉੱਥੋਂ, ਮੈਂ ਉਹਨੂੰ ਬੁਰਾ ਨਹੀਂ ਬੋਲੂੰਗਾ। ਮਹਾਤਮਾ ਬੁੱਧ ਨੇ ਮਹਾਕੇਸ਼ਪਿਆ ਨੂੰ ਦੇਖਿਆ। ਮਹਾਕੇਸ਼ਪਿਆ ਮਹਾਤਮਾ ਬੁੱਧ ਦੇ ਬੜੇ ਪ੍ਰੇਮੀ ਸੀ, ਯਾਨੀ ਬੜੇ ਨੇੜੇ ਸੀ, ਜਿਸਮਾਨੀ ਤੌਰ ਤੇ ਵੀ, ਰੂਹਾਨੀ ਤੌਰ ਤੇ ਵੀ, ਜਿੱਦਾਂ ਕਹਿੰਦਾ ਨਾ ਗੁਰੂ ਦੀ ਮੰਜ਼ਿਲ ਦੇ ਲਾਗੇ ਸੀ ਉਹ। ਮਹਾਤਮਾ ਬੁੱਧ ਨੇ ਮਹਾਕੇਸ਼ਪਿਆ ਨੂੰ ਪੁੱਛਿਆ, ਮਹਾਕੇਸ਼ਪਿਆ ਜੇ ਤੈਨੂੰ ਕੋਈ ਗਾਲੀ ਦੇਵੇ ਤੂੰ ਕੀ ਕਰੇਗਾ? ਤਾਂ ਮਹਾਕੇਸ਼ਪਿਆ ਨੇ ਕਿਹਾ ਮੈਂ ਦੋਨੇ ਹੱਥ ਜੋੜ ਕੇ ਉਹਨੂੰ ਧੰਨਵਾਦ ਦਊਂਗਾ ਕਿ ਸ਼ੁਕਰੀਆ। ਮਹਾਤਮਾ ਬੁੱਧ ਨੂੰ ਪਤਾ ਤਾਂ ਸੀ, ਪਰ ਫਿਰ ਉਹਨਾਂ ਨੇ ਪੁੱਛਿਆ ਸ਼ੁਕਰੀਆ ਕਿਉਂ? ਕੋਈ ਤੈਨੂੰ ਬੁਰਾ ਬੋਲੇ ਤੂੰ ਧੰਨਵਾਦ ਕਿਉਂ ਦਊਂਗਾ? ਕਹਿੰਦਾ ਜੀ ਮੈਂ ਉਹਨੂੰ ਇਸ ਲਈ ਧੰਨਵਾਦ ਦਊਂਗਾ ਕਿ ਤੇਰਾ ਸ਼ੁਕਰੀਆ, ਤੂੰ ਬੁਰਾ ਬੋਲਿਆ ਤਾਂ ਮੈਨੂੰ ਚੈੱਕ ਕਰਨ ਦਾ ਮੌਕਾ ਮਿਲ ਗਿਆ ਕਿ ਮੇਰੇ ਅੰਦਰ ਕ੍ਰੋਧ ਹੈ ਜਾਂ ਨਹੀਂ, ਮੈਂ ਗੁਰਮੁਖ ਹਾਂ ਜਾਂ ਹਲੇ ਬੇਮੁਖ ਹੀ ਹਾਂ। ਕਿਉਂਕਿ ਜਦ ਤੱਕ ਕੋਈ ਅੱਗਿਓਂ ਅੱਗ ਸੁੱਟੇਗਾ ਨਹੀਂ ਤਾਂ ਪਤਾ ਕਿੱਦਾਂ ਲੱਗੇਗਾ ਕਿ ਸਾਡੇ ਤੇ ਉਹਦਾ ਅਸਰ ਹੁੰਦਾ ਹੈ ਜਾਂ ਨਹੀਂ। ਹੁਣ ਤੁਸੀਂ ਸ਼ਾਂਤ ਹੋ ਕੇ ਬੈਠੇ ਹੋ, ਅਸੀਂ ਗੁਰਮੁਖ, ਅਸੀਂ ਗੁਰੂ ਵਾਲੇ। ਮੈਂ ਤਾਂ ਜੀ ਗੁਰੂ ਵਾਲਾ 10 ਸਾਲ ਹੋ ਗਏ, ਪਰ 11ਵੇਂ ਸਾਲ ਕੋਈ ਆਦਮੀ ਆ ਕੇ ਤੁਹਾਨੂੰ ਬੁਰਾ ਬੋਲ ਦਿੰਦਾ ਹੈ ਔਰ ਤੁਹਾਡੇ ਅੰਦਰ ਭਾਂਬੜ ਮੱਚ ਜਾਂਦਾ ਕ੍ਰੋਧ ਦਾ, ਤੇ ਇਹਦਾ ਮਤਲਬ 10 ਸਾਲ ਤੁਹਾਡੇ ਬੇਕਾਰ ਹੀ ਗਏ। ਕਿਉਂਕਿ ਕੋਈ ਚੈੱਕ ਕਰਨ ਵਾਲਾ ਆ ਗਿਆ, ਕੋਈ ਥਰਮੋਮੀਟਰ ਲਾ ਕੇ ਦੇਖਦਾ ਤਾਂ ਇੰਨੀ ਗਰਮੀ ਤੁਹਾਡੇ ਅੰਦਰ, ਤੇ ਇਹਦਾ ਮਤਲਬ ਹਾਲੇ ਤੱਕ ਤੁਸੀਂ ਬਾਹਰੋਂ ਹੀ ਦਿਖਾਵਾ ਕਰ ਰਹੇ ਹੋ, ਇਬਾਦਤ ਦਾ, ਬੰਦਗੀ ਦਾ, ਅੰਦਰ ਤਾਂ ਕੋਈ ਬਦਲਾਵ ਹੋਇਆ ਹੀ ਨਹੀਂ। ਪਰ ਜਦੋਂ ਕੋਈ ਆ ਕੇ ਤੁਹਾਨੂੰ ਛੇੜੇ, ਕੋਈ ਗਾਲੀ ਦੇਵੇ ਔਰ ਫਿਰ ਅੰਦਰੋਂ ਸ਼ਾਂਤ ਰਹੋ ਤੁਸੀਂ, ਤਾਂ ਫਿਰ ਪਤਾ ਲੱਗਦਾ ਕਿ ਉਹਨਾਂ ਚੈੱਕ ਕੀਤਾ ਤਾਂ ਤੁਸੀਂ ਗੁਰਮੁਖ ਦੀ ਕਸੌਟੀ ਤੇ ਖਰੇ ਉਤਰੇ। ਕਿਉਂਕਿ ਬਿਨਾਂ ਪਰਖਿਆਂ ਕਿੱਦਾਂ ਪਤਾ ਲੱਗੇਗਾ ਸੋਨਾ ਅਸਲੀ ਹੈ ਜਾਂ ਨਕਲੀ? ਮਹਾਤਮਾ ਬੁੱਧ ਬੜੇ ਖੁਸ਼ ਹੋਏ, ਕਹਿੰਦੇ ਸ਼ਾਬਾਸ਼ ਕਿ ਛੱਪਿਆ, ਇਹੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਗਾਲੀ ਸੁਣ ਕੇ ਚੁੱਪ ਰਹਿ ਕੇ ਤਾਂ ਉਹ ਵੀ ਚਲਾ ਜਾਏਗਾ ਜੋ ਕਮਜ਼ੋਰ ਹੋਏਗਾ। ਕੋਈ ਤਾਕਤਵਰ ਤੁਹਾਨੂੰ ਗਾਲੀ ਦੇਵੇ ਤੁਸੀਂ ਚੁੱਪ ਕਰਕੇ ਚੱਲ ਜਾਣਾ, ਪਤਾ ਕਿ ਇਹਦੇ ਨਾਲ ਪੰਗਾ ਲੈ ਲਿਆ ਜਾਂ ਇਹਦੇ ਨਾਲ ਝਗੜਾ ਮੋਹ ਲੈ ਲਿਆ ਤਾਂ ਨੁਕਸਾਨ ਮੇਰਾ ਆਪਣਾ ਹੀ ਹੈ, ਹੋ ਜਾਏਗਾ ਕਿ ਨਹੀਂ? ਹੁਣ ਚੁੱਪ ਕਰਕੇ ਤਾਂ ਬੰਦਾ ਉੱਥੇ ਵੀ ਚਲਾ ਜਾਂਦਾ ਜਿੱਥੇ ਪਤਾ ਕਿ ਇਹਦੀ ਤਾਕਤ ਮੇਰੇ ਤੋਂ ਜ਼ਿਆਦਾ ਹੈ। ਪਰ ਜਿਸ ਲਈ ਬੰਦਾ ਕਹਿੰਦਾ ਧੰਨਵਾਦ, ਇਸ ਲਈ ਤੁਹਾਨੂੰ ਕਹਾਂਗੇ ਜੇ ਵਾਕਈ ਤੁਸੀਂ ਗੁਰਮੁਖ ਹੋ ਨਾ, ਜਦੋਂ ਤੁਹਾਡੇ ਨਾਲ ਕੋਈ ਇਦਾਂ ਦਾ ਕੰਮ ਕਰਦਾ ਹੈ ਜਿਹਦੇ ਨਾਲ ਤੁਹਾਨੂੰ ਤਕਲੀਫ ਹੁੰਦੀ ਹੈ ਜਾਂ ਜਿਹਦੇ ਨਾਲ ਤੁਹਾਡਾ ਅੰਦਰ ਹੁੰਦਾ ਹੈ, ਤਾਂ ਇਹ ਕਹੋ ਕਿ ਧੰਨਵਾਦ, ਮੈਨੂੰ ਚੈੱਕ ਕਰਨ ਦਾ ਮੌਕਾ ਮਿਲ ਗਿਆ। ਤੇਰੇ ਕਹਿਣ ਨਾਲ ਹਾਲੇ ਵੀ ਮੈਨੂੰ ਗੁੱਸਾ ਆਉਂਦਾ ਹੈ ਤਾਂ ਇਹਦਾ ਮਤਲਬ ਹਾਲੇ ਮੈਨੂੰ ਆਪਣੀ ਸਫਾਈ ਕਰਨ ਦੀ ਜ਼ਰੂਰਤ ਹੈ। ਤੇਰੇ ਕਹਿਣ ਨਾਲ ਹਾਲੇ ਵੀ ਮੇਰੇ ਅੰਦਰ ਕ੍ਰੋਧ ਪੈਦਾ ਹੁੰਦਾ ਤਾਂ ਇਹਦਾ ਮਤਲਬ ਹਾਲੇ ਕ੍ਰੋਧ ਨੂੰ ਖਤਮ ਕਰਨਾ ਹੈ ਮੈਂ, ਹਾਲੇ ਕਮੀ ਮੇਰੇ ਅੰਦਰ ਮੌਜੂਦ ਹੈ। ਕਿਉਂਕਿ ਜਦ ਤੱਕ ਕੋਈ ਦੂਜਾ ਠੋਕੇਗਾ ਬਜਾਏਗਾ ਨਹੀਂ, ਪਤਾ ਕਿੱਦਾਂ ਲੱਗੇਗਾ ਭਾਂਡਾ ਕੱਚਾ ਜਾਂ ਪੱਕਾ? ਹੁਣ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਮੈਂ ਸ਼ਾਂਤ ਹਾਂ? ਕਿੱਦਾਂ ਕਹਿ ਸਕਦੇ ਹੋ? ਜੇ ਕੋਈ ਆ ਕੇ ਤੁਹਾਨੂੰ ਕਹਿ ਦੇਵੇ ਬੁਰਾ ਬੋਲ ਤਾਂ ਤੁਹਾਡੇ ਅੰਦਰ ਗੁੱਸੇ ਨਾਲ ਗਾਲੀਆਂ ਨਿਕਲਣ, ਤੇ ਇਹਦਾ ਮਤਲਬ ਮੈਂ ਉਨਾ ਚਿਰ ਹੀ ਸ਼ਾਂਤ ਹਾਂ ਜਿੰਨਾ ਚਿਰ ਮੈਨੂੰ ਕੋਈ ਛੇੜੇ ਨਾ। ਜਦੋਂ ਮੈਨੂੰ ਕੋਈ ਛੇੜੇਗਾ ਤਾਂ ਮੇਰੇ ਅੰਦਰ ਤਾਂ ਭਾਂਬੜ ਮਚਿਆ ਹੈ। ਹੁਣ ਮਜ਼ਾ ਤਾਂ ਇਹ ਹੈ ਨਾ ਕਿ ਪਤਾ ਅੰਦਰ ਭਾਂਬੜ ਮਚਿਆ ਤਾਂ ਇਦਾਂ ਦੀ ਮਿਹਨਤ ਕਰਾਂ,
ਇਦਾਂ ਦਾ ਮੈਂ ਬੰਦਗੀ ਨਾਲ ਜੁੜਾਂ, ਇਦਾਂ ਦੀ ਮੈਂ ਕੋਸ਼ਿਸ਼ ਕਰਾਂ ਕਿ ਅੰਦਰ ਮੇਰੇ ਇੰਨੀ ਸ਼ਾਂਤੀ ਆ ਜਾਵੇ ਕਿ ਕੋਈ ਜਿੰਨਾ ਮਰਜ਼ੀ ਆ ਕੇ ਛੇੜੇ, ਮੇਰੇ ਅੰਦਰੋਂ ਅੱਗ ਤਾਂ ਕੀ ਕੋਇਲਾ ਵੀ ਨਾ ਮਿਲੇ। ਸਮਝਦੇ ਹੋ ਕਿ ਨਹੀਂ? ਚੈੱਕ ਕਰੋ ਆਪਣੇ ਆਪ ਨੂੰ, ਕਿਉਂਕਿ ਅੱਜ ਇਹ ਸਮਝਣਾ ਜ਼ਰੂਰੀ ਹੈ ਕਿ ਸਾਡੀਆਂ ਕਿਹੜੀਆਂ ਕਮੀਆਂ ਹੈ ਜਿਨ੍ਹਾਂ ਸਾਨੂੰ ਪ੍ਰਮਾਤਮਾ ਤੋਂ ਜੁਦਾ ਕੀਤਾ ਹੈ। ਜੋ ਸਾਡੀ ਮੁਲਾਕਾਤ ਨਹੀਂ ਸਾਡੇ ਮਾਲਿਕ ਨਾਲ ਹੋਣ ਦੇ ਰਹੀ, ਉਹ ਕਿਹੜੀਆਂ ਕਮੀਆਂ ਸਾਡੇ ਅੰਦਰ? ਇਹੀ ਤਾਂ ਕਮੀਆਂ ਹੈ ਕਿ ਬਾਹਰੋਂ ਅਸੀਂ ਦਿਖਾਵਾ ਕਰ ਲੈਂਦੇ ਹਾਂ, ਬਾਹਰੋਂ ਅਸੀਂ ਬੜਾ ਰੌਲਾ ਪਾਉਂਦੇ ਹਾਂ, ਅਸੀਂ ਭਗਤ ਹਾਂ, ਅਸੀਂ ਪਿਆਰੇ ਹਾਂ, ਅਸੀਂ ਇਹ ਹਾਂ, ਅਸੀਂ ਬੋ ਹਾਂ, ਪਰ ਅੰਦਰ ਜੇ ਅੰਦਰ ਹੀ ਸਾਡੇ ਸ਼ਾਂਤੀ ਨਹੀਂ ਹੈ, ਅੰਦਰ ਹੀ ਸਾਡੇ ਆਨੰਦ ਨਹੀਂ ਹੈ, ਅੰਦਰ ਹੀ ਸਾਡੇ ਖੁਸ਼ੀ ਨਹੀਂ ਹੈ, ਬਾਹਰ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਜੇ ਅਸੀਂ ਅੰਦਰੋਂ ਸ਼ਾਂਤ ਹੈ, ਅੰਦਰੋਂ ਆਨੰਦਿਤ ਹੈ, ਅੰਦਰੋਂ ਖੁਸ਼ ਹਾਂ, ਤਾਂ ਇਹ ਹੈ ਅਸਲੀ ਖੁਸ਼ੀ, ਇਹ ਹੈ ਅਸਲੀ ਗੁਰਮੁਖ ਦਾ ਰੰਗ, ਇਹ ਹੈ ਅਸਲੀ ਗੁਰਮੁਖ ਦੇ ਗੁਣ। ਹੁਣ ਇੱਕ ਗੁਲਾਬ ਨੂੰ, ਹੁਣ ਆ ਗੁਲਾਬ ਦਾ ਫੁੱਲ ਹੈ, ਇਹ ਗੁਲਾਬ ਨੂੰ ਤੁਸੀਂ ਢੇਰ ਦੇ ਉੱਪਰ ਵੀ ਰੱਖ ਦੇਵੋ ਤਾਂ ਵੀ ਇਹਨੇ ਆਪਣੀ ਮਹਿਕ, ਢੇਰ ਯਾਨੀ ਗੋਬਰ ਦਾ ਢੇਰ, ਕੂੜੇ ਦਾ ਢੇਰ, ਉੱਤੇ ਵੀ ਰੱਖ ਦੋ, ਇਹਨਾਂ ਤਾਂ ਵੀ ਆਪਣੀ ਰੰਗਤ ਉੱਥੇ ਬੈਠੇ ਨੇ ਵੀ ਦੇਈ ਜਾਣੀ ਹੈ, ਇਹਨੇ ਤਾਂ ਵੀ ਆਪਣਾ ਹੀ ਖੁਸ਼ਬੂ ਉੱਦਾਂ ਹੀ ਦੇਈ ਜਾਣੀ ਜੋ ਉਹਦੇ ਅੰਦਰ ਹੈ। ਤਾਂ ਜੇ ਅਸੀਂ ਕਹੀਏ ਗੋਬਰ ਦੇ ਢੇਰ ਤੇ ਰੱਖਿਆ, ਚੋ ਗੋਬਰ ਦੀ ਸਮੈਲ ਆਉਣ ਲੱਗ ਪਈ, ਗੋਬਰ ਦੇ ਢੇਰ ਤੇ ਰੱਖਿਆ ਇਹਦਾ ਰੰਗ ਵੀ ਗੋਬਰ ਵਰਗਾ ਹੋ ਗਿਆ, ਤੇ ਇਹਦਾ ਮਤਲਬ ਫਿਰ ਅਸਲੀ ਫੁੱਲ ਹੈ ਹੀ ਨਹੀਂ। ਇਹ ਸਮਝ ਆ ਰਹੀ ਹੈ ਸਾਡੀ ਗੱਲ? इसलिए उल्टे सुलटे बचन का जो ना माने दुख, कहे कबीर संसार में सो कहिए गुरमुख। कबीर साहब कहते ओनू गुरमुख मनी या ओनू गुरमुख समझी जेड़ा हर बोल नू शांति नाल बर्दाश्त करे, जेड़ा हर हालात विच आनंदित रवे, शांत रवे, खुश रवे। तो जेड़ा माँ कुछ कह दे गुस्सा आ गया, भैन कुछ कह दे, भरा कुछ कह दे गुस्सा आ गया, या कोई सज्जन मित्र कुछ कह दे क्रोध आ गया, तो फिर कहते धन्यवाद कहो उन्होंने कि शुक्र है भाई तू एक ठोक के देखिया सी। हुण कोई डॉक्टर को जाते हो तुसी, डॉक्टर तुहाडे मूँह 'च थर्मामीटर लांदा, थर्मामीटर लाने तो बाद ही पता लगता है कि तुहाडा टैंपरेचर हाई है या लो है। समझदे हो कि नहीं? हुण जे डॉक्टर चैक करके तुहानूं दसे कि 102 है तेरा टैंपरेचर, उनको शुक्रिया धन्यवाद तुसी थर्मामीटर ला के दस दिता मैनूं कि इसलिए मेरा टैंपरेचर की है, जे तुसी ना दसदे तो शायद मैं इदां ही मर जांदा। धन्यवाद करना चाहिए कि नहीं उहदा? हुण जदों कोई तुहानूं बुरा बोल बोलदा भी कि थर्मामीटर ला रिहा तुहानूं चैक करने वास्ते कि तुहाडे क्रोध का लैवल की है, तुहाडे अंदर नफरत का लैवल की है, तुहाडे अंदर बुराई का लैवल की है। जे वो थर्मामीटर लांदा है बुरे शब्दों का, बुरे कर्मां का, फिर भी तुसी शांत रहिंदे हो, तो इहदा मतलब तुसी स्वस्थ हो, तंदुरुस्त हो, कि उहदे थर्मामीटर ने साबित कर दिता कि तुहाडे अंदर हुण कोई गर्मी है ही नहीं। जिद्दां डॉक्टर थर्मामीटर लावे पर जे टैंपरेचर ही वही 96 या 97 होवे तो फिर बंदा कहंदा नॉर्मल। समझदे हो कि नहीं? क्योंकि कहते ना 96, 97, 98 तक नॉर्मल है, फिर 99, 100, तो यह मतलब हुण थोड़ा 99, 100, यह मतलब हुण थोड़ा टैंपरेचर गिन सकते हैं असीं कि हुण एक एक पॉइंट वध रहा है टैंपरेचर का। इदां ही किसी बुरी गल तो जिन्ना तुहानूं गुस्सा आवे इहदा मतलब उन्ना ही तुहाडा टैंपरेचर हाई है। हाले तुसीं गुरमुख, जिद्दां बंदा कहंदा ना ये टैंपरेचर हाई है, हाले तुसीं स्वस्थ नहीं हो, हाले बीमार हो। इसी तरह ये टैंपरेचर हाई है क्रोध का, तो हाले तुसी गुरमुख नहीं हो, हाले मनमुख ही हो। हुण इहनूं टैंपरेचर नूं थल्ले लियाओ, जिद्दां जिद्दां थल्ले आएगा 97, 96 ते आ गए, हुण स्वस्थ हो तुसी, इदां हुण गुरमुख हो तुसी, क्योंकि हुण तेरा टैंपरेचर कंट्रोल च आ गया। समझ आ रही है? इसलिए चेक करो अपने आप नूं। और जिद्दां दस्सिया कि जे असीं किसी नाल नफरत लैके बैठे हाँ, जे असीं किसी के प्रति जलन लैके बैठे हाँ, जे असीं किसी के प्रति बुरी सोच लैके बैठे हाँ, किसी के प्रति बुरी भावना लैके बैठे हाँ, अंदर झूठ लैके बैठे हाँ, तो फिर समझ लो ये साडियां ओही कमियां है जिहड़ियां सानू परमात्मा नाल अंदरों मुलाकात नहीं करन दे रहीआं। हुण इन्हां कमियां नू असीं दूर करना है। किद्दां करना है? हुण बंदा कहे मैनू बुरा बोलण दी आदत है, वो जल्दी नहीं छुटती, तो असीं कहे ठीक है जे बुरा बोलने की आदत है जल्दी नहीं छुटती, तो तू ये भी कोशिश कर कि जे मेरे मूँहों बुरा निकल जाए तो हुण मैं एक गल जे बुरी बोली है तो 4 गल्लां अच्छियां भी करा। समझदे हो कि नहीं? मैं 4 गल्लां अच्छियां करा, क्योंकि जो एक दे बदले 4 अच्छियां करेगा तो हौली हौली तेरी आदत अच्छाई वाली बढ़ती चली जाएगी तो बुराई वाली घटती चली जाएगी। जिद्दां बंदा कहे ना एक बुरी इट रख हो गई, तो जे एक बुरी इट रख होई तो 4 अच्छियां रख। ਜਦੋਂ 4 ਇੱਟਾਂ अच्छाई ਦੀਆਂ ਹੋਣਗੀਆਂ, ਇੱਕ बुराई ਦੀ ਹੋਏਗੀ, ਤਾਂ ਮਹੀਨੇ ਬਾਅਦ ਜੇ ਫਰਜ਼ ਕਰ ਹਰ ਰੋਜ਼ ਵੀ ਤੇ ਤੋਂ 10 बुराइयां ਹੁੰਦੀਆਂ ਹੈ ਤਾਂ 10 बुराइयां ਜਿੱਥੇ ਇੱਕ ਇੱਟ ਰੱਖੀ ਹੈ ਉੱਥੇ 10 ਰੱਖ ਹੋ ਰਹੀਆਂ ਹੈ, ਤਾਂ ਜ਼ਰਾ ਸੋਚ ਤੇਰੀ ਕਿਹੜੀ ਇਮਾਰਤ ਜਲਦੀ ਬਣੇਗੀ, ਪਾਪ ਵਾਲੀ ਜਾਂ ਪੁੰਨ ਵਾਲੀ, बुराई वाली ਜਾਂ अच्छाई वाली?
ਹੁੰਦਾ ਕੀ ਹੈ, ਬੰਦਾ ਕਹਿੰਦਾ ਮੈਂ ਬੁਰਾ ਛੱਡਣਾ ਚਾਹੁੰਦਾ, ਬੁਰਾ ਰੋਕਣਾ ਚਾਹੁੰਦਾ ਹਾਂ, ਮੈਂ ਚਾਹੁੰਦਾ ਬੁਰਾ ਨਾ ਬੋਲਾਂ, ਬਸ ਉਹ ਤੇ ਹੀ ਜ਼ੋਰ ਦਿੰਦਾ ਹੈ। ਪਰ ਇਹ ਕਿਉਂ ਨਹੀਂ ਸੋਚਦਾ ਕਿ ਬੁਰਾ ਰੋਕਣ ਤੇ ਮੈਂ ਜ਼ੋਰ ਦਿੰਦਾ, ਬੁਰਾ ਕਰਨ ਤੇ ਜ਼ੋਰ ਕਿਉਂ ਨਹੀਂ ਦਿੰਦਾ? ਜਦੋਂ ਬੁਰਾ ਕਰਨ ਤੇ ਜ਼ੋਰ ਦੇਵਾਂਗੇ ਤਾਂ ਬੁਰਾਈ ਆਪਣੇ ਆਪ ਹੀ, ਇਹ ਗੱਲ ਯਾਦ ਰੱਖੋ ਹਮੇਸ਼ਾ। ਕਿਉਂਕਿ ਜਦੋਂ ਤੁਹਾਨੂੰ ਲੱਗੇ ਨਾ, ਫਰਜ਼ ਕਰੋ ਮੇਰੇ ਤੋਂ ਕਿਸੇ ਨਾਲ ਗੁੱਸੇ 'ਚ ਬੋਲ ਹੋ ਗਿਆ, ਹੁਣ ਮਨ 'ਚ ਸੋਚ ਲੈ ਇੱਥੇ ਤਾਂ ਬੋਲ ਹੋ ਗਿਆ, ਪਰ ਹੁਣ ਮੈਂ ਥੋੜੀ ਦੇਰ ਬਾਅਦ ਇਹਦੇ ਨਾਲ 4 ਗੱਲਾਂ ਅੱਛੀਆਂ ਜ਼ਰੂਰ ਕਰਨੀਆਂ ਹੈ, ਇਹਦੇ ਨਾਲ 4 ਗੱਲਾਂ ਪਿਆਰੀਆਂ ਜ਼ਰੂਰ ਕਰਨੀਆਂ ਹੈ, ਚਾਹੇ ਪਤਨੀ ਹੋਵੇ, ਪਤੀ ਹੋਵੇ, ਕੋਈ ਵੀ ਹੋਵੇ। ਤਾਂ ਜੇ ਉਹਦੇ ਨਾਲ ਨਹੀਂ ਕਰ ਪਾਉਂਦੇ, ਕਈ ਵਾਰ ਗੱਡੀ 'ਚ ਜਾਂਦੇ ਸੀ ਕਿਸੇ ਨੂੰ ਬੁਰਾ ਬੋਲ ਦਿੰਦੇ ਆ, ਉਹ ਚਲਾ ਗਿਆ, ਫਿਰ ਸਾਨੂੰ ਯਾਦ ਆਉਂਦਾ ਮੈਂ ਤਾਂ ਉਹਨਾਂ ਬੁਰਾ ਬੋਲਿਆ, ਨਹੀਂ ਬੋਲਣਾ ਚਾਹੀਦਾ ਸੀ। ਹੁਣ ਇਹ ਸੋਚੋ ਅੱਗੇ ਮੇਰੇ ਨਾਲ ਜੋ ਵੀ ਮਿਲੇਗਾ ਉਹਦੇ ਨਾਲ ਮੈਂ 4 ਗੱਲਾਂ ਜ਼ਰੂਰ ਅੱਛੀਆਂ ਬੋਲਣੀਆਂ ਹੈ, ਤਾਂ ਕਿ ਮੈਂ ਕਹਿ ਸਕਾਂ ਆਪਣਾ ਹਰਜਾਨਾ। ਜਿੱਦਾਂ ਬੰਦਾ ਕਹਿੰਦਾ ਚੋਰ ਨੇ ਚੋਰੀ ਕੀਤੀ ਤਾਂ ਸਜ਼ਾ ਵੀ ਪਾ ਲਈ, ਇਦਾਂ ਬਦਲਾਵ ਆਉਂਦਾ ਇਨਸਾਨ ਦੇ ਜੀਵਨ 'ਚ। ਜੇ ਬਦਲਣਾ ਚਾਹੁੰਦੇ ਹੋ ਤਾਂ ਇਦਾਂ ਕਿ ਜੇ ਮੈਂ ਇੱਕ ਵਾਰ ਬੁਰਾ ਬੋਲਿਆ ਹੈ ਤਾਂ ਜਿੱਦਾਂ ਦੱਸਿਆ 4 ਜਾਂ 5 ਵਾਰ ਮੈਂ ਅੱਛਾ ਕੁਛ ਨਾ ਕੁਛ ਜ਼ਰੂਰ ਬੋਲਣਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖੋ, ਕਿਉਂਕਿ ਕਿਸੇ ਵੀ ਚੀਜ਼ ਦੀ ਆਦਤ ਨੂੰ, ਜਿੱਦਾਂ ਅਸੀਂ ਕਹੀਏ ਮਨ ਨੂੰ ਅਸੀਂ ਕਿਤੇ ਜਾਣ ਤੋਂ ਨਹੀਂ ਰੋਕ ਸਕਦੇ, ਹਾਂ ਮਨ ਨੂੰ ਇਧਰੋਂ ਹਟਾ ਕੇ ਇੱਧਰ ਜ਼ਰੂਰ ਲਾ ਸਕਦੇ ਹਾਂ। ਜੇ ਕਹੀਏ ਮਨ ਜਾਵੇ ਹੀ ਨਾ ਕਿਤੇ, ਤਾਂ ਮਨ ਦਾ ਕੰਮ ਹੀ ਜਾਣਾ ਹੈ। ਜੇ ਸੋਚੀਏ ਇੱਧਰੋਂ ਰੁਕੇ, ਇੱਧਰੋਂ ਰੁਕੇ, ਹੁਣ ਫਰਜ਼ ਕਰੋ ਜੇ ਤੁਸੀਂ ਸੋਚੋ ਮੇਰੀ ਅੱਖਾਂ ਮੂਹਰੇ ਹਾਥੀ ਦੀ ਤਸਵੀਰ ਨਾ ਆਵੇ, ਹਾਥੀ ਦੀ ਤਸਵੀਰ ਨਾ ਆਵੇ, ਹਾਥੀ ਦੀ ਤਸਵੀਰ ਨਾ ਆਵੇ, ਅੱਖਾਂ ਬੰਦ ਕਰਕੇ ਸੋਚੋ ਤਾਂ ਤੁਹਾਡੇ ਮੂਹਰੇ ਕਿਹੜੀ ਤਸਵੀਰ ਆਣੀ ਹੈ? ਹਾਥੀ ਦੀ ਹੀ ਆਣੀ ਹੈ। ਹੁਣ ਤੁਸੀਂ ਕਹੋ ਹਾਥੀ ਨਹੀਂ ਦੇਖਣਾ, ਨਹੀਂ ਦੇਖਣਾ, ਮੈਂ ਰੋਕਦਾ ਇਹਦੇ ਵੱਲੋਂ, ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਹਾਥੀ ਆਣਾ ਹੈ। ਪਰ ਹੁਣ ਤੁਸੀਂ ਕਿੱਦਾਂ ਰੋਕ ਸਕਦੇ ਹੋ? ਤੁਸੀਂ ਸੋਚੋ ਕਿ ਹਾਥੀ ਦੀ ਤਰਫੋਂ ਰੋਕਣਾ ਨਹੀਂ ਹੈ, ਮੈਂ ਗੁਲਾਬ ਬਾਰੇ ਸੋਚਣਾ ਹੈ। ਹੁਣ ਗੁਲਾਬ ਬਾਰੇ ਸੋਚਣਾ ਸ਼ੁਰੂ ਕਰ ਦਿਓ। ਹੁਣ ਜਦੋਂ ਗੁਲਾਬ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਕੀ ਹੋਏਗਾ? ਅੱਖਾਂ ਮੂਹਰੇ ਗੁਲਾਬ ਦੀ ਤਸਵੀਰ ਆ ਜਾਏਗੀ, ਹਾਥੀ ਵਾਲਾ ਚੈਪਟਰ ਹੀ ਕਲੋਜ਼ ਹੋ ਗਿਆ। ਰੋਕਣ ਦੀ ਗੱਲ ਆਏਗੀ, ਰੋਕਣ ਦੀ ਗੱਲ ਆਏਗੀ ਤਾਂ ਕਦੇ ਨਹੀਂ ਰੁਕੇਗਾ, ਪਰ ਉਹਦੀ ਜਗ੍ਹਾ ਅੱਛਾ ਸੋਚਣ ਦੀ ਗੱਲ ਆਏਗੀ ਤਾਂ ਜ਼ਰੂਰ ਹੋਏਗਾ। ਸਮਝ ਆ ਰਹੀ ਹੈ ਸਾਡੀ ਗੱਲ? ਇਸ ਲਈ ਕਈ ਬੰਦੇ ਹੁੰਦੇ, ਮੈਂ ਬੁਰੇ ਨੂੰ ਛੱਡਣਾ ਹੈ, ਮੈਂ ਬੁਰੇ ਨੂੰ ਛੱਡਣਾ, ਪਰ ਮੇਰੇ ਤੋਂ ਬੁਰਾ ਛੁੱਟਦਾ ਨਹੀਂ ਹੈ, ਕਿਉਂਕਿ ਉਹਦਾ ਸਾਰਾ ਜ਼ੋਰ ਛੱਡਣ ਤੇ ਹੈ। ਹੁਣ ਇਹ ਗੱਲ ਕਰਕੇ ਬੁਰੇ ਨੂੰ ਛੱਡਣ ਤੇ ਜ਼ੋਰ ਨਾ ਦੇ, ਅੱਛੇ ਨੂੰ ਕਰਨ ਤੇ ਜ਼ੋਰ ਦੇ। ਮੈਂ ਅੱਛਾ ਕਰਨਾ ਹੈ, ਮੈਂ ਅੱਛਾ ਕਰਨਾ ਹੈ। ਜਦੋਂ ਬੁਰਾ ਛੱਡਣ ਦੀ ਬਜਾਏ ਅੱਛਾ ਕਰਨ ਤੇ ਜ਼ੋਰ ਦਿੱਤਾ, ਅੱਛਾ ਕਰਨਾ ਸ਼ੁਰੂ ਕਰ ਦਿੱਤਾ, ਤੂੰ ਆਪੇ ਅੱਛਾ ਹੋ ਗਿਆ। ਇੱਕ ਪੁਆਇੰਟ ਹੈ ਇਹ, ਇਹਨੂੰ ਪਕੜ ਲੈਣਾ। ਇਸ ਲਈ ਅੱਜ ਤੋਂ ਇਹ ਕੋਸ਼ਿਸ਼ ਕਰੋ ਕਿ ਜੇ ਮੇਰੇ ਅੰਦਰ ਕਮੀਆਂ ਹੈ ਜਿਹੜੀਆਂ ਮੇਰੀ ਮੁਲਾਕਾਤ ਪ੍ਰਭੂ ਨਾਲ ਨਹੀਂ ਹੋਣ ਦੇ ਰਹੀਆਂ, ਤਾਂ ਜਿਹਦਾ ਬਾਬਾ ਫਰੀਦ ਨੇ ਕਵਨ ਸੂ ਅੱਖਰ, ਉਹ ਕਿਹੜਾ ਅੱਖਰ ਬੋਲਾਂ, ਕਿਹੜਾ ਅੱਖਰ ਪੜਾਂ? ਹੁਣ ਚੈੱਕ ਕਰੋ ਕਿ ਜਿਹੜਾ ਅੱਖਰ ਮੈਂ ਬੋਲਦਾ ਹਾਂ, ਜੋ ਮੈਂ ਬੋਲਦਾ ਹਾਂ, ਜੋ ਮੈਂ ਪੜ੍ਹਦਾ ਹਾਂ, ਜੋ ਮੈਂ ਕਰਦਾ ਹਾਂ, ਕਿ ਇਹ ਉਹ ਅੱਖਰ ਹੈ ਜੋ ਮੇਰੇ ਕੰਤ ਨੂੰ, ਮੇਰੇ ਪ੍ਰਭੂ ਨੂੰ ਅੱਛੇ ਲੱਗਦੇ ਹੈ, ਜਾਂ ਉਹ ਹੈ ਜੋ ਮੈਨੂੰ ਮੇਰੇ ਕੰਤ ਤੋਂ, ਮੇਰੇ ਪ੍ਰਭੂ, ਮੇਰੇ ਪਿਆਰੇ ਤੋਂ ਦੂਰ ਲੈ ਕੇ ਜਾਣ ਵਾਲੇ? ਪੜ੍ਹਨ ਲੱਗੇ ਵੀ ਸੋਚਿਆ ਕਰੋ। ਹੁਣ ਫਰਜ਼ ਕਰੋ ਤੁਸੀਂ ਮੋਬਾਈਲ ਖੋਲਦੇ ਹੋ, ਫੇਸਬੁੱਕ ਤੇ ਮੈਸੇਜ ਆ ਗਿਆ, WhatsApp ਤੇ ਮੈਸੇਜ ਆ ਗਿਆ ਕੋਈ, ਕਿਉਂ ਮੈਂ ਮੈਸੇਜ ਪੜ੍ਹਨ 'ਚ 10 ਮਿੰਟ ਲਾ ਰਿਹਾ ਜਾਂ 5 ਮਿੰਟ ਲਾ ਰਿਹਾ, ਕਿ ਇਹ ਉਹ ਮੈਸੇਜ ਹੈ ਜੋ ਮੈਨੂੰ ਕੋਈ ਗਿਆਨ ਦਿੰਦੇ ਹੈ, ਕੋਈ ਮੇਰੇ ਪ੍ਰਭੂ ਨਾਲ ਜੋੜਦੇ ਹੈ, ਜਾਂ ਉਹ ਮੈਸੇਜ ਹੈ ਜੋ ਮੇਰੇ ਅੰਦਰ ਵਿਸ਼ੇ ਵਿਕਾਰ ਵਾਸਨਾਵਾਂ ਨੂੰ ਪੈਦਾ ਕਰਦੇ ਹੈ? ਜੇ ਵਾਸਨਾਵਾਂ ਵਾਲੇ ਆ ਤਾਂ ਉਹਨੂੰ ਉੱਤੇ ਡਿਲੀਟ ਕਰ ਦਿਓ, ਇਹਨੂੰ ਰੱਖਣਾ ਹੀ ਨਹੀਂ ਹੈ। ਜੇ ਕੋਈ ਉਹ ਗਿਆਨ ਦੀ ਗੱਲ ਹੈ, ਹਾਂ ਇਹਨੂੰ ਪੜ੍ਹ ਕੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਮੈਨੂੰ ਨੇਕ ਰਸਤਾ ਦਿਖਾ ਰਹੇ ਹੈ, ਨੇਕ ਰਸਤੇ ਤੋਰ ਰਹੇ, ਇਹਨੂੰ ਰੱਖਾਂ ਮੈਂ, ਇਹ ਅੱਖਰ ਪੜ੍ਹਾਂ ਮੈਂ, ਕਿਉਂਕਿ ਇਹ ਅੱਖਰ ਉਹ ਹੈ ਜੋ ਮੈਨੂੰ ਮੇਰੇ ਕੰਤ ਦੇ, ਮੇਰੇ ਪ੍ਰਭੂ ਦੇ ਨੇੜੇ ਲੈ ਕੇ ਜਾਣਗੇ। ਹੁਣ ਕਈ ਵਾਰ ਤੁਸੀਂ ਦੇਖਦੇ ਹੋ ਨਾ, ਕਈ ਐਸੇ ਵੀ ਹੁੰਦੇ ਹੈ ਕਿ ਬਾਹਰੋਂ ਧਾਰਮਿਕ ਕੋਈ ਕਿਤਾਬ ਹੋਏਗੀ ਤਾਂ ਅੰਦਰ ਉਹਨੇ ਰੱਖਿਆ ਹੀ ਕੁਝ ਹੋਰ ਹੋਏਗਾ, ਅੰਦਰ ਕਿਤਾਬਾਂ ਹੀ ਕੁਝ ਹੋਰ ਨਿਕਲਣਗੀਆਂ। ਪਹਿਲੇ ਦੇ ਸਮੇਂ ਦੀ ਗੱਲ ਹੈ, ਅੱਜ ਕੱਲ੍ਹ ਤਾਂ ਮੋਬਾਈਲਾਂ ਤੇ ਸਭ ਕੁਝ ਚੱਲਦਾ ਹੈ। ਸੋ ਪੜ੍ਹਨ ਲੱਗੇ ਦੇਖੋ, ਸੁਣਨ ਲੱਗੇ ਦੇਖੋ, ਮੈਂ ਕਿਹੜੇ ਅੱਖਰ ਆਪਣੇ ਅੰਦਰ ਪਾ ਰਿਹਾ, ਅੱਛੇ ਜਾਂ ਬੁਰੇ, ਮੈਂ ਕਿਹੜੇ ਅੱਖਰ ਪੜ੍ਹ ਰਿਹਾ, ਅੱਛੇ ਜਾਂ ਬੁਰੇ। ਇਸ ਲਈ ਕਵਣ ਸੂ ਅੱਖਰ, ਕਵਣ ਗੁਣ, ਔਰ ਕਿਹੜੇ ਗੁਣ ਮੈਂ ਆਪਣੇ ਅੰਦਰ ਪੈਦਾ ਕਰਾਂ, ਕਿਹੜੀਆਂ ਖੂਬੀਆਂ ਮੈਂ ਆਪਣੇ ਅੰਦਰ ਪੈਦਾ ਕਰਾਂ। ਕਵਣ ਸੂ ਅੱਖਰ, ਕਵਣ ਗੁਣ, ਕਵਣ ਮਣੀਆਂ ਮੰਤ, ਔਰ ਕਿਹੜੇ ਮੈਂ ਸ਼ਬਦ ਬੋਲਾਂ, ਕਿਹੜੇ ਮੈਂ ਮੰਤਰ ਬੋਲਾਂ, ਕਿ ਕਿਹੜਾ ਭੇਸ਼ ਮੈਂ ਧਾਰਨ ਕਰਾਂ, ਜੋ ਬਸ ਆਵੇ, ਜਿਤ ਬਸ ਆਵੇ ਕੰਤ। ਕਿ ਕਿੱਦਾਂ ਮੇਰਾ ਕੰਤ ਆ ਸਕਦਾ ਬਸ 'ਚ? ਤਾਂ ਫਿਰ ਅਗਲੀ ਲਾਈਨ 'ਚ ਬਾਬਾ ਫਰੀਦ ਜਵਾਬ ਵੀ ਦਿੰਦੇ ਆ ਅਗਲੇ ਸ਼ਲੋਕ 'ਚ, ਕਿ ਨਿਵਣ ਸੂ ਅੱਖਰ, ਖਵਣ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਪੇਸ਼ ਕਰ, ਤਾਂ ਬਸ ਆਵੇ ਕੰਤ। ਹੁਣ ਦੇਖੋ ਅੱਖਰ ਕਿਹੜਾ ਬੋਲ ਰਿਹਾ ਬਾਬਾ ਫਰੀਦ, ਕਹਿੰਦੇ ਕਿਹੜਾ ਅੱਖਰ ਬੋਲਣਾ ਹੈ? ਨਿਵਣ ਸੂ ਅੱਖਰ, ਅੱਖਰ ਹੋਵੇ ਨਿਮਰਤਾ ਵਾਲਾ। ਜਦੋਂ ਕਿਸੇ ਨੂੰ ਬੁਲਾਵੇਂ ਨਿਮਰਤਾ ਨਾਲ ਬੁਲਾਵੇਂ, ਜਦੋਂ ਕਿਸੇ ਨਾਲ ਬੋਲੇ ਪ੍ਰੇਮ ਨਾਲ ਬੋਲੇ। ਸਮਝਦੇ ਹੋ ਕਿ ਨਹੀਂ? ਤੁਸੀਂ ਕਿਸੇ ਨੂੰ ਇਦਾਂ ਵੀ ਬੁਲਾ ਸਕਦੇ ਹੋ, ਓਏ ਇੱਧਰ ਆ, ਤਾਂ ਤੁਸੀਂ ਕਿਸੇ ਨੂੰ ਪਿਆਰ ਨਾਲ ਬੁਲਾ ਸਕਦੇ, ਭਾਈ ਸਾਹਿਬ ਜ਼ਰਾ ਗੱਲ ਸੁਣਿਓ। ਨਿਮਰਤਾ ਵਾਲੇ ਅੱਖਰ ਕਿਹੜੇ ਹੁੰਦੇ ਆ? ਨਿਮਰਤਾ ਕਿਹਨੂੰ ਕਹਿੰਦੀ ਹੈ?
ਕਿ ਜੋ ਵੀ ਕਰੋ ਇੰਨੀ ਨਿਮਰਤਾ ਨਾ ਕਰੋ, ਇੰਨੇ ਪ੍ਰੇਮ ਨਾ ਕਰੋ ਕਿ ਤੁਹਾਡੇ ਉਹ ਅੱਖਰ ਜਦੋਂ ਦੂਜੇ ਦੇ ਨਾਲ ਹਿਰਦੇ ਤੱਕ ਜਾਣ ਤਾਂ ਉਹਨੂੰ ਖੁਸ਼ੀ ਦੇ ਦੇਣ, ਉਹਦੇ ਦਿਲ ਨੂੰ ਦੁਖਾਣ ਨਾ। ਕਿਉਂਕਿ ਤੁਹਾਡੇ ਜ਼ੁਬਾਨ ਤੋਂ ਨਿਕਲੇ ਅੱਖਰ ਉਹ ਨਿਮਰਤਾ ਵਾਲੇ ਹੋਣਗੇ, ਪ੍ਰੇਮ ਵਾਲੇ ਹੋਣਗੇ। ਉਹ ਜਦੋਂ ਉਹਦੇ ਕੰਨਾਂ ਦੇ ਜ਼ਰੀਏ ਉਹਦੇ ਅੰਦਰ ਜਾਣਗੇ, ਉਹਨੂੰ ਖੁਸ਼ੀ ਦੇਣਗੇ। ਤਾਂ ਜੇ ਉਹ ਖੁਸ਼ ਹੁੰਦਾ ਤਾਂ ਉਹਦੇ ਅੰਦਰ ਬੈਠਾ ਰੱਬ ਵੀ ਖੁਸ਼ ਹੁੰਦਾ ਹੈ। ਤਾਂ ਜੇ ਤੁਹਾਡੇ ਅੱਖਰ ਹੀ ਇਦਾਂ ਦੇ ਹੁੰਦੇ, ਕਿਸੇ ਨੂੰ ਗਾਲੀ ਦੇ ਕੇ ਗੱਲ ਕਰਦੇ ਹੋ, ਕਿਸੇ ਨੂੰ ਇਦਾਂ ਗੱਲ ਕਰਦੇ ਹੋ, ਚਾਹੇ ਉਹ ਬੱਚਾ ਹੋਵੇ ਚਾਹੇ ਬੁੜਾ ਹੋਵੇ, ਚਾਹੇ ਬਜ਼ੁਰਗ ਹੋਵੇ ਚਾਹੇ ਔਰਤ ਹੋਵੇ ਮਰਦ ਹੋਵੇ, ਅਗਰ ਇਦਾਂ ਦੇ ਬੋਲ ਬੋਲਦੇ ਹੋ ਕਿ ਕਿਸੇ ਨੂੰ ਹੰਕਾਰ ਵਾਲੇ ਬੋਲ ਬੋਲ ਕੇ ਬੁਲਾਉਂਦੇ ਹੋ ਕਿ ਮੈਂ ਉੱਚਾ ਤੇ ਨੀਵਾਂ, ਇਸ ਲਈ ਓਏ ਤੂੰ ਕੀ ਕਰਦਾ, ਤੂੰ ਕਿੱਥੇ ਚੱਲਾਂ। ਇੱਕ ਤਾਂ ਹੁੰਦਾ ਗੁੱਸੇ ਨਾਲ, ਇੱਕ ਚਲੋ ਮਾਂ-ਬਾਪ ਆਪਣੇ ਬੱਚੇ ਨੂੰ ਕਹਿੰਦੇ ਬੇਟਾ ਤੂੰ ਕੀ ਕਰ ਰਿਹਾ ਹੈ, ਇਹ ਗੱਲ ਹੋਰ ਹੁੰਦੀ ਹੈ। ਸਮਝਦੇ ਹੋ ਕਿ ਨਹੀਂ? ਇੱਥੇ ਸਮਝ ਸਕਦੇ ਹੋ ਕਿ ਹੰਕਾਰ ਦੇ ਬੋਲ ਕਿਹੜੇ ਹੁੰਦੇ ਆ ਤਾਂ ਨਿਮਰਤਾ ਵਾਲੇ ਬੋਲ ਕਿਹੜੇ ਹੁੰਦੇ, ਕਿਉਂਕਿ ਇੰਨੀ ਸਮਝ ਤਾਂ ਮਾਲਿਕ ਨੇ ਸਾਨੂੰ ਸਾਰਿਆਂ ਨੂੰ ਦਿੱਤੀ ਹੋਈ ਹੈ। ਉਹ ਕਹਿੰਦੇ ਜਦ ਵੀ ਬੋਲੇ ਨਿਮਰਤਾ ਵਾਲਾ ਅੱਖਰ ਬੋਲੇ, ਉਹਦੇ 'ਚ ਤੇਰੀ ਨਿਮਰਤਾ ਝਲਕਣੀ ਚਾਹੀਦੀ ਹੈ, ਉਹਦੇ 'ਚ ਤੇਰਾ ਪਿਆਰ ਝਲਕਣਾ ਚਾਹੀਦਾ ਹੈ, ਤਾਂ ਕਿ ਦੂਜੇ ਨੂੰ ਸੁਣ ਕੇ ਖੁਸ਼ੀ ਮਿਲੇ, ਦੂਜੇ ਨੂੰ ਸੁਣ ਕੇ ਆਨੰਦ ਮਿਲੇ। ਤਾਂ ਜੇ ਤੇਰੇ ਬਚਨਾਂ 'ਚੋਂ, ਤੇਰੇ ਅੱਖਰਾਂ 'ਚੋਂ ਹੰਕਾਰ ਸ਼ੋ ਹੁੰਦਾ ਹੈ, ਜੇ ਤੇਰੇ ਬਚਨਾਂ 'ਚੋਂ ਕਠੋਰਤਾ ਸ਼ੋ ਹੁੰਦੀ ਹੈ ਕਿ ਕਠੋਰ ਹੈ ਤੂੰ, ਹੰਕਾਰ ਵਾਲੇ ਬਚਨ ਬੋਲਦਾ ਹੈ, ਬੁਰੇ ਬਚਨ ਬੋਲਦਾ ਹੈ, ਤਾਂ ਫਿਰ ਇਹ ਤੇਰੀ ਕਮੀ ਹੈ ਜਿਹੜੀ ਤੈਨੂੰ ਕੰਤ ਨਾਲ ਕਦੀ ਮੇਲ ਨਹੀਂ ਕਰਨ ਦੇਗੀ। ਇਹ ਸਿਰਫ ਸੁਣਨਾ ਨਹੀਂ ਹੈ, ਚੈੱਕ ਕਰਨਾ ਹੈ। ਕਿਉਂਕਿ ਤੁਸੀਂ ਬਹੁਤ ਇੱਦਾਂ ਦੇ ਬਚਨ ਬੋਲ ਦਿੰਦੇ ਹੋ ਜਿਹਦੇ 'ਚ ਹੰਕਾਰ ਹੁੰਦਾ ਹੈ। ਤੁਸੀਂ ਬਹੁਤ ਕਈ ਵਾਰ ਮਜ਼ਾਕ ਵਿੱਚ ਔਰ ਕਈ ਵਾਰ ਸੀਰੀਅਸਲੀ ਤੁਸੀਂ ਇਦਾਂ ਦੀਆਂ ਗੱਲਾਂ ਦੂਜੇ ਨੂੰ ਵੀ ਕਹਿ, ਬੱਚਿਆਂ ਨੂੰ ਵੀ ਕਹਿ ਦਿੰਦੇ ਹੋ। ਤੁਸੀਂ ਕਈ ਵਾਰ ਬੱਚੇ ਦਾ ਕੰਨ ਮਰੋੜ ਦਿੰਦੇ ਹੋ, ਕਈ ਵਾਰ ਬੱਚੇ ਦੀ ਉਂਗਲੀ ਮਰੋੜ ਦਿੰਦੇ ਹੋ, ਕਈ ਵਾਰ ਕੁਛ ਕਰ ਦਿੰਦੇ ਹੋ। ਇਹ ਉਹ ਅੱਖਰ ਹੈ ਜੋ ਬੱਚੇ ਨੂੰ ਤਕਲੀਫ ਦੇ ਰਹੇ ਹੈ, ਇਹ ਉਹ ਅੱਖਰ ਹੈ ਜੋ ਦੂਜੇ ਨੂੰ ਤਕਲੀਫ ਦੇ ਰਹੇ ਹੈ। ਕਿਉਂ ਬੋਲ ਰਹੇ ਹੋ, ਕਿਉਂ ਪੀੜਾ ਦੇ ਰਹੇ ਹੋ ਕਿਸੇ ਨੂੰ, ਚਾਹੇ ਮਜ਼ਾਕ 'ਚ ਹੋਵੇ ਚਾਹੇ ਸੀਰੀਅਸਲੀ। ਕੋਈ ਇਦਾਂ ਦਾ ਕਰਮ ਨਹੀਂ ਕਰਨਾ। ਹੁਣ ਫਰਜ਼ ਕਰੋ ਕੋਈ ਚਪੇੜ ਮਾਰੇ ਤੁਹਾਡੇ, ਜਰਾ ਸੋਚ ਸਮਝ ਕੇ ਜਵਾਬ ਦਿਓ। ਕੋਈ ਮਜ਼ਾਕ 'ਚ ਮਾਰੇ ਮੂੰਹ ਤੇ, ਕੋਈ ਗੁੱਸੇ 'ਚ ਮਾਰੇ ਮੂੰਹ ਤੇ, ਸੱਟ ਤਾਂ ਲੱਗਣੀ ਹੈ ਨਾ। ਹੁਣ ਬੰਦਾ ਮੈਂ ਤਾਂ ਮਜ਼ਾਕ 'ਚ ਮਾਰੀ ਸੀ, ਭਾਈ ਤੇਰਾ ਮਜ਼ਾਕ ਸੀ ਤਾਂ ਅਗਲੇ ਦੇ ਅੱਖਾਂ 'ਚੋਂ ਪਾਣੀ ਆ ਗਿਆ। ਇਹ ਕਾਹਦਾ ਮਜ਼ਾਕ ਹੈ? ਇਦਾਂ ਦਾ ਮਜ਼ਾਕ ਕਰਕੇ ਵੀ ਤੂੰ ਰੱਬ ਤੋਂ ਦੂਰ ਹੋ ਰਿਹਾ ਹੈ, ਰੱਬ ਦੇ ਨੇੜੇ ਹੁੰਦਿਆਂ ਹੋਏ ਵੀ ਦੂਰ ਹੋ ਰਿਹਾ। ਇਦਾਂ ਦੇ ਮਜ਼ਾਕ ਵੀ ਨਾ ਕਰ, ਕਿਉਂਕਿ ਰੱਬ ਤੇਰੇ ਅੰਦਰ ਹੈ। ਸੋ ਨਿੱਕੇ ਪੁਆਇੰਟ ਅਸੀਂ ਪਕੜਨੇ ਆ ਇਹ, ਕਿ ਸਾਡੇ ਕਰਮ ਐਸੇ ਹੋਣੇ ਚਾਹੀਦੇ ਹੈ, ਸਾਡੀ ਕਰਨੀ ਐਸੀ ਹੋਣੀ ਚਾਹੀਦੀ ਹੈ, ਸਾਡੀ ਬੋਲਬਾਣੀ ਐਸੀ ਹੋਣੀ ਚਾਹੀਦੀ ਜਿਸ ਤੋਂ ਇੰਨਾ ਕੁ ਵੀ ਨਾ ਮਜ਼ਾਕ 'ਚ ਨਾ ਸੀਰੀਅਸਲੀ ਕਿਸੇ ਨੂੰ ਦੁੱਖ ਹੋਵੇ। ਸਮਝਦੇ ਹੋ ਕਿ ਨਹੀਂ? ਕਿਉਂਕਿ ਕਹਿੰਦੇ ਇੱਕ ਪਲ ਦਾ ਚੂਕਿਆ ਇਨਸਾਨ ਚੂਕਦਾ ਚਲਾ ਜਾਂਦਾ ਹੈ। ਇੱਕ ਪਾਣੀ ਦੀ ਬਾਲਟੀ ਹੋਵੇ ਨਾ, ਇੱਕ ਜ਼ਹਿਰ ਦੀ ਬੂੰਦ ਵਿੱਚ ਪਾ ਦਿਓ ਤਾਂ ਪੂਰਾ ਪਾਣੀ ਕੀ ਹੋ ਜਾਂਦਾ ਹੈ? ਜ਼ਹਿਰੀਲਾ। ਇਸੇ ਤਰ੍ਹਾਂ ਛੋਟੀਆਂ ਕਮੀਆਂ ਸਾਡੇ ਜੀਵਨ ਨੂੰ ਅੰਮ੍ਰਿਤ ਦੀ ਜਗ੍ਹਾ ਜ਼ਹਿਰ ਨਾਲ ਭਰ ਦਿੰਦੀਆਂ ਹੈ। ਸਮਝਦੇ ਹੋ ਕਿ ਨਹੀਂ? ਹਾਲਾਂਕਿ ਪਰਮਾਤਮਾ ਰੂਪੀ ਉਹ ਪਰਮ ਅੰਮ੍ਰਿਤ, ਉਹ ਪਰਮ ਸ਼ਾਂਤੀ, ਪਰਮ ਆਨੰਦ ਸਾਡੇ ਅੰਦਰ ਹੈ। ਇਸ ਲਈ ਨਿਵਣ ਸੂ ਅੱਖਰ, ਨਿਵਣ ਵਾਲਾ ਅੱਖਰ ਹੋਵੇ। ਜਦ ਵੀ ਬੋਲੇ ਨਿਮਰਤਾ ਵਾਲਾ ਬੋਲ ਬੋਲੇ, ਪ੍ਰੇਮ ਵਾਲਾ ਬੋਲ ਬੋਲੇ। ਔਰ ਖਵਣ ਗੁਣ, ਔਰ ਗੁਣ ਕਿਹੜਾ ਪੈਦਾ ਕਰਨਾ ਹੈ? ਖਵਣ। ਖਵਣ ਦਾ ਮਤਲਬ ਕੀ ਹੁੰਦਾ ਹੈ ਪਤਾ ਕਿਸੇ ਨੂੰ? ਖਵਣ ਗੁਣ, ਖਵਣ ਦਾ ਮਤਲਬ ਜਰਾ ਸਮਝਣਾ, ਬਰਦਾਸ਼ਤ ਕਰਨਾ। ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਤੂੰ ਆਪਣੇ ਆਪ ਨੂੰ ਹਰ ਰੰਗ ਵਿੱਚ ਰਾਜੀ ਰੱਖਣਾ ਕਿ ਐ ਪ੍ਰਭੂ ਦੁੱਖ ਦੇ ਸੁੱਖ ਦੇ ਤੇਰੇ ਭਾਣੇ ਨੂੰ ਮੈਂ ਮਿੱਠਾ ਮੰਨ ਕੇ ਚੱਲਦਾ। ਮੈਂ ਹਰ ਚੀਜ਼ ਬਰਦਾਸ਼ਤ ਕਰਨ ਨੂੰ ਤਿਆਰ ਹਾਂ, ਮੈਂ ਹਰ ਚੀਜ਼ ਸਹਿਣ ਨੂੰ ਤਿਆਰ ਹਾਂ। ਜਿੱਦਾਂ ਕਹਿੰਦੇ ਨਾ ਸਹਿਣਸ਼ੀਲਤਾ, ਸਮਝਦੇ ਹੋ ਕਿ ਨਹੀਂ? ਤੂੰ ਰੋਟੀ ਦੇਵੇਂ ਤਾਂ ਵੀ ਮੈਂ ਖੁਸ਼ ਹਾਂ, ਤੂੰ ਨਾ ਦੇਵੇਂ ਤਾਂ ਵੀ ਮੈਂ ਖੁਸ਼ ਹਾਂ। ਇਹਨੂੰ ਕਹਿੰਦੇ ਐ, ਇਹ ਗੁਣ ਤੇਰੇ ਅੰਦਰ ਹੋਣਾ ਚਾਹੀਦਾ ਹੈ। ਨਹੀਂ ਤਾਂ ਜ਼ਿਆਦਾਤਰ ਇਨਸਾਨ ਕੀ ਹੈ, ਜੇ ਰੱਬ ਸੁਣ ਲਵੇ ਤਾਂ ਰੱਬ ਚੰਗਾ, ਰੱਬ ਨਾ ਸੁਣੇ ਤਾਂ ਰੱਬ ਮਾੜਾ। ਜਿੱਦਾਂ ਬੱਚੇ ਨੇ ਸਵਾਲ ਕੀਤਾ ਕਿ ਜੇ ਰੱਬ ਫਰਿਆਦ ਪੂਰੀ ਕਰ ਦੇਵੇ ਠੀਕ ਹੈ, ਜੇ ਨਹੀਂ ਕਰਦਾ ਤਾਂ ਫਿਰ ਰੱਬ ਮਾੜਾ ਹੋ ਜਾਂਦਾ ਹੈ। ਹੁਣ ਉੱਥੇ ਵੀ ਜਿਹੜਾ ਵਾਕਈ ਪ੍ਰਭੂ ਦਾ ਪਿਆਰਾ ਹੋਏਗਾ, ਉਹਦੇ ਅੰਦਰ ਤਾਂ ਸਦਾ ਹੀ ਹੋਏਗਾ ਕਿ ਮੈਂ ਤੇਰੀ ਰਜ਼ਾ ਵਿੱਚ ਰਾਜੀ, ਜੋ ਤੁਧ ਭਾਵੇ ਸੋਈ ਭਲੀਕਾਰ। ਕਿ ਮੈਂ ਹਰ ਹਾਲਤ ਵਿੱਚ ਰਾਜ਼ੀ, ਮੈਂ ਕਦੀ ਸ਼ਿਕਵਾ ਨਹੀਂ ਕਰਨਾ, ਕਦੀ ਸ਼ਿਕਾਇਤ ਨਹੀਂ ਕਰਨੀ। ਹੁਣ ਕਈ ਬਾਹਰ ਇਦਾਂ ਹੁੰਦੀ ਹੈ ਕਿ ਬਾਹਰ ਬਰਸਾਤ ਹੋਵੇ, ਬੰਦਾ ਰੱਬ ਨੂੰ ਕਹਿੰਦਾ ਰੱਬਾ ਮੀਂਹ ਪਵਾਈ ਜਾਂਦਾ ਹੈ। ਬਾਹਰ ਧੁੰਦ ਹੋਵੇ ਤਾਂ ਰੱਬਾ ਧੁੰਦੇ ਚੜਾਈ ਹੋਈ ਹੈ, ਧੁੱਪ ਕੱਢਦੇ ਰਹੇ। ਬਾਹਰ ਧੁੱਪ ਹੋਵੇ ਤਾਂ ਰੱਬਾ ਗਰਮੀ ਬੜੀ ਕੀਤੀ ਹੋਈ ਹੈ। ਯਾਨੀ ਕਈ ਬੰਦੇ ਹੁੰਦੇ ਐ, ਉਹ ਆਪਣੇ ਘਰ ਪਰਿਵਾਰ ਤੋਂ ਕੀ, ਆਂਢੀਆਂ ਗੁਆਂਢੀਆਂ ਤੋਂ ਕੀ, ਉਹ ਰੱਬ ਤੋਂ ਵੀ ਰਾਜ਼ੀ ਨਹੀਂ ਹੁੰਦੇ, ਉਹ ਮੌਸਮ ਤੋਂ ਵੀ ਰਾਜ਼ੀ ਨਹੀਂ ਹੁੰਦੇ। ਉਹ ਹਰ ਚੀਜ਼ 'ਚ ਨੁਕਸ ਕੱਢਦੇ ਹੈ, ਉਹ ਹਰ ਚੀਜ਼ ਨਹੀਂ ਸ਼ਿਕਾਇਤ ਕਰਦੇ ਹੈ, ਸ਼ਿਕਵੇ ਕਰਦੇ ਹੈ। ਔਰ ਜਿੰਨਾ ਜ਼ਿਆਦਾ ਇਨਸਾਨ ਸ਼ਿਕਵੇ ਸ਼ਿਕਾਇਤਾਂ ਕਰਦਾ, ਦੁੱਖ ਵੀ ਉਹ ਉਨਾ ਹੀ ਪਾਉਂਦਾ ਹੈ। ਸ਼ਿਕਵੇ ਸ਼ਿਕਾਇਤਾਂ ਕਰਨ ਵਾਲੇ ਬੰਦੇ ਨੂੰ ਤੁਸੀਂ ਦੇਖੋਗੇ ਹਰ ਵੇਲੇ ਦੁਖੀ ਹੋਏਗਾ, ਬੇਬਰਕਤੀ ਹੋਏਗੀ ਉਹਦੇ ਘਰ 'ਚ, ਕਦੀ ਸ਼ਾਂਤੀ ਨਹੀਂ ਹੋਏਗੀ। ਤਾਂ ਜਿਹੜਾ ਬੰਦਾ ਹਰ ਹਾਲਤ ਵਿੱਚ ਸ਼ੁਕਰ ਕਰੇ,
ਜੇ ਬਾਹਰ ਧੁੰਦ ਹੈ ਤਾਂ ਵੀ ਤੇਰਾ ਸ਼ੁਕਰ ਹੈ, ਬਾਹਰ ਧੁੱਪ ਹੈ ਤਾਂ ਵੀ ਤੇਰਾ ਸ਼ੁਕਰ ਹੈ, ਬਾਹਰ ਬਰਸਾਤ ਹੋ ਰਹੀ ਹੈ ਤਾਂ ਵੀ ਤੇਰਾ ਸ਼ੁਕਰ ਹੈ, ਬਾਹਰ ਹਨੇਰੀ ਚੱਲ ਰਹੀ ਹੈ ਤਾਂ ਵੀ ਤੇਰਾ ਸ਼ੁਕਰ ਹੈ, क्योंकि मेरे मालिक ये सारे तेरे ही रंग है और तू जेड़े रंगा च मर्जी रखे मैं राजी हां। हर आन में, हर बात में, हर ढंग में पहचान, आशिक है तो दिलवर को हर एक रंग में पहचान, कि मैं तेरा आशिक हां, तू जेड़े रंग च रखूंगा ਉਹੀ रंग मेरा। इसलिए खवण गुण, ਇਹ ਗੁਣ ਆਪਣੇ ਅੰਦਰ ਲਿਆਓ। ਜੇ ਤੁਹਾਡੇ ਅੰਦਰ ਨਿਮਰਤਾ ਹੈ, ਜੇ ਤੁਹਾਡੇ ਅੰਦਰ ਸਹਿਨ ਸ਼ਕਤੀ ਹੈ, ਸਹਿਨਸ਼ੀਲਤਾ ਹੈ। ਹੁਣ ਸਹਿਨਸ਼ੀਲਤਾ ਵਿੱਚ ਮੌਸਮ ਨੂੰ ਲੈ ਕੇ ਵੀ ਆ ਜਾਂਦਾ ਹੈ ਤਾਂ ਦੂਜੇ ਦੇ ਵਿਵਹਾਰ ਨੂੰ ਲੈ ਕੇ ਵੀ ਆ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਕਈ ਵਾਰ ਦੇਖਿਆ ਛੋਟੀ ਛੋਟੀਆਂ ਚੀਜ਼ਾਂ ਤੋਂ ਬੰਦਾ ਦੂਜੇ ਨਾਲ ਲੜ ਪੈਂਦਾ, ਕਿਉਂਕਿ ਸਹਿਨ ਸ਼ਕਤੀ ਹੈ ਹੀ ਨਹੀਂ। ਇਸ ਲਈ ਅੰਦਰ ਸਾਡੇ ਬਰਦਾਸ਼ਤ ਕਰਨ ਵਾਲਾ ਜਜ਼ਬਾ ਹੋਣਾ ਚਾਹੀਦਾ ਹੈ, ਔਰ ਇਹਦੇ ਨਾਲ ਨਾਲ ਸ਼ਮਾ ਦਾ ਗੁਣ ਹੋਣਾ ਚਾਹੀਦਾ ਹੈ। ਕਿਉਂਕਿ ਖਵਣ ਦਾ ਮਤਲਬ ਬਰਦਾਸ਼ਤ ਕਰਨਾ, ਸ਼ਮਾ ਕਰਨਾ ਵੀ ਹੈ, ਕਿ ਕੋਈ ਤੈਨੂੰ ਬੁਰਾ ਬੋਲ ਦੇਵੇ ਤਾਂ ਵੀ ਸ਼ਮਾ ਕਰ ਦੇਵੇਂ, ਕੋਈ ਨਹੀਂ ਜਾ ਤੈਨੂੰ ਮਾਫ ਕੀਤਾ, ਦਿਲ 'ਚ ਰੱਖਣਾ ਹੀ ਨਹੀਂ ਕੋਈ ਵੀ। ਬੋਲੋ ਸਮਝਦੇ ਹੋ ਕਿ ਨਹੀਂ? ਦਿਲ 'ਚ ਕੋਈ ਰੱਖਣਾ ਹੀ ਨਹੀਂ। ਕੋਈ ਬੁਰਾ ਕਰ ਦਿੰਦਾ ਹੈ ਤਾਂ ਹੁਣ ਚੱਲੇ ਹੋ, ਜਾ ਬਈ ਮਾਫ ਕੀਤਾ, ਕਿਉਂਕਿ ਮੈਂ ਇਹ ਬੋਝ ਲੈ ਕੇ ਜ਼ਿੰਦਗੀ ਨਹੀਂ ਜੀ ਸਕਦਾ, ਇਸ ਲਈ ਬੋਝ ਨੂੰ ਮੈਂ ਇੱਥੇ ਹੀ ਛੱਡਿਆ, ਕਰ ਦਿੱਤਾ ਮਾਫ ਤੈਨੂੰ। ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਦੇਖੋਗੇ ਨਾ, ਕਿ ਜਿੰਨਾ ਜ਼ਿਆਦਾ ਤੁਸੀਂ ਇਹ ਬੋਝ, ਨਫ਼ਰਤ ਦਾ ਬੋਝ, ਸ਼ਿਕਾਇਤਾਂ ਦਾ ਬੋਝ, ਸ਼ਿਕਵਿਆਂ ਦਾ ਬੋਝ ਲੈ ਕੇ ਚੱਲੋਗੇ, ਉਨਾ ਹੀ ਤੁਹਾਡੇ ਜੀਵਨ 'ਚ ਜਦੋਂ ਵੀ ਉਹ ਗੱਲਾਂ ਯਾਦ ਆਉਣਗੀਆਂ ਦੁੱਖ ਹੀ ਆਉਣਗੇ, ਖੁਸ਼ੀ ਨਹੀਂ ਕਦੀ ਆਏਗੀ। ਤਾਂ ਜਦੋਂ ਪਤਾ ਇਹ ਚੀਜ਼ ਯਾਦ ਆਉਣ ਤੇ ਦੁੱਖ ਹੀ ਆਉਣਾ ਹੈ, ਤਾਂ ਫਿਰ ਚੀਜ਼ ਨੂੰ ਰੱਖਣਾ ਹੀ ਕਿਉਂ, ਛੱਡ ਦਈਏ ਇਹਨੂੰ। ਸਮਝਦੇ ਹੋ? ਜੇ ਪਤਾ ਹੈ, ਜਿੱਦਾਂ ਕਈ ਵਾਰ ਅਸੀਂ ਦੱਸੀਦਾ ਜੁੱਤੀ 'ਚ ਇੱਕ ਕੰਕਰ ਹੈ, ਉਹ ਕੰਕਰ ਮੇਰੇ ਪੈਰ ਨੂੰ ਚੁੱਭ ਰਿਹਾ ਹੈ, ਉਸ ਕੰਕਰ ਦੀ ਵਜ੍ਹਾ ਨਾਲ ਮੈਂ ਸਫ਼ਰ ਜਿਹੜਾ ਆਰਾਮ ਨਾਲ ਕਰ ਸਕਦਾ ਹਾਂ ਉਹ ਤਕਲੀਫ ਨਾਲ ਕਰ ਰਿਹਾ, ਤਾਂ ਉਹਨੂੰ ਸਮਝਦਾਰੀ ਤਾਂ ਇਹੀ ਹੈ ਨਾ ਕਿ ਉਹ ਕੰਕਰ ਨੂੰ ਕੱਢ ਕੇ ਸੁੱਟ ਦਈਏ ਤਾਂ ਕਿ ਮੈਂ ਆਰਾਮ ਨਾਲ ਸਫ਼ਰ ਕਰਾਂ। ਤਾਂ ਜੇ ਮੈਂ ਕਹਾਂ ਨਹੀਂ ਜੀ ਇਹ ਕੰਕਰ ਮੇਰਾ ਹੈ, ਪਿਆਰਾ ਕੰਕਰ ਹੈ, ਇਹਨੂੰ ਤਾਂ ਨਾਲ ਲੈ ਕੇ ਚੱਲਣਾ ਹੈ, ਤਾਂ ਫਿਰ ਤਕਲੀਫ ਕਿਹਨੂੰ ਹੋਣੀ ਹੈ? ਇਹਦੇ ਬੰਦਾ ਵੀ ਕਹਿ ਦਿੰਦਾ ਮੈਂ ਤੈਨੂੰ ਨਹੀਂ ਭੁੱਲ ਸਕਦਾ, ਤੂੰ ਮੈਨੂੰ ਗਾਲ ਕੱਢੀ ਮੈਂ ਉਹ ਕਦੀ ਭੁੱਲ ਨਹੀਂ ਸਕਦਾ। ਹੁਣ ਇਹ ਕੰਡਾ ਰੱਖ ਲੈ ਆਪਣੇ ਅੰਦਰ ਜਿਹਨਾਂ ਹਰ ਪਲ ਚੁੱਭਣਾ ਹੈ, ਤਾਂ ਜੀਜ ਆ ਜ਼ਿੰਦਗੀ ਇਦਾਂ, ਜਾਂ ਫਿਰ ਸਮਝਦਾਰੀ ਹੈ ਕੱਢ ਦੇ ਇਸ ਕੰਡੇ ਨੂੰ, ਜਾ ਮੈਂ ਮਾਫ ਕੀਤਾ, ਛੱਡਿਆ ਸਭ ਕੁਝ, ਕਿਉਂਕਿ ਮੈਂ ਚਾਹੁੰਦਾ ਹਾਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਜੀਣਾ, ਆਨੰਦ ਨਾਲ ਜੀਣਾ। ਇਸ ਲਈ ਮੈਂ ਉਹਨਾਂ ਚੀਜ਼ਾਂ ਨੂੰ ਲੈ ਕੇ ਜਾਣਾ ਹੈ ਜੋ ਮੈਨੂੰ ਖੁਸ਼ੀਆਂ ਦੇਣ, ਜੋ ਮੈਨੂੰ ਆਨੰਦ ਦੇਣ। ਜਿਹੜੀਆਂ ਚੀਜ਼ਾਂ ਮੈਨੂੰ ਤਕਲੀਫ ਦੇਣ ਵਾਲੀਆਂ ਹੈ ਮੈਂ ਭੁਲਾਈਆਂ, ਛੱਡੀਆਂ ਮੈਂ। ਔਰ ਹੋ ਸਕਦਾ ਹੈ ਇਹ, ਅਗਰ ਤੁਸੀਂ ਕੋਸ਼ਿਸ਼ ਕਰੋ ਤਾਂ। ਸਮਝਦੇ ਹੋ ਕਿ ਨਹੀਂ? ਬੰਦਾ ਕਹਿੰਦਾ ਲੈ ਬੁਰਾਈ ਨੂੰ ਭੁਲਾਉਣਾ ਬੜਾ ਔਖਾ ਹੈ, ਪਰ ਹੋ ਸਕਦਾ ਹੈ, ਹੋ ਸਕਦਾ ਹੈ ਅਗਰ ਅਸੀਂ ਸੋਚ ਬਣਾ ਲਈਏ। ਕਿਉਂਕਿ ਜੇ ਪਤਾ ਹੈ ਕਿ ਆਹ ਸੁਧਾਰ ਕਰਨ ਨਾਲ ਹੀ ਉਸ ਆਨੰਦ ਤੱਕ ਪਹੁੰਚਣਾ ਹੈ, ਤਾਂ ਜਿਹਦੇ ਅੰਦਰ ਵਾਕਈ ਤੜਫ ਹੁੰਦੀ ਹੈ ਨਾ ਉਹਨੂੰ ਪਾਣ ਦੀ, ਉਹ ਬੰਦਾ ਫਿਰ ਹਰ ਚੀਜ਼ ਛੱਡਣ ਨੂੰ ਤਿਆਰ ਹੋ ਜਾਂਦਾ ਹੈ। ਤਾਂ ਹੀ ਤਾਂ ਸੁਲਤਾਨ ਬਾਹੂ ਕਹਿੰਦੇ ਜੇ ਸਿਰ ਦਿੱਤਿਆਂ ਰੱਬ ਮਿਲ ਜਾਵੇ ਬਾਹੂ, ਤਾਂ ਉਸ ਮੌਤੋਂ ਕੀ ਡਰਨਾ ਹੋ। ਜਰਾ ਸੋਚੋ। ਇਸ ਲਈ ਜਦੋਂ ਦੁਨਿਆਵੀ ਤੌਰ ਤੇ ਇਨਸਾਨ ਆਪਣੇ ਪਿਆਰੇ ਦੀ ਖਾਤਰ ਛੱਡ ਸਕਦਾ ਹੈ, ਦੇਖਿਓ ਨਾ ਕਿਸੇ ਨੂੰ ਕਿਸੇ ਨਾਲ ਪਿਆਰ ਹੋ ਜਾਵੇ, ਉਹ ਕਹਿੰਦਾ ਆਹ ਕੰਮ ਕਰਨਾ ਛੱਡ ਦੇ ਤਾਂ ਤੂੰ ਮੇਰਾ ਪਿਆਰਾ, ਕਹਿੰਦਾ ਲੈ ਤੇਰੀ ਖਾਤਰ ਮੈਂ ਛੱਡਿਆ, ਹੋ ਜਾਂਦਾ ਕਿ ਨਹੀਂ? ਤਾਂ ਫਿਰ ਜਦੋਂ ਰੱਬ ਦੇ ਇਸ਼ਕ ਦੀ ਗੱਲ ਹੋਵੇ, ਉਹ ਪ੍ਰਭੂ ਦੇ ਇਸ਼ਕ ਦੀ ਗੱਲ ਹੋਵੇ, ਤਾਂ ਫਿਰ ਜਿਹਦੇ ਅੰਦਰ ਵਾਕਈ ਸੱਚੀ ਮੁਹੱਬਤ ਹੋਏਗੀ ਉਹ ਵੀ ਸਭ ਕੁਝ ਛੱਡਣ ਨੂੰ ਤਿਆਰ ਹੋ ਜਾਂਦਾ। ਔਰ ਇੱਥੇ ਛੱਡਣਾ ਕੀ ਹੈ? ਇੱਥੇ ਉਹੀ ਛੱਡਣਾ ਆਪਣੀਆਂ ਕਮੀਆਂ ਨੂੰ ਜੋ ਸਾਨੂੰ ਹੀ ਪਿੱਛੇ ਲਿਜਾ ਰਹੀਆਂ ਹੈ, ਜੋ ਸਾਡੇ ਜੀਵਨ 'ਚ ਦੁੱਖ ਭਰ ਰਹੀਆਂ ਹੈ, ਉਹਨਾਂ ਕਮੀਆਂ ਨੂੰ ਹੀ ਛੱਡਣਾ ਹੈ ਅਸੀਂ। ਇਸ ਲਈ ਯਾਦ ਰੱਖੋ ਹਮੇਸ਼ਾ, ਨਿਵਣ ਸੁ ਅੱਖਰ ਖਵਣ ਗੁਣ ਜੀਵਾ ਮਣੀਆਂ ਮੰਥ, ਕਿ ਜੀਵਾ ਤੋਂ ਮਿੱਠੇ ਬੋਲ ਬੋਲਣੇ ਹੈ। ਕਹਿੰਦੇ ਨਾ ਮਿੱਠੇ ਬੋਲ, ਕੀਮਤੀ ਬੋਲ, ਤੇਰੀ ਜ਼ੁਬਾਨ ਤੋਂ ਮਣੀਆਂ ਨਿਕਲਣ, ਕੀਮਤੀ ਰਤਨ ਨਿਕਲਣ। ਔਰ ਕੀਮਤੀ ਰਤਨਾਂ ਦਾ ਮਤਲਬ ਕੀ ਹੈ? ਮਿੱਠੇ ਬੋਲ, ਪਿਆਰੇ ਬੋਲ, ਵਿਸ਼ਵਾਸ ਵਾਲੇ ਬੋਲ ਨਿਕਲਣ। ਕਦੀ ਵੀ ਤੇਰੀ ਜ਼ੁਬਾਨ ਤੋਂ ਕਿਸੇ ਨੂੰ ਪੀੜਾ ਦੇਣ ਵਾਲੇ ਬੋਲ ਨਾ ਨਿਕਲਣ, ਕਿਸੇ ਨੂੰ ਤਕਲੀਫ ਦੇਣ ਵਾਲੇ ਬੋਲ ਨਾ ਨਿਕਲਣ। ਇਹ ਤ੍ਰੈ ਭੈਣੇ ਭੇਸ਼ ਕਰ ਤਾਂ ਬਸ ਆਵੇ ਕੰਤ, ਤਾਂ ਫਿਰ ਉਸ ਕੰਤ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਜੋ ਤੁਹਾਡੇ ਅੰਦਰ ਇੰਨੇ ਸਾਲਾਂ ਤੋਂ ਬੈਠਾ ਹੈ। ਜਿੱਦਾਂ ਹੀ ਦੱਸਿਆ ਨਾ, ਕਿਸੇ ਦੀ ਉਮਰ 60 ਸਾਲ, ਕਿਸੇ ਦੀ 40 ਸਾਲ, ਕਿਸੇ ਦੀ 20 ਸਾਲ ਹੋਏਗੀ, ਪਰ ਹਾਲੇ ਤੱਕ ਉਹਦੇ ਨਾਲ ਮੁਲਾਕਾਤ ਨਹੀਂ ਹੋਈ। ਕਿਉਂ ਨਹੀਂ ਹੋਈ? ਕਾਰਨ ਪੁੱਛੋ ਤਾਂ ਹੁਣ ਕਾਰਨ ਸਾਹਮਣੇ ਆ ਗਿਆ ਕਿ ਮੇਰੇ ਅੰਦਰ ਆ ਕਮੀਆਂ ਹੈ, ਨਫ਼ਰਤ ਹੈ, ਬੈਰ ਵਿਰੋਧਤਾ ਹੈ, ਕ੍ਰੋਧ ਹੈ, ਝੂਠ ਹੈ, ਲਾਲਚ ਹੈ, ਜਿਸ ਕਰਕੇ ਮੇਰੀ ਮੁਲਾਕਾਤ ਮੇਰੇ ਕੰਤ ਨਾਲ, ਪ੍ਰਭੂ ਨਾਲ ਨਹੀਂ ਹੋ ਰਹੀ। ਹੁਣ ਮੈਂ ਅੱਜ ਤੋਂ ਇਹ ਛੱਡਣਾ ਹੈ, ਅੱਜ ਤੋਂ ਮੈਂ ਕੋਸ਼ਿਸ਼ ਕਰਨੀ ਹੈ ਅੱਛਾ ਬੋਲਣ ਦੀ, ਅੱਛਾ ਕਰਨ ਦੀ, ਅੱਛਾ ਬੋਲਣਾ, ਅੱਛਾ ਸੁਣਨਾ, ਅੱਛਾ ਕਰਨਾ ਔਰ ਅੱਛੇ ਮਾਰਗ ਤੇ ਚੱਲਣਾ। ਅੱਜ ਤੋਂ ਮੈਂ ਕੋਸ਼ਿਸ਼ ਕਰਨੀ ਹੈ। ਕਿਉਂਕਿ ਜਦੋਂ ਇਨਸਾਨ ਇਹ ਕੋਸ਼ਿਸ਼ ਕਰਦਾ ਹੈ, ਜਦੋਂ ਫੈਸਲਾ ਕਰੇਗਾ ਇਨਸਾਨ ਕੋਸ਼ਿਸ਼ ਕਰਨ ਦੀ, ਤਾਂ ਫਿਰ ਕਾਮਯਾਬੀ ਵੀ ਫੇਰ ਹੀ ਮਿਲੇਗੀ।
ਜਵਾਬ ਦਿਓ ਸਾਨੂੰ, ਕਿਉਂਕਿ ਬਿਨਾਂ ਕੋਸ਼ਿਸ਼ ਕੀਤਿਆਂ ਤਾਂ ਕਾਮਯਾਬੀ ਕਦੀ ਮਿਲ ਹੀ ਨਹੀਂ ਸਕਦੀ। ਇਸ ਲਈ ਅੱਜ ਤੋਂ ਵਚਨ ਕਰੋ ਆਪਣੇ ਆਪ ਨਾਲ ਕਿ ਜਿਹੜਾ ਇੰਨੇ ਸਾਲਾਂ ਤੋਂ ਜਦੋਂ ਮੈਂ ਜਨਮ ਲਿਆ ਮੇਰੇ ਅੰਦਰ ਹੀ ਬੈਠਾ ਹੈ, ਇਸ ਤੋਂ ਪਹਿਲਾਂ ਕਿ ਮੇਰੀ ਜਾਨ ਨਿਕਲ ਜਾਵੇ, ਮੇਰੀ ਮੌਤ ਆ ਜਾਵੇ, ਮੈਂ ਆਪਣੇ ਆਪ ਨੂੰ ਐਸਾ ਬਣਾਉਣਾ ਹੈ, ਆਪਣੀ ਕਰਨੀ ਨੂੰ ਐਸਾ ਬਣਾਉਣਾ ਹੈ, ਆਪਣੇ ਜੀਵਨ ਨੂੰ ਐਸਾ ਬਣਾਉਣਾ ਹੈ ਕਿ ਆਪਣੇ ਅੰਦਰ ਬੈਠੇ ਉਹ ਪਰਮਾਨੰਦ ਨਾਲ ਮੇਲ ਮੇਰਾ ਹੋ ਸਕੇ। ਜਰਾ ਸਮਝ ਲੈਣਾ ਸਾਰਿਆਂ ਨੇ, ਕਿਉਂਕਿ ਠੀਕ ਹੈ ਜਿੱਦਾਂ ਕਿਸੇ ਨੇ ਇੱਥੇ ਕਿਹਾ ਸੀ ਯੁਕਤੀ ਗੁਰੂ ਦਿੰਦਾ, ਯੁਕਤੀ ਹੁੰਦੀ ਹੈ ਅੰਦਰ ਜਾਣ ਦੀ, ਪਰ ਉਹ ਯੁਕਤੀ ਦੇ ਨਾਲ ਨਾਲ ਆਪਣੇ ਪਰਦੇ ਵੀ ਅਸੀਂ ਹਟਾਣੇ ਹੈ। ਸਿਮਰਨ ਕਰਨ ਦੀ ਯੁਕਤੀ ਹੁੰਦੀ ਹੈ, ਬੰਦਗੀ ਦੀ ਯੁਕਤੀ ਹੁੰਦੀ ਹੈ, ਭਗਤੀ ਦੀ ਇੱਕ ਯੁਕਤੀ ਹੁੰਦੀ ਹੈ, ਇੱਕ ਵਿਧੀ ਹੁੰਦੀ ਹੈ। ਬਿਨਾਂ ਵਿਧੀ ਤੋਂ, ਜਿੱਦਾਂ ਬਿਨਾਂ ਕੁੰਜੀ ਤੋਂ, ਬਿਨਾਂ ਚਾਬੀ ਤੋਂ ਤਾਲਾ ਨਹੀਂ ਖੁੱਲਦਾ। ਹੁਣ ਬਾਹਰਲੇ ਤਾਲੇ ਤਾਂ ਬੰਦਾ ਤੋੜ ਵੀ ਲਏਗਾ, ਪਰ ਅੰਦਰਲੇ ਤਾਲੇ ਕਿੱਥੋਂ ਤੋੜੇਗਾ? ਅੰਦਰ ਤਾਂ ਉਹ ਕੁੰਜੀ ਲੈਣੀ ਪੈਣੀ ਹੈ, ਉਹ ਚਾਬੀ ਲੈਣੀ ਪੈਣੀ ਹੈ, ਸਤਿਗੁਰ ਹੱਥ ਕੁੰਜੀ, ਉਹ ਚਾਬੀ ਲੈਣੀ ਪੈਣੀ ਹੈ ਤਾਂ ਕਿ ਅਸੀਂ ਅੰਦਰਲੇ ਦੁਆਰ ਨੂੰ ਖੋਲ ਕੇ ਆਪਣੇ ਅੰਦਰ ਬੈਠੇ ਉਹਦੇ ਨਾਲ ਮੁਲਾਕਾਤ, ਆਪਣੇ ਮਾਲਿਕ ਨਾਲ ਮੁਲਾਕਾਤ ਕਰ ਸਕੀਏ ਜੋ ਸਾਡੇ ਅੰਦਰ ਹੀ ਸਦਾ ਬੈਠਾ ਹੈ। ਇਸ ਲਈ ਉਹ ਕੁੰਜੀ ਲੈਣੀ ਪੈਣੀ ਹੈ ਸਾਨੂੰ। ਇਸ ਲਈ ਜੁੜੋ ਗੁਰੂ ਚਰਨਾਂ ਨਾਲ ਔਰ ਆਪਣੀਆਂ ਇਹਨਾਂ ਕਮੀਆਂ ਨੂੰ ਦੂਰ ਕਰੀਏ, ਆਪਣੀਆਂ ਇਹਨਾਂ ਬੁਰਾਈਆਂ ਨੂੰ ਦੂਰ ਕਰੀਏ। ਔਰ ਇੱਕ ਹੋਰ ਚੀਜ਼ ਦੱਸ ਦੇਵਾਂਗੇ ਕਿ ਉਹਦੀ ਰਹਿਮਤ 24 ਘੰਟੇ ਹਰ ਪਲ ਬਰਸ ਰਹੀ ਹੈ, ਪਰ ਕਈ ਐਸੇ ਹੁੰਦੇ ਹੈ ਜਿਹੜੇ ਸ਼ੰਕਾਵਾਂ ਦੇ ਛਾਤੇ ਲੈ ਕੇ ਘੁੰਮਦੇ ਆ, ਉਹਨਾਂ ਤੇ ਮੀਂਹ ਪੈਂਦਾ ਹੀ ਨਹੀਂ ਉਹਦੀ ਰਹਿਮਤ ਦਾ। ਸ਼ੰਕਾਵਾਂ ਸਮਝਦੇ ਹੋ ਕਿ ਨਹੀਂ? ਇਸ ਲਈ ਜਦ ਵੀ ਤੁਰੋ, ਜਦ ਵੀ ਜੀਓ, ਤਾਂ ਆਪਣੀਆਂ ਸ਼ੰਕਾਵਾਂ ਦੇ, ਵਹਿਮਾਂ ਭਰਮਾਂ ਦੇ ਸਾਰੇ ਛਾਤੇ ਬੰਦ ਕਰ ਦਿਓ, ਕਿਉਂਕਿ ਜਦੋਂ ਹੀ ਸਾਡੇ ਵਹਿਮ ਭਰਮ ਖਤਮ ਹੋਏ ਉਹਦੀ ਰਹਿਮਤ ਦੀ ਬਰਸਾਤ 'ਚ ਅਸੀਂ ਭਿੱਜਣਾ ਸ਼ੁਰੂ ਹੋ ਜਾਂਦੇ ਹਾਂ। ਸਮਝਦੇ ਹੋ ਕਿ ਨਹੀਂ? ਜੇ ਉਹਦੀ ਰਹਿਮਤ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਡਰ ਕੱਢ ਦਿਓ ਆਪਣੇ ਅੰਦਰੋਂ, ਚਿੰਤਾਵਾਂ ਕੱਢ ਦਿਓ ਆਪਣੇ ਅੰਦਰੋਂ, ਵਿਸ਼ਵਾਸ ਪੈਦਾ ਕਰ ਲਓ ਕਿ ਮੈਨੂੰ ਮੇਰੇ ਮਾਲਿਕ ਤੇ ਪੂਰਾ ਵਿਸ਼ਵਾਸ ਹੈ। और एक गल ऐसी कही दी, इत्थे भी कहना चाहांगे कि एक छोटा सा मिट्टी का दिया सारी रात अंधकार से लड़ता है, तू तो उस मालिक का दिया है, फिर तू किस बात से डरता है? जरा सोच के देखो, रात चाहे अमावस्या दी होवे, काली रात होवे, तुसी एक छोटा जिहा दिया घर च रखदे हो ना, तां जद तक ਉਹਦਾ ਤੇਲ ਨਹੀਂ ਮੁੱਕਣਾ ਉਹਨਾਂ ਅੰਧਕਾਰ ਨੂੰ ਦੂਰ ਹੀ ਰੱਖਣਾ ਹੈ, ਜਗਦਾ ਰਹਿਣਾ, ਉਹਨਾਂ ਰੋਸ਼ਨੀ ਫੈਲਾ ਕੇ ਰੱਖਣੀ ਹੈ। ਜੇ ਇੱਕ ਮਿੱਟੀ ਦੇ ਚਿਰਾਗ ਦੇ ਅੰਦਰ ਇੰਨੀ ਹਿੰਮਤ ਹੈ, ਯਾਨੀ ਉਹ ਐਡੇ ਅੰਧਕਾਰ ਨੂੰ ਦੂਰ ਕਰ ਸਕਦਾ ਹੈ, ਤਾਂ ਜ਼ਰਾ ਸੋਚੋ ਤੁਸੀਂ ਕਿਹਦੇ ਦੀਵੇ ਹੋ? ਬੰਦਾ ਕਹਿੰਦਾ ਮਿੱਟੀ ਦੇ ਚਿਰਾਗ ਨੂੰ ਕੁਮਹਾਰ ਨੇ ਬਣਾਇਆ, ਕੁਮਹਾਰ ਹੀ ਬਣਾਉਂਦੇ ਆ ਨਾ, ਬੰਦਾ ਘਰ 'ਚ ਥੋੜੀ ਬਣਾਉਂਦਾ ਹੈ। ਬੰਦਾ ਕਹਿੰਦਾ ਮਿੱਟੀ ਦੇ ਚਿਰਾਗ ਨੂੰ ਕੁਮਹਾਰ ਨੇ ਬਣਾਇਆ। ਹੁਣ ਜਿਸ ਨੂੰ ਕੁਮਹਾਰ ਨੇ ਮਿੱਟੀ ਲੈ ਕੇ ਆਪਣੇ ਹੱਥਾਂ ਨਾਲ ਬਣਾਇਆ, ਉਹਨੂੰ ਅਸੀਂ ਰੱਖਦੇ ਹਾਂ, ਉਹ 'ਚ ਤੇਲ ਪਾਉਂਦੇ ਹਾਂ, ਆਪਣੇ ਹੱਥਾਂ ਨਾਲ ਬਣਾ ਕੇ ਬੱਤੀ ਪਾਉਂਦੇ ਹਾਂ, ਜਗਾ ਦਿੰਦੇ ਹਾਂ, ਤਾਂ ਉਹ ਅੰਧਕਾਰ ਨਾਲ ਲੜ ਸਕਦਾ ਹੈ। ਤਾਂ ਤੁਹਾਨੂੰ ਕਿਹਨਾਂ ਬਣਾਇਆ? ਜਵਾਬ ਦਿਓ, ਕਿਸੇ ਕੁਮਹਾਰ ਨਾਲ ਬਣਾਇਆ ਤੁਹਾਨੂੰ? ਤੁਹਾਨੂੰ ਕਿਹਨਾਂ ਬਣਾਇਆ? ਤੁਹਾਡੇ ਉਸ ਮਾਲਿਕ ਨੇ। ਮਾਂ ਦੇ ਗਰਭ 'ਚ ਉਹ ਤੁਹਾਨੂੰ ਘੜਦਾ ਹੈ, ਉਹ ਤੁਹਾਡੇ ਅੰਦਰ ਸਵਾਸਾਂ ਰੂਪੀ ਤੇਲ ਪਾਉਂਦਾ ਹੈ, ਉਹੀ ਤੁਹਾਡੇ ਅੰਦਰ ਉਹ ਜੋਤ ਬੱਤੀ ਰੂਪੀ ਆਤਮਾ ਨੂੰ ਪਾਉਂਦਾ ਹੈ, ਯਾਨੀ ਸਭ ਕੁਝ ਤੁਹਾਡੇ ਅੰਦਰੋਂ ਆਪਣੇ ਹੱਥੀ ਰੱਖਦਾ ਹੈ। ਤਾਂ ਹੁਣ ਕੁਮਹਾਰ ਦਾ ਬਣਾਇਆ ਦੀਵਾ ਜੇ ਅੰਧਕਾਰ ਨੂੰ ਮਿਟਾ ਸਕਦਾ ਹੈ, ਤਾਂ ਜੇ ਤੁਸੀਂ ਉਸ ਮਾਲਿਕ ਦੇ ਦੀਏ ਹੋ ਤਾਂ ਜ਼ਰਾ ਸੋਚੋ, ਜੇ ਤੁਸੀਂ ਆਪਣੇ ਪ੍ਰਕਾਸ਼ ਨੂੰ ਪਹਿਚਾਨ ਲਵੋ, ਤੁਸੀਂ ਤਾਂ ਪੂਰੀ ਦੁਨੀਆ ਨੂੰ ਪ੍ਰਕਾਸ਼ਿਤ ਕਰ ਸਕਦੇ ਹੋ। ਫਿਰ ਤੁਹਾਨੂੰ ਕਿਸ ਚੀਜ਼ ਦਾ ਡਰ ਹੈ? एक माटी का दिया सारी रात अंधेरे से लड़ता है, तू तो उस मालिक का दिया है, तू किस बात से डरता है? ਕਿਹੜੀ ਚੀਜ਼ ਤੋਂ ਡਰਦੇ ਹੋ ਤੁਸੀਂ? ਮਾੜੇ ਮਾੜੇ ਦੁੱਖ ਆ ਕੇ ਡਰ ਜਾਂਦੇ ਆ, ਮਾੜੀਆਂ ਮਾੜੀਆਂ ਚਿੰਤਾਵਾਂ ਟੈਨਸ਼ਨਾਂ ਲੈ ਕੇ ਬਹਿ ਜਾਂਦੇ ਆ। ਡਰਨਾ ਨਹੀਂ ਹੈ, ਕਿਉਂਕਿ ਡਰ ਦਾ ਮਤਲਬ ਹੈ ਕਿ ਸਾਨੂੰ ਹਾਲੇ ਆਪਣੇ ਮਾਲਿਕ ਤੇ ਵਿਸ਼ਵਾਸ ਨਹੀਂ ਹੈ, ਆਪਣੇ ਮਾਲਿਕ ਤੇ ਭਰੋਸਾ ਨਹੀਂ ਹੈ। ਔਰ ਜਿਨ੍ਹਾਂ ਨੂੰ ਆਪਣੇ ਮਾਲਿਕ ਤੇ ਵਿਸ਼ਵਾਸ ਹੁੰਦਾ ਹੈ, ਭਰੋਸਾ ਹੁੰਦਾ ਹੈ, ਉਹ ਡਰਦੇ ਨਹੀਂ ਹੈ, ਉਹ ਹਾਲਾਤਾਂ ਨੂੰ ਦੇਖ ਕੇ ਘਬਰਾਉਂਦੇ ਨਹੀਂ ਹੈ। ਉਹ ਕਹਿੰਦੇ ਜੈਸੇ ਮਰਜ਼ੀ ਹਾਲਾਤ ਆਏ ਹੈ, ਕੋਈ ਗੱਲ ਨਹੀਂ, ਸਾਨੂੰ ਪਤਾ ਸਾਡਾ ਮਾਲਿਕ ਸਾਡੇ ਨਾਲ ਹੈ। ਜਰਾ ਗੌਰ ਕਰਨਾ। ਔਰ ਇਹ ਤਾਂ ਕਹਾਵਤ ਤੁਸੀਂ ਵੀ ਸੁਣੀ ਹੈ ਨਾ ਕਿ ਜੇ ਇਨਸਾਨ ਦੇ ਅੰਦਰ ਆਪਣੇ ਤੇ ਤਾਂ ਆਪਣੇ, ਜਿੱਦਾਂ ਬੜੇ ਮਾਲਕ ਵੀ ਕਹਿੰਦੇ ਸੀ, ਖੁਦ ਪਰ ਔਰ ਖੁਦਾ ਪਰ ਭਰੋਸਾ ਰੱਖੋ, ਫਿਰ ਅਸੰਭਵ ਵੀ ਕੀ ਹੋ ਜਾਏਗਾ? ਸੰਭਵ ਹੋ ਜਾਏਗਾ। ਅੱਜ ਸਵੇਰੇ ਹੀ ਅਸੀਂ ਇੱਕ ਵੀਡੀਓ ਇੱਕ ਸੇਵਾਦਾਰ ਨੇ ਦਿਖਾਈ ਕਿ ਇੱਕ ਕੁੱਤਾ 2 ਸ਼ੇਰਾਂ ਨਾਲ ਲੜ ਰਿਹਾ ਹੈ। ਅਸੀਂ ਕਹਿੰਦੇ ਇਹਨੂੰ ਸੇਵ ਕਰ ਲੈ, ਇਹ ਵੀਡੀਓ ਨੂੰ ਸੇਵ ਕਰ ਲੈ, ਯਾਨੀ ਵਿੱਚ ਆਪਸ਼ਨ ਹੁੰਦੀ ਡਾਊਨਲੋਡਿੰਗ ਦੀ, ਤਾਂ ਕਿ ਕਦੀ ਮੌਕਾ ਮਿਲੇ ਤਾਂ ਸਕਰੀਨ ਤੇ ਸੰਗਤ ਨੂੰ ਦਿਖਾਵਾਂਗੇ ਕਿ 2 ਸ਼ੇਰ ਹੈ, ਬੱਬਰ ਸ਼ੇਰ, ਔਰ ਇੱਕ ਕੁੱਤਾ ਆ ਜਾਂਦਾ, ਸ਼ੇਰ ਦੌੜ ਕੇ ਉਹਦੇ ਵੱਲ ਜਾਂਦੇ ਹੈ।
ਦੌੜ ਕੇ ਉਹਦੇ ਵੱਲ ਜਾਂਦੇ ਆ ਤਾਂ ਕੁੱਤਾ ਅੱਗਿਓਂ ਡਰ ਕੇ ਦੌੜਦਾ ਨਹੀਂ ਆ, ਖੜ ਕੇ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਜਿੱਦਾਂ ਉਹ ਖੜ ਕੇ ਭੌਂਕਦਾ ਹੈ ਸ਼ੇਰ ਉੱਥੇ ਰੁਕ ਜਾਂਦੇ ਆ। ਫਿਰ ਕੁੱਤਾ ਭੌਂਕਦਾ ਹੋਇਆ ਅੱਗੇ ਨੂੰ ਹੁੰਦਾ, ਸ਼ੇਰ ਪਿੱਛੇ ਰੋਣੇ ਸ਼ੁਰੂ ਹੋ ਜਾਂਦੇ ਆ, ਔਰ ਉਹ ਕੱਲਾ ਕੁੱਤਾ ਦੋ ਸ਼ੇਰਾਂ ਨੂੰ ਦੜਾ ਦਿੰਦਾ ਹੈ। ਔਰ ਇਹ ਕੋਈ ਝੂਠੀ ਗੱਲ ਨਹੀਂ ਦੱਸ ਰਹੇ ਤੁਹਾਨੂੰ, ਕਿ ਅੱਜ ਸਵੇਰੇ ਹੀ ਉਹ ਵੀਡੀਓ ਦੇਖੀ ਕਿ ਇੱਥੋਂ ਕੀ ਪਤਾ ਲੱਗਦਾ ਹੈ ਕਿ ਜੇ ਮੁਸੀਬਤ ਨੂੰ ਦੇਖ ਕੇ ਅਸੀਂ ਡਰ ਜਾਈਏ ਤਾਂ ਮੁਸੀਬਤ ਸਾਡੇ ਤੇ ਹਾਵੀ ਹੋ ਜਾਂਦੀ ਹੈ। ਤਾਂ ਜੇ ਅਸੀਂ ਆਪਣੇ ਮਾਲਿਕ ਦੇ ਭਰੋਸੇ ਤੇ ਖੜ ਜਾਈਏ ਉਹ ਮੁਸੀਬਤ ਦਾ ਸਾਹਮਣਾ ਕਰਨ ਵਾਸਤੇ, ਤਾਂ ਬੜੀ ਤੋਂ ਬੜੀ ਮੁਸੀਬਤ ਵੀ ਸਾਨੂੰ ਦੇਖ ਕੇ ਦੌੜ ਜਾਂਦੀ ਹੈ। ਨਹੀਂ ਤਾਂ ਕਿੱਥੇ ਕੁੱਤਾ ਤਾਂ ਕਿੱਥੇ ਸ਼ੇਰ। ਬੋਲੋ ਸਮਝਦੇ ਹੋ ਕਿ ਨਹੀਂ? ਮੁਕਾਬਲਾ ਹੈ ਕੋਈ ਕੁੱਤੇ ਸ਼ੇਰ ਦਾ, ਪਰ ਇੱਕ ਸ਼ੇਰ ਹੋਵੇ ਤਾਂ ਵੀ ਦੋ ਸ਼ੇਰ ਕਰ ਰਹੇ। ਜੇ ਨਹੀਂ ਯਕੀਨ ਤਾਂ ਸਤਸੰਗ ਤੋਂ ਬਾਅਦ ਇਹਨਾਂ ਨੂੰ ਕਵਾਂਗੇ ਪਲੇ ਕਰ ਦੇਣ ਉੱਥੇ, ਤਾਂ ਕਿ ਤੁਸੀਂ ਦੇਖ ਲਵੋ ਆਪਣੀ ਅੱਖੀ ਕਿ ਇਹ ਹੋ ਸਕਦਾ ਹੈ। ਤੁਹਾਡੀ ਹਿੰਮਤ, ਤੁਹਾਡਾ ਹੌਸਲਾ, ਔਰ ਜਦੋਂ ਇਹ ਹਿੰਮਤ ਤੇ ਹੌਸਲਾ ਉਹ ਮਾਲਿਕ ਦੇ ਨਾਲ ਜੁੜ ਜਾਂਦੀ ਹੈ ਕਿ ਮੈਂ ਮਾਲਿਕ ਦਾ ਦੀਆ ਆ, ਮੈਂ ਕਿਸੇ ਮੁਸੀਬਤ ਤੋਂ ਨਹੀਂ ਘਬਰਾਣਾ, ਨਹੀਂ ਡਰਨਾ। ਜੇ ਮੁਸੀਬਤ ਯਾਨੀ ਅੰਧਕਾਰ ਆਇਆ ਹੈ ਤਾਂ ਮੇਰੇ ਅੰਦਰ ਉਹ ਪ੍ਰਕਾਸ਼ ਹੈ ਜਿਹੜਾ ਬੜੇ ਤੋਂ ਬੜੇ ਅੰਧਕਾਰ ਨੂੰ ਖਤਮ ਕਰ ਸਕਦਾ ਹੈ। ਮੈਨੂੰ ਵਿਸ਼ਵਾਸ ਹੈ ਆਪਣੇ ਅੰਦਰਲੇ ਪ੍ਰਕਾਸ਼ ਤੇ ਯਾਨੀ ਮਾਲਿਕ ਤੇ, ਕਿਉਂਕਿ ਮਨ ਤੂੰ ਜੋਤ ਸਰੂਪ ਹੈ। या कहते उल्टा कुआं गगन में तामे जरे तिसमें जरे चिराग। किथे है? अंदर। समझ आ रही है कि नहीं? इसलिए ये तुहाडे अंदर है वो शक्ति, तुहाडे अंदर है वो ताकत। इसलिए अज एक गल का जवाब देना कि हुण मालिक दे दर ते तुसीं आ गए हो, की तुहानूं चिंतावां तो डर लगदा है? पहला तो लगदा सी ना। फिर कह दियो अज तो मेरे सारे डर दूर, अज तो मेरे सारे डर दूर, अज तो मेरे सारे डर दूर, कि मेरे सारे डर दूर हो गए। हमें दियो कि नहीं? ये हिम्मत ही, हौसला ही, यकीन ही, विश्वास ही इंसान को चढ़ाइयां चढ़ा दिंदा जिहदे बारे इंसान कदी जिंदगी च सोच भी नहीं सकता सी कि मैं चढ़ सकता हां। तां ही तां कहंदे ना, जितना दिया सरकार ने मुझको उतनी मेरी औकात नहीं, जे तो कर्म है उनका वरना मुझ में तो ऐसी। जे बंदा सोचे जे ओ मेरी सरकार, ओ मेरा मालिक, ओ मेरा मुर्शद कर्म करन ते आ जावे तां फिर कतरे नूं भी समुंदर कर दिंदा है। बोलो समझदे हो कि नहीं? जब मौज में आई वो लहरें कतरे को समुंदर कर डाला। जे उनकी रीत पुरानी है जिसे खाली देखा भर डाला। मेरे काली कमली वाले ने क्या क्या न जहां में कर डाला। कहंदे की नहीं कर सकता, पर हुंदा उदों ही है जदों अंदर की होवे? विश्वास, अंदर भरोसा होवे, यकीन होवे। इसलिए अज जे तुसीं यकीन नाल आए हो तो याद रखो, मेरे काली कमली वाले ने क्या क्या ना जहां में कर डाला। की नहीं उन्होंने कर दिता। तो जे तुसीं विश्वास नाल उहदे दर ते आए हो तो तुहाडे ते भी उहदी रहमत जरूर होएगी, उहदी कृपा जरूर होएगी। बस अंदर भी यकीन होना चाहिए है, भरोसा होना चाहिए पूरा। समझ आ गई कि नहीं? इसलिए जिद्दां कह दिता कि मेरे सारे डर दूर, मेरिया सारियां चिंतावां दूर, मेरिया सारियां चिंतावां दूर, मेरिया सारियां चिंतावां दूर, और मैं अपने मालिक दे विश्वास नाल भरपूर, अपने मालिक दे विश्वास नाल भरपूर, अपने मालिक दे विश्वास नाल भरपूर। बस ये भरपूरता नूं कायम रखना है। ये नहीं कि बाहर जाते फिर कहो हाय की बनूंगा मेरा। फिर ਇਹਦਾ मतलब फिर तो उही हो गया जिहदा बिना के कहते ना, बिना पैंदे तो लोटा या बिना तले तो बाल्टी, कि जदों तक पानी ਜਾਂ भरी लगती है, पर जिद्दां पानी तो बाहर कड्ढी फिर खाली। ਹੁਣ ਤੁਸੀਂ ਚੈੱਕ ਕਰ ਲਓ ਕਿ ਜਿੱਦਾਂ ਬਾਲਟੀ ਦਾ ਤਲਾ ਮਜ਼ਬੂਤ ਹੋਵੇ ਤਾਂ ਫੇਰ ਹੀ ਪਾਣੀ ਘਰ ਤੱਕ ਜਾਂਦਾ ਆ। ਹੁਣ ਇੱਥੇ ਤਾਂ ਤੁਸੀਂ ਸਮੁੰਦਰ 'ਚ ਬੈਠੇ ਹੋ, ਵਿਸ਼ਵਾਸ ਦੇ, ਰਹਿਮਤਾਂ ਦੇ, ਪ੍ਰੇਮ ਦੇ, ਇੱਥੇ ਤਾਂ ਭਰੇ ਭਰੇ ਲੱਗਦੇ ਹੋ। ਪਰ ਚੈੱਕ ਕਰ ਲਿਓ ਕਿ ਕਿਤੇ ਸ਼ੰਕਾ ਰੂਪੀ ਛੇਦ ਨਾ ਹੋਵੇ ਕਿ ਇੱਥੋਂ ਬਾਹਰ ਜਾਂਦੇ ਜਾਂਦੇ ਸਾਰਾ ਪਾਣੀ 'ਚ ਹੋ ਜਾਵੇ, ਯਾਨੀ ਸਾਰਾ ਵਿਸ਼ਵਾਸ ਖਤਮ ਹੋ ਜਾਵੇ, ਸਾਰਾ ਯਕੀਨ ਖਤਮ ਹੋ ਜਾਵੇ। ਬਾਹਰ ਜਾ ਕੇ ਫਿਰ ਕੋ ਹਾਏ ਮੇਰੀ ਤਾਂ ਟੈਨਸ਼ਨ ਹੀ ਹੈ, ਆਹ ਦੁੱਖ ਕਿੱਦਾਂ ਦੂਰ ਹੋਏਗਾ, ਆਹ ਬੱਚਿਆਂ ਦਾ ਕੀ ਬਣੇਗਾ, ਆਹ ਮੇਰਾ ਕੀ ਬਣੇਗਾ, ਕੰਮ ਦਾ ਕੀ ਬਣੇਗਾ। ਤਾਂ ਇਹਦਾ ਮਤਲਬ ਹਾਲੇ ਯਕੀਨ ਪੂਰਨ ਨਹੀਂ ਹੋਇਆ। ये यकीन पूरन है तो फिर दुनिया के किसी भी कोने ते चला जा, तेनू विश्वास होना चाहिए है कि मेरा मालिक मेरे नाल है तो हर मुश्किल चो मैनू जरूर बचाएगा, हर दुख चो मैनू जरूर बचाएगा, हर मुश्किल का हल होएगा।
ਕਿਉਂਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਹੈ। ਇਸ ਲਈ ਇੱਕ ਗੱਲ ਪੂਰੇ ਯਕੀਨ ਨਾਲ ਕਹਿ ਦਿਆ ਕਰੋ ਕਿ ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਤਾਂ ਜੇ ਕਿਸੇ ਦੇ ਕੋਈ ਦਰਦ ਹੈ, ਕੋਈ ਕਈ ਵਾਰ ਹੁੰਦਾ ਸਰੀਰ 'ਚ ਕੋਈ ਦਰਦ ਹੁੰਦੀ ਹੈ, ਕੋਈ ਪੇਨ ਹੁੰਦੀ ਹੈ, ਸਮਝਦੇ ਹੋ ਕਿ ਨਹੀਂ, ਤਾਂ ਉਹ ਵੀ ਘਰ ਜਾ ਕੇ ਬਹਿ ਕੇ ਗੱਲ ਕਿਹਾ ਕਰੋ ਕਿ ਮੇਰੀ ਸਾਰੀ ਦਰਦ ਦੂਰ ਹੋ ਗਈ, ਮੇਰੇ ਦਰਦ ਦੂਰ ਹੋ ਗਏ। ਜੇ ਕੋਈ ਤਕਲੀਫ ਹੈ, ਦੁੱਖ ਹੈ, ਤਾਂ ਕਹੋ ਮੇਰੇ ਸਾਰੇ ਦੁੱਖ ਦੂਰ। ਤਾਂ ਨਾਲ ਇਹ ਵੀ ਕਹਿ ਦਿਆ ਕਰੋ ਕਿ ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੀ ਝੋਲੀ ਖੁਸ਼ੀਆਂ ਨਾਲ। ਇਸ ਲਈ ਭਰਪੂਰ ਕਰਨਾ ਹੈ ਆਪਣੇ ਆਪ ਨੂੰ। ਤਾਂ ਕਦੋਂ ਭਰਪੂਰ ਹੋਵਾਂਗੇ? ਜਦੋਂ ਕਵਾਂਗੇ ਕਿ ਮਾਲਕ ਦੀ ਰਹਿਮਤ ਨਾਲ ਮੇਰੀ ਝੋਲੀ ਖੁਸ਼ੀਆਂ ਨਾਲ। ਤਾਂ ਮਾਲਕ ਵੀ ਫਿਰ ਉਸ ਲਈ ਇਸ਼ਾਰਾ ਕਰਦੇ ਕਿ ਦੇਖੋ ਕਹਿ ਰਿਹਾ ਹੈ ਕਿ ਉਹਦੀ ਰਹਿਮਤ ਨਾਲ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਗਈ, ਤੇ ਜਾਓ ਖੁਸ਼ੀਓ ਭਰ ਦਿਓ ਇਹਨੂੰ। ਇਸ ਲਈ ਤੁਸੀਂ ਭਰਪੂਰ ਹੋਣਾ ਹੈ ਤਾਂ ਇਹ ਵਿਸ਼ਵਾਸ ਰੱਖਣਾ ਹੈ ਕਿ ਮੇਰੇ ਤੇ ਰਹਿਮਤ ਹੋ ਗਈ। ਬੋਲੋ ਵਿਸ਼ਵਾਸ ਰੱਖੋਗੇ ਕਿ ਨਹੀਂ? ਇਸ ਲਈ ਇਹ ਗੱਲ ਯਾਦ ਰੱਖਣਾ कि एक छोटा सा दिया सारी रात अंधकार से लड़ता है। फिर अपने आप को इदा कह, मैं तो उस मालिक का दिया हूं। बोलो समझते हो कि नहीं कि मैं भी तो उस मालिक का दिया है, मैं क्यों डरदा है, मैं क्यों चिंता करदा है। जे वो छोटा जिहा दिया इस अंधकार को खत्म कर सकता है तो मेरे जीवन च दुखों का, परेशानियों का, चिंतावां का कोई अंधेरा थोड़ा बहुता है तो मैं क्यों परवाह करदा हां। अपने मालिक के भरोसे ते चला तो मैनूं पूरा यकीन है अंधकार हटदा चला जाएगा और मैं प्रकाश तक जरूर पहुंचूंगा। हुण अंधेरी रात होवे, गड्डी तुहाडे कोल होवे तां कि रात नूं देख के तुसीं गड्डी रोक के बह जाओगे? तुसीं कहना नहीं मैनूं पता प्रकाश है, लाइट है, गड्डी दी हैडलाइट काम करदी है, तो तुसीं गड्डी दी लाइट दे विश्वास ते रातां नूं भी सफर करदे हो कि नहीं? देखो किन्नियां गड्डियां रात नूं चलदियां है, किहदे भरोसे? तां जिहदी हैडलाइट ही खराब होवे वो सफर करेगी? फिर उन्हें कहना नहीं भाई गड्डी रोक लो, दिन चढ़े जावांगे या किसी मकैनिक तो ठीक करावांगे। इसी तरह समझ लो कि इंसान के जीवन भी दुखों के अंधेरे भी आते तो खुशियां का प्रकाश भी आता है। हुण जिन्हां दे अंदर अपने मालिक का विश्वास हुंदा है ना, समझ लो उन्हां दी हैडलाइट पूरी तरह ठीक है। जे किते रास्ते च अंधेरा आ भी जावे डरदे नहीं है, वो अपने विश्वास की हैडलाइट नूं ऑन करदे तो अंधेरे नूं पार कर जाते हैं। इस तरह ही रुकना नहीं है, हिम्मत हारनी नहीं है, बैठना नहीं है। बैठने का मतलब है हिम्मत हार के डर के नहीं बैठना, बल्कि अपने मालिक के विश्वास से कदम बढ़ाते चले जाना। यकीन रखना है कि मेरा मालिक मैनू खुशियां तक जरूर लेके जाएगा, मेरे जीवन च खुशियां जरूर आनगियां, और जिहदे अंदर विश्वास है उन्हें खुशियां मिलदियां भी जरूर है। इसलिए आओ अपने अंदर प्यार वैब पैदा करिए, विश्वास पैदा करिए, और एक बार फिर कहांगे कि निवण सुअखर खवण गुण जीवा मणिया मंत्र ए त्रै भैणे पेश कर तां बस आवे कंत। अज तो निमरता अपने अंदर लियाओ, बर्दाश्त करन दी, क्षमा करन दी भावना अपने अंदर लियाओ, और चेक करो अपने आप नूं। जे कोई मेरे नाल बुरा बोलदा है और मैनूं क्रोध आंदा है, गुस्सा आंदा, तो उहनूं धन्नवाद दिओ कि भाई धन्नवाद तेरा, तेरी वजह नाल मैनूं पता लग गया कि मेरे अंदर हाले किन्नियां कमियां है। हुण उहनूं ना बुरा कहो बल्कि अपनियां कमियां दा सुधार करो, अपने आप नूं सुधारो, क्योंकि अपना सुधार करन नाल ही असीं उस तक पहुंचना है, फिर ही सानूं उहदी प्राप्ति होनी है। इसलिए कंत तुहाडे अंदर है, वो परमात्मा तुहाडे अंदर है। बस इन्हां कमियां नूं सुधारन दी जरूरत है, अच्छे अच्छे गुणां नूं अपने अंदर लियाण दी जरूरत है। जिद्दां ही कमियां दूर हो गईयां, अच्छे गुण साडे अंदर आ गए, फिर ऐदां उहदे नाल मुलाकात हो जाएगी, कोई देर नहीं लगेगी। इसलिए आओ अच्छाई के मार्ग से चलन का अपने आप ना वचन करिए, बुराइयां नूं छड्डण दा अपने आप ना वचन करिए, नेकी के मार्ग से चलन का अपने आप ना वचन करिए, और अपने मालिक ते विश्वास रखिए, भरोसा रखिए, यकीन रखिए। फिर जीवन दी सारियां मुश्किलां दूर हो जाणगियां, और जीवन च खुशियां दी वो सवेर आ जाएगी जिन्हां नूं तुसीं तलाश कर रहे हो। बाकी मालिक जद नाल है, तो जब मेरा मालिक मेरे साथ है तो डरने की क्या बात है, फिर काहदा डर। इसलिए सारे डर छड्ड के अज विश्वास नाल भरपूर होकर जाना है, क्योंकि जिहड़ा विश्वास नाल जाएगा अगे खुशियां ही खुशियां पाएगा। इसलिए पूरे विश्वास नाल, यकीन नाल जाना है, भरोसा अपने मालिक ते रखना है, तो जीवन च कोई तोट कोई कमी नहीं आएगी। और हुण इन्हां वचनां नाल ही असीं अज दे सत्संग की समाप्ति करांगे, और अंत विच यही उस मालिक दे चरनां च अरदास बेनती करांगे कि मालिक तुहानूं सब नूं नाम नाल जुड़न की ताकत देण, तुहानूं सब नूं नाम जपण की ताकत देण, सेवा सिमरन करन दा मालिक तुहानूं बल बख्शण, और तुहाडे सब दे दिलां च सच्ची मुहब्बत, सच्चा प्रेम, सच्चा विश्वास मालिक पैदा कर देण। तुहाडीआं सारियां चिंतावां, सारियां शंका, सारियां बुराइयां नूं मालिक दूर कर देण, और तुहाडा आने वाला समा खुशियां, रहमतां, बरकतां भरिया होवे। यही साडी उस मालिक के चरनां च अरदास बेनती है। और अज इस वीरवार के पवित्र दिन ते जिन्ने भी जीव
ਉਸ ਮਾਲਕ ਦੇ ਦਰ ਤੇ ਹਾਜ਼ਰੀ ਲਗਾ ਰਹੇ ਹੈ। ਮਾਲਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਕਬੂਲ ਕਰਨ। ਔਰ ਜੇ ਕੋਈ ਜੀਵ ਅੱਜ ਉਸ ਮਾਲਕ ਦੇ ਨਾਮ ਦੀ ਨਿਆਜ਼ ਲੈ ਕੇ ਆਇਆ ਹੈ, ਅਗਰ ਕੋਈ ਆਪਣੀ ਤਕਲੀਫ ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ, ਤਾਂ ਜਿਸ ਭਾਵਨਾ ਨਾਲ ਉਹ ਜੀਵ ਨਿਆਜ਼ ਲੈ ਕੇ ਆਇਆ ਹੈ, ਮਾਲਕ ਉਹਦੀ ਉਹ ਭਾਵਨਾ ਨੂੰ, ਉਹਦੀ ਉਹ ਕਾਮਨਾ ਨੂੰ ਪੂਰਾ ਕਰਨ, ਉਹਦੀ ਨਿਆਜ਼ ਨੂੰ ਕਬੂਲ ਕਰਨ। ਤਾਂ ਜੇ ਕੋਈ ਜੀਵ ਅੱਜ ਖੁਸ਼ੀ ਦੀ ਨਿਆਜ਼ ਲੈ ਕੇ ਆਇਆ ਹੈ, ਤਾਂ ਮਾਲਕ ਉਹਦੀਆਂ ਖੁਸ਼ੀ ਦੀਆਂ ਨਿਆਜ਼ਾਂ ਨੂੰ ਕਬੂਲ ਕਰਨ ਔਰ ਉਹ ਜੀਵ ਦੀ ਝੋਲੀ 'ਚ ਇੰਨੀਆਂ ਖੁਸ਼ੀਆਂ ਪਾ ਦੇਣ ਕਿ ਉਹਨੂੰ ਕਦੀ ਫਰਿਆਦਾਂ ਕਰਨ ਦੀ ਲੋੜ ਹੀ ਨਾ ਪਵੇ। ਔਰ ਆਪਣੀ ਕਿਰਪਾ, ਦਇਆ, ਮਿਹਰ ਸਦਾ ਹੀ ਮਾਲਕ ਤੁਹਾਡੇ ਤੇ ਬਣਾਏ ਰੱਖੇ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।